ਉਹ ਬਖਸ਼ ਦਿੱਤੇ ਨੇ ਵਾਹਿਗੁਰੂ ਨੇ। ਉਹਨਾਂ ਦੀ ਭਟਕਣਾ ਮੁਕਾ ਦਿੱਤੀ ਜਿਨ੍ਹਾਂ ਨੇ ਤੁਹਾਡੇ ਦਰਸ਼ਨ ਕਰ ਲਏ। ਦੁੱਖ ਪਰ ਹਰ ਸਾਰੇ ਦੁੱਖ ਪਾਰ ਹਰ, ਜਨਮਾਂ ਜਨਮੰਤਰਾਂ ਦੇ ਉਹਨਾਂ ਦੇ ਦੁੱਖ ਪਾਰ ਹਰ ਕਹੀਏ ਨਾਸ। ਦਰਸ਼ਨ ਪਰਸੀਏ ਗੁਰੂ ਕੇ ਜਨਮ ਮਰਨ ਦੁੱਖ ਜਾਏ। ਤੁਹਾਡੇ ਦਰਸ਼ਨਾਂ ਤੋਂ ਜਨਮ ਮਰਨ ਦੇ ਦੁੱਖ ਨਾਸ ਹੋ ਗਏ। ਸੁਖ ਸਹਿਜ ਵਿਗਾਸੇ, ਸਹਿਜ ਅਵਸਥਾ ਹੈ ਗੁਰਸਿੱਖ ਪਿਆਰਿਓ। ਬਿਗਸਣਾ, ਫੁੱਲਣਾ, ਆਨੰਦ ਮਾਣਨਾ, ਉਹਨਾਂ ਦੇ ਹਿਰਦੇ ਵਿੱਚ ਸਹਿਜ ਦਾ ਵਿਗਾਸ, ਟਿਕਾ ਆ ਗਿਆ। ਭਟਕਣਾ ਹਟ ਗਈ ਗੁਰਸਿੱਖ ਪਿਆਰਿਓ। ਸਹਿਜ ਹੀ ਆਨੰਦ ਹੈ। ਜਿੱਦਣ ਆਪਾਂ ਨੂੰ ਵੀ ਟਿਕਾ ਆ ਗਿਆ ਨਾ, ਜਿੰਨੇ ਕੁ ਵਾਹਿਗੁਰੂ ਦੇ ਰਿਹਾ ਹੈ ਬਹੁਤ ਹੈ, ਬਸ ਟਿਕ ਗਏ। ਸੁੱਕੀ ਰੋਟੀ ਉਹ ਚੰਗੀ ਲੱਗੂਗੀ, ਛੋਟਾ ਜਿਹਾ ਘਰੇ ਆਨੰਦ ਦਊਗਾ, ਹਮਰੂਤੀ ਕਾਰੇ ਬਹੁਤ ਸੋਹਣੀ ਲੱਗੂਗੀ, ਪਰ ਜੇ ਟਿਕਾ ਨਾ ਆਇਆ ਫਿਰ ਮਰਸਰੀ ਵੀ ਚੰਗੀ ਨਹੀਂ ਲੱਗਣੀ। ਅੱਜ ਖਿਆ ਕੋ ਸਤਨਾਮ। ਫਿਰ ਕੱਲ ਬੜਾ ਸਾਰਾ ਬੰਗਲਾ ਲਿਆ ਵਾ, ਉਹ ਤੋਂ ਵੀ ਭਟਕੇਗਾ। ਹੁਣ ਗੁਆਂਢੀ ਨੇ ਬੜਾ ਲੈ ਲਿਆ, ਆਪਾਂ ਹੋਰ ਦੇਖੀਏ ਕੋਈ ਕਿਸੇ ਰੀਅਲ ਡੀਲਰ ਕੋਲ ਫਿਰੇਗਾ, ਰੀਅਲ ਸਟੇਟ ਦੇ ਕੋਲ ਹੋਰ ਘਰ ਮੈਨੂੰ ਲੈ ਕੇ ਦੇ। ਉਹ ਸਹਿਜ ਆ ਜਾਣਾ। ਸਾਡੇ ਸਤਿਗੁਰਾਂ ਦਾ ਦਰਬਾਰ ਐਸਾ ਹੈ, ਗੁਰੂ ਦੇ ਦਰਸ਼ਨ ਐਸੇ ਹਨ, ਇਹ ਟਿਕਾ ਦਿੰਦੇ ਨੇ ਮਨ ਨੂੰ। ਟਿਕਾਉਣਾ ਕੀ ਹੈ? ਸੰਤੋਖ। ਬਸ ਉਹ ਦੇ ਦਿੰਦੇ ਨੇ ਗੁਰਸਿੱਖਾਂ। ਜੋ ਰੱਬ ਨੇ ਦਿੱਤਾ ਬਹੁਤ ਕੁਝ ਦਿੱਤਾ, ਜੋ ਦੇ ਰਿਹਾ ਬਹੁਤ ਕੁਝ ਦੇਵੇਗਾ, ਤੇ ਜੋ ਗਾਂ ਨੂੰ ਦੇਵੇਗਾ ਉਹ ਵੀ ਬਹੁਤ ਦੇਵੇਗਾ। ਤੁਸੀਂ ਉਹਨੂੰ ਮੰਨਦੇ ਹੋ ਵੱਡਾ, ਵਾਹਿਗੁਰੂ ਨੂੰ ਵੱਡਾ ਮੰਨਦੇ ਹੋ ਨਾ, ਵੱਡਾ ਦਾਤਾ ਹੈ। ਫਿਰ ਉਹਦੀਆਂ ਦਿੱਤੀਆਂ ਹੋਈਆਂ ਚੀਜ਼ਾਂ ਨੂੰ ਛੋਟੀਆਂ ਕਿਉਂ ਮੰਨਦੇ ਹੋ? ਫਿਰ ਤਾਂ ਕਿਰਤਗਣ ਹੋਵਾਂਗੇ ਆਪਾਂ। ਜਦੋਂ ਐਡਾ ਵੱਡਾ ਹੈ ਤੇ ਉਹਦੀ ਦਾਤ ਨੂੰ ਵੀ ਆਪਾਂ ਵੱਡਾ ਕਰਕੇ ਹੀ ਮੰਨੀਏ। ਉਹ ਵੱਡਾ ਦਾਤਾ ਹੈ, ਉਹਦੀਆਂ ਦਿੱਤੀਆਂ ਚੀਜ਼ਾਂ ਨੂੰ ਵੀ ਵੱਡਾ, ਪਰ ਉਹ ਦਾਤਾ ਕਹਿੰਦੇ ਵੱਡਾ ਹੈ, ਉਹਨੂੰ ਦਾਤਾ ਨੂੰ ਅਸੀਂ ਵੱਡੀਆਂ ਮੰਨੀਆਂ ਨੇ ਕਦੇ, ਕਦੇ ਕੁਝ ਵੀ ਨਹੀਂ ਦਿੱਤਾ। ਫਿਰ ਤੇ ਤਾਂ ਦਾਤੇ ਨਾਲ ਮਖੌਲ ਹੋਇਆ ਨਾ। ਜਿੱਡਾ ਉਹ ਦਾਤਾ ਹੈ, ਜੇ ਵੱਡ ਆਪ ਤੇ ਵੱਡ ਤੇਰੀ ਦਾਤ ਹੈ। ਵਾਹਿਗੁਰੂ ਜਿੰਨਾ ਤੂੰ ਵੱਡਾ ਹੈ, ਐਨੀ ਉਹ ਤੂੰ ਮੈਨੂੰ ਵੱਡੀ ਦਾਤ ਕੀ ਦਿੱਤੀ ਹੈ। ਵੱਡੀ ਦਾਤ, ਸਭ ਤੋਂ ਵੱਡੀ ਦਾਤ ਮਨੁੱਖ ਜਨਮ ਦੇ ਦਿੱਤਾ 84 ਵਿੱਚ ਭਰਮ ਦੇ ਨੂੰ। ਉਹ ਗੁਰਸਿੱਖੋ ਯਾਦ ਰੱਖਿਓ, ਇਹ ਤੋਂ ਵੀ ਵੱਡੀ ਦਾਤ ਜਿਨ੍ਹਾਂ ਨੂੰ ਸਿੱਖ ਧਰਮ ਦੇ ਵਿੱਚ ਜਨਮ ਮਿਲ ਜਾਵੇ। ਇਹ ਤਾਂ ਬਹੁਤ ਵੱਡੀ ਦਾਤ। ਸਿੱਖ ਦੇ ਘਰ ਜਨਮ ਲੈਣਾ ਗੁਰਸਿੱਖ ਪਿਆਰੇ, ਕੈਸੀ ਦਾਤ ਹੈ। ਗੁਰਸਿੱਖ ਸਿੱਖ ਗੁਰੂ ਹੈ ਇੱਕ। ਇਹ ਤਾਂ ਦੇਖੋ ਗੁਰੂ ਗੋਬਿੰਦ ਸਿੰਘ ਨੇ ਕਿੱਡੀ ਦਾਤ ਇਸ ਧਰਮ ਨੂੰ ਦਿੱਤੀ ਹੈ ਕਿ ਸਿੱਖ ਹੀ ਮੇਰਾ ਰੂਪ ਹੈ, ਸਿੱਖ ਹੀ ਮੇਰਾ ਗੁਰੂ ਹੈ, ਸਿੱਖ ਹੀ ਮੇਰਾ ਰੱਬ ਹੈ, ਸਿੱਖ ਹੀ ਮੇਰਾ ਪ੍ਰਮਾਤਮਾ ਹੈ। ਇਹ ਦਾਤਾ ਨੇ। ਇਹ ਸਤਿਗੁਰ ਪਾਤਸ਼ਾਹ ਕਿਰਪਾ ਕਰਨ। ਗੁਰੂ ਰਾਮਦਾਸ ਮਹਾਰਾਜ, ਤੁਸੀਂ ਆਪਣੇ ਕੋਲ ਆਏ ਜਗਿਆਸੂਆਂ ਦੀ, ਜਿਹੜੇ ਭਟਕਦੇ ਫਿਰਦੇ ਤੇ ਜੁਗਾਂ ਜੁਗਾਂ ਤੋਂ ਟੋਲਦੇ ਰੱਬ ਨੂੰ, ਉਹਨਾਂ ਦੇ ਸਹਿਜ ਦੀ ਅਵਸਥਾ ਟਿਕਾ ਦਿੱਤੇ ਮਨ, ਬਿਗਸ ਦਿੱਤੇ, ਖੜਾ ਦਿੱਤੇ ਮਨ, ਸਦਾ ਆਨੰਦ ਵਿੱਚ ਪਹੁੰਚਾ ਦਿੰਦੇ ਨੇ ਗੁਰੂ ਦੇ ਦਰਸ਼ਨ। ਜਿਸ ਭੇਟ ਮਨ ਹੋਏ ਆਨੰਦ, ਸੋ ਸਤਿਗੁਰ ਕਹੀਏ। ਉਹ ਗੁਰੂ ਰਾਮਦਾਸ ਜੀ ਆਪੋ ਤਨ ਭਾਗੀਓ। ਆਪ ਨਿਤਨੇਮ ਅਨੁਸਾਰ ਸ਼ਰਧਾ ਭਾਵਨਾ ਦੇ ਨਾਲ ਗੁਰੂ ਕੇ ਬਚਨ ਸੁਣਦੇ ਹੋ। ਭੁੱਲਾਂ ਤੋਂ ਖਿਮਾ ਬਖਸ਼ ਦੇਣੀ। ਅੱਗੋਂ ਲਈ ਗੁਰੂ ਜੀ ਤੇ ਸੰਗਤ ਜੀ ਸੁਮਤ ਬਖਸ਼ਿਓ, ਸ਼ੁੱਧ ਬਾਣੀ ਦੀ ਵਿਚਾਰ ਕਰ ਸਕੀਏ। ਤੁਹਾਡੀ ਬਖਸ਼ੀ ਹੋਈ ਮਾਇਆ ਗੁਰੂ ਜੀ ਸਫਲ ਕਰਨ, ਤੇ ਸਤਿਗੁਰਾਂ ਦੇ ਬਚਨ, ਸਤਿਗੁਰਾਂ ਦੀ ਸ਼ਰਧਾ ਪ੍ਰੇਮ ਸਾਡੇ ਹਿਰਦੇ ਵਸੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸਚ ਜੁਗਾਦਿ ਸਚ ਹੈ ਭੀ ਸਚ। ਨਾਨਕ ਹੋਸੀ ਭੀ ਸਚ। ਜਿਉ ਬੁਲਾਵੈ ਤਿਉ ਬੋਲੇ ਸੁਆਮੀ। ਕੁਦਰਤ ਕਵਣ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ।
ਜੋ ਪ੍ਰਭ ਕੀ ਅਤ ਪਿਆਰੀ, ਤੁਧ ਆਗੇ ਅਰਦਾਸ ਹਮਾਰੀ। ਜੀਓ ਪਿੰਡ ਸਭ ਤੇਰਾ, ਕਉ ਨਾਨਕ ਸਭ ਤੇਰੀ ਵਡਿਆਈ। ਕੋਈ ਨਾਮ ਨ ਜਾਣੇ ਮੇਰਾ। ਸ਼ੁਰੂ ਤੋਂ ਪੜ੍ਹਦੇ ਸਵਈਆ ਹੈ। ਹਾਂ, ਦੋ ਤੁਕਾਂ ਰਹਿ ਗਈਆਂ ਸੀ ਨਾ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਨਾਮ ਨਿਧਾਨ ਧਿਆਨ ਅੰਤਰਗਤ, ਤੇਜ ਪੁੰਜ ਤੇ ਲੋਗ ਪ੍ਰਗਾਸੇ। ਦੇਖਤ ਦਰਸ ਭਟਕ ਬ੍ਰਹਮ ਭਜਤ, ਦੁਖ ਪਰ ਹਰ ਸੁਖ ਸਹਿਜ ਵਿਗਾਸੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਰੂਪ ਸਾਧ ਸੰਗਤ, ਸਤਿਗੁਰਾਂ ਦੀ ਬਖਸ਼ਿਸ਼ ਹੋਈ ਹੈ। ਨਿਤਨੇਮ ਅਨੁਸਾਰ ਗੁਰੂ ਕੇ ਚਰਨ ਪਰਸਨ ਦਾ, ਗੁਰ ਸ਼ਬਦ ਬਾਣੀ ਵਿਚਾਰ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਸਵਈਏ ਭੱਟਾਂ ਵੱਲੋਂ ਸੋਭਾ ਸਿਫਤ ਸਲਾਹ ਕਈ ਦਿਨਾਂ ਤੋਂ ਵਿਚਾਰ ਚੱਲ ਰਹੀ ਹੈ। ਆਓ ਅੱਗੇ ਜੋ ਮਹਾਰਾਜ ਉਪਦੇਸ਼ ਬਖਸ਼ਦੇ ਹਨ ਸਰਵਣ ਕਰੀਏ। ਨਾਮ ਨਿਧਾਨ ਧਿਆਨ ਅੰਤਰਗਤ। ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਜੀ, ਆਪ ਜੀ ਤੇ ਕਿਰਪਾ ਹੋ ਗਈ ਹੈ ਗੁਰੂ ਅਮਰਦਾਸ ਮਹਾਰਾਜ ਜੀ ਦੀ। ਆਪ ਦੇ ਕੋਲ ਨਾਮ ਦਾ ਨਿਧਾਨ, ਨਿਧਾਨ ਕਹੀਏ ਖਜ਼ਾਨਾ, ਅਤੁੱਟ ਭੰਡਾਰ ਸਮੁੰਦਰ ਹੋ ਆਪ ਨਾਮ ਦੇ। ਨਾਮ ਨਿਧਾਨ ਧਿਆਨ ਅੰਤਰਗਤ, ਇਹੋ ਆਪ ਜੀ ਦਾ ਧਿਆਨ ਅੰਤਰਗਤ। ਜੋ ਵਾਹਿਗੁਰੂ ਦਾ ਨਾਮ ਸਿਮਰਨ ਕਰਦੇ ਨੇ ਗੁਰਸਿੱਖ ਪਿਆਰੇ ਹੋਏ ਬਖਸ਼ਿਸ਼ ਹੋ ਜਾਂਦੀ ਹੈ। ਬਾਹਰ ਮੁਖੀ ਬਿਰਤੀਆਂ ਰੁਕ ਜਾਂਦੀਆਂ ਹਨ, ਅੰਤਰਮੁਖੀ ਨੇਤਰ ਖੁੱਲ ਜਾਂਦੇ ਹਨ। ਉਹ ਨੇਤਰ ਜਿਨ੍ਹਾਂ ਨੂੰ ਬਾਣੀ ਵਿੱਚ ਆਖਿਆ ਹੈ, ਨਾਨਕ ਸੇ ਅਖੜੀਆਂ ਬੇਅੰਨ ਜਿਨੀ ਦਸੰਦੋ ਮਾਂ ਪੀਰੀ। ਉਹ ਅੱਖਾਂ ਭਾਈ ਕੌਣ ਹਨ? ਅੰਦਰਲੀ ਅੰਤਰਮੁਖੀ ਜੋਤ ਪ੍ਰਗਟ ਹੋ ਜਾਣੀ, ਅੱਖਾਂ ਦ੍ਰਿਸ਼ਟੀ ਪ੍ਰਗਟ ਹੋ ਜਾਣੀ। ਇਹ ਸਾਡੀਆਂ ਅੱਖਾਂ ਵਿੱਚ ਬੜੀ ਸ਼ਕਤੀ ਹੈ ਭਾਈ, ਪਰ ਬਾਹਰ ਮੁਖੀ ਦ੍ਰਿਸ਼ਟੀ ਹੈ। ਕਦੇ ਵੀ ਤੁਸੀਂ ਜ਼ੋਰ ਲਾ ਲਿਓ, ਆਪਣੇ ਅੰਦਰਲੀ ਇੱਕ ਨਾੜ ਇੱਕ ਹੱਡੀ ਇਹਨੂੰ ਨਹੀਂ ਦਿਖਦੀ, ਬਾਹਰਲੀਆਂ ਹੀ ਦਿਖਣਗੀਆਂ ਚੀਜ਼ਾਂ। ਉਹ ਵਾਹਿਗੁਰੂ ਦਾ ਸਿਮਰਨ ਹੈ। ਜੋਗੀਆਂ ਜਪੀਆਂ ਤਪੀਆਂ ਨੇ ਅੰਤਰਮੁਖੀ ਬਿਰਤੀ ਨਾਲੇ ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ ਸਰੀਰ ਦੀਆਂ ਨਾੜੀਆਂ ਵੀ ਗਿਣ ਕੇ ਗ੍ਰੰਥਾਂ ਵਿੱਚ ਲਿਖ ਦਿੱਤੀਆਂ। ਸਾਰੇ ਸਰੀਰ ਦੇ ਅੰਗਾਂ ਦਾ ਫੰਕਸ਼ਨ ਵੀ ਲਿਖਦਾ। ਸੁਣਿਆ ਜੋਗ ਜੁਗ ਤਨ ਭੇਦ। ਉਹਨਾਂ ਦੇ ਕੰਨਾਂ ਨੇ ਬਾਹਰੋਂ ਨਹੀਂ ਸੁਣਿਆ, ਉਹਨਾਂ ਦੀਆਂ ਅੱਖਾਂ ਨੇ ਬਾਹਰੋਂ ਨਹੀਂ ਦੇਖਿਆ। ਉਹ ਸਿਮਰਨ ਦੇ ਜ਼ੋਰ ਨਾਲ ਅੰਤਰ ਧਿਆਨ, ਅੰਦਰਲੀ ਕਿਰਿਆ ਉਹਨਾਂ ਨੇ ਵੇਖੀ। ਜੋ ਲਿਖ ਗਏ ਨੇ ਗ੍ਰੰਥਾਂ ਵਿੱਚ ਕੋਈ ਡਾਕਟਰ ਗਲਤ ਕਰੇ ਨਹੀਂ ਸਕਿਆ। ਨਾ ਉਦੋਂ ਕੋਈ ਐਕਸਰਾ ਸੀ, ਨਾ ਭਾਈ ਸਕਰੀਨਿੰਗ ਸੀ, ਕੋਈ ਸਾਧਨ ਨਹੀਂ ਸੀ। ਇਹ ਗੁਰੂ ਰਾਮਦਾਸ ਮਹਾਰਾਜ ਆਪ ਜੀ ਦੇ ਕੋਲ ਨਾਮ ਦਾ ਖਜ਼ਾਨਾ ਗੁਰੂ ਅਮਰਦਾਸ ਨੇ ਬਖਸ਼ ਦਿੱਤਾ ਹੈ। ਆਪ ਦੀ ਜੋ ਬਿਰਤੀ ਹੈ ਬਾਹਰ ਮੁਖੀ ਪਦਾਰਥਾਂ ਤੋਂ, ਵਿਸ਼ੇ ਵਿਕਾਰਾਂ ਤੋਂ ਰਹਿਤ ਹੋ ਕੇ ਅੰਤਰਗਤ। ਦੂਜਾ ਅਰਥ ਹੈ ਗੁਰਮੁਖ ਪਿਆਰਿਓ, ਅੰਤਰ ਨਾਮ ਹੈ ਪਰਦੇ ਦਾ, ਭੇਦ ਦਾ। ਅੰਤਰ ਰੱਖਣਾ ਆਪਾਂ ਕਹਿੰਦੇ ਤੂੰ ਭੇਦ ਰੱਖਦਾ, ਗਤ ਕਹਿੰਦੇ ਸੰਸਕ੍ਰਿਤ ਵਿੱਚ ਚਲੇ ਜਾਣਾ। ਇਹ ਸਤਿਗੁਰੂ ਗੁਰੂ ਰਾਮਦਾਸ ਜੀ ਤੁਹਾਡੀ ਬਿਰਤੀ ਐਸੀ ਹੈ, ਨਾਮ ਨੇ ਕਿਰਪਾ ਕਰ ਦਿੱਤੀ ਹੈ। ਜੋ ਵਾਹਿਗੁਰੂ ਤੇ ਜੀਵ ਦੇ ਵਿੱਚ ਭੇਦ ਹੈ, ਅੰਤਰ ਪੜਦਾ, ਉਹ ਗਤ, ਉਹ ਤੁਸੀਂ ਨਾਸ਼ ਕਰਨ ਵਿੱਚ ਸਮਰੱਥ ਹੋ। ਜਿਹੜੇ ਵੀ ਗੁਰਸਿੱਖ ਆਪ ਜੀ ਦੀ ਸ਼ਰਨ ਵਿੱਚ ਆਉਂਦੇ ਹੋ, ਉਹਨਾਂ ਦਾ ਵਾਹਿਗੁਰੂ ਦਾ ਜੋ ਪਰਦਾ ਬਣਿਆ ਕਿ ਵਾਹਿਗੁਰੂ ਬੜਾ ਦੂਰ ਹੈ, ਦਿਖਦਾ ਨਹੀਂ ਹੈ, ਉਹ ਗਤ ਕਹੀਏ ਤੁਸੀਂ ਨਾਸ਼ ਕਰ ਦਿੰਦੇ ਹੋ। ਤੇਜ ਪੁੰਜ ਤੇ ਲੋਗ ਪਰਗਾਸੇ। ਆਪ ਦਾ ਤੇਜ ਪ੍ਰਤਾਪ ਐਸਾ ਪੁੰਜ ਕਹੀਏ ਸਮੂਹ ਭਾਰਾ ਹੈ, ਕੱਚਿਆ ਇੰਨਾ ਤੇਜ ਇਕੱਠਾ ਆਪ ਜੀ ਦੇ ਕੋਲ ਗਏ। ਜੋ ਤਿੰਨਾਂ ਲੋਕਾਂ ਨੂੰ, ਜਿੱਥੇ ਆਪਾਂ ਬੈਠੇ ਹਾਂ ਮਾਤ ਲੋਕ ਹੈ ਭਾਈ, ਜਿੱਥੇ ਦੇਵਤੇ ਵਸਦੇ ਨੇ ਉਹਨੂੰ ਸੁਰਗ ਲੋਕ ਕਹਿੰਦੇ, ਪਤਾਲ ਨਰ ਜਿੱਥੇ ਹੈ ਉਹ ਰਾਖਸ਼ ਲੋਕ ਹੈ, ਸੁਰ ਨਰ ਅਸੁਰ। ਇਹ ਤਿੰਨ ਲੋਕ ਹਨ। ਸਤਿਗੁਰੂ ਜੀ ਆਪ ਦੇ ਵਿੱਚ ਇਤਨਾ ਤੇਜ ਪ੍ਰਤਾਪ ਨਾਮ ਦਾ ਹੀ ਪ੍ਰਕਾਸ਼ ਹੈ ਭਾਈ। ਉਸ ਪ੍ਰਕਾਸ਼ ਨੂੰ ਇਹ ਬਾਣੀ ਵਿੱਚ ਲਿਖਿਆ, ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੈ ਨਾਦ ਬਨੋਦ ਕੋੜ ਆਨੰਦ। ਉਹ ਇੱਕ ਖੰਡ ਨੂੰ ਪ੍ਰਚੰਡ ਦੇਣ ਵਾਲਾ ਨਹੀਂ ਹੁੰਦਾ,
ਉਹ ਅਨੇਕਾਂ ਹੀ ਅਨੰਤਾਂ ਹੀ ਖੰਡਾਂ ਬ੍ਰਹਮੰਡਾਂ ਵਿੱਚ ਆਪ ਜੀ ਦੇ ਤੇਜ ਦਾ ਪ੍ਰਕਾਸ਼, ਆਪ ਜੀ ਦੇ ਗਿਆਨ ਦਾ ਪ੍ਰਕਾਸ਼ ਤਿਉਂ ਲੋਕ ਤਿੰਨਾਂ ਲੋਕਾਂ ਨੂੰ ਪ੍ਰਕਾਸ਼ ਕਰ ਰਹੇ ਨੇ। ਆਪ ਜੀ ਦੇ ਸਿੱਖ ਜਿਗਿਆਸੂ ਜੋ ਆਪ ਜੀ ਦੇ ਕੋਲ ਆਉਂਦੇ ਨੇ, ਆਪ ਐਸਾ ਗਿਆਨ ਬਖਸ਼ਦੇ ਨੇ ਜੋ ਤਿੰਨਾਂ ਗੁਣਾਂ ਦਾ, ਰਜੋ ਗੁਣ, ਤਮੋ ਗੁਣ, ਸਤੋ ਗੁਣ ਦਾ ਪ੍ਰਕਾਸ਼ ਉਹਨਾਂ ਨੂੰ ਗਿਆਨ ਦੇ ਦਿੰਦੇ। ਰਜੋ ਗੁਣ ਵਿੱਚ ਸਿੱਖ ਨੇ ਕਿਵੇਂ ਰਹਿਣਾ, ਤਮੋ ਗੁਣ ਵਿੱਚ ਕਿਵੇਂ ਰਹਿਣਾ, ਸਤੋ ਗੁਣ, ਇਹ ਤਿੰਨਾਂ ਅਵਸਥਾ ਨੂੰ ਗੁਰੂ ਮਹਾਰਾਜ ਦੇ ਨਾਮ ਦਾ ਜਿਹੜਾ ਗਿਆਨ ਹੈ ਨਾ ਗੁਰਮੁਖ ਪਿਆਰਿਓ, ਇਹ ਤਿੰਨ ਲੋਕ ਸਾਡੇ ਕੋਲ ਵੀ ਹੈਗੇ, ਬਾਲ ਜਵਾਨੀ ਅਰ ਬਿਰਧ ਪੁਨ ਤੀਨ ਅਵਸਥਾ ਜਾਨ। ਇਹ ਸਾਡੇ ਜੀਵਨ ਦੇ ਤਾਂ ਇਹੀ ਤਿੰਨ ਲੋਕ ਨੇ ਜੋ ਸਾਡੀਆਂ ਤਿੰਨ ਅਵਸਥਾ ਨੇ। ਉਹ ਵੀ ਤਿੰਨ ਅਵਸਥਾ ਹੀ ਨੇ। ਦੇਵਤਾ ਇੱਕ ਅਵਸਥਾ ਦਾ ਹੀ ਨਾਂ ਹੈ, ਰਾਖਸ਼ ਇੱਕ ਸਾਡੇ ਮਨ ਦੀ ਅਵਸਥਾ ਦਾ ਹੀ ਨਾਂ ਹੈ, ਤੇ ਗੁਰਮੁਖ ਪਿਆਰਿਓ ਮਾਤ ਲੋਕ ਜਿੱਥੇ ਆਪਾਂ ਬੈਠੇ ਹਾਂ ਇਹ ਵੀ ਮਾਤ ਲੋਕ ਇੱਕ ਅਵਸਥਾ ਰਹਿਣ ਦਾ ਹੀ, ਮਾਤ ਲੋਕ ਵਿੱਚ ਰਹਿਣਾ ਇਹੀ ਜੀ ਪ੍ਰਕਿਰਿਆ ਸਾਡੀ ਇੱਥੇ ਮਾਇਆ ਨਾਲ ਜੁੜੇ ਹੋਏ ਆ। ਉਹ ਜੋ ਵਾਹਿਗੁਰੂ ਦਾ ਪਰਮੇਸ਼ਰ ਦਾ ਗਿਆਨ ਗੁਰੂ ਰਾਮਦਾਸ ਪਾਤਸ਼ਾਹ ਨਾਮ ਦਾ ਪ੍ਰਕਾਸ਼ ਹੈ, ਉਹ ਬਾਲ ਅਵਸਥਾ ਵਿੱਚ ਵੀ ਪ੍ਰਕਾਸ਼ ਕਰਦਾ ਹੈ। ਦੇਖੋ ਤੁਹਾਡੇ ਸਾਹਮਣੇ 5 ਵਰਖ ਦੇ ਨਾਥ ਧਰੂ ਬਾਰਕ ਤੇ ਪ੍ਰਹਿਲਾਦ ਨੂੰ ਬਚਪਨ ਵਿੱਚ ਹੀ ਨਾਮ ਨੇ ਪ੍ਰਕਾਸ਼ ਕਰ ਦਿੱਤਾ। ਗੁਰਮੁਖ ਪਿਆਰਿਓ 5 ਮਹੀਨੇ ਹੀ ਭਗਤੀ ਕੀਤੀ ਹੈ ਧਰੂ ਨੇ ਸਾਰੀ। ਉਹ ਨਾਮ ਨਾਰਦ ਮੁੰਜੀ ਤੋਂ ਮਿਲਿਆ ਸੀ, ਉਹ ਬਚਪਨ ਦੀ ਅਵਸਥਾ ਵਿੱਚ ਗਿਆਨ ਦੇ ਗਿਆ ਗੁਰਸਿੱਖ ਪਿਆਰਿਓ। ਦੂਜੀ ਅਵਸਥਾ ਗੁਰਸਿੱਖ ਪਿਆਰਿਓ ਧੰਨਾ ਜੱਟ ਤੁਹਾਡਾ ਭਾਈ, ਉਹਨੂੰ ਐਨ ਜਵਾਨੀ ਦੇ ਵਿੱਚ ਜੋਬਨ ਵਿੱਚ ਐਨ ਖਲ ਬਾਉਂਦਾ ਸੀ, ਕਿਰਤ ਕਮਾਈ ਕਰਦਾ ਸੀ, ਬਾਲ ਬੱਚੇ ਸੀ, ਉਹਨੂੰ ਜੋਬਨ ਵਿੱਚ ਨਾਮ ਮਿਲਿਆ, ਤਰਲੋਚਨ ਜੀ ਤੋਂ ਪ੍ਰਕਾਸ਼ ਹੋ ਗਿਆ, ਉਹ ਜੋਬਨ ਵਿੱਚ ਹੀ ਰੱਬ ਨੂੰ ਮਿਲ ਗਏ ਗੁਰਸਿੱਖ ਪਿਆਰਿਓ। ਤੀਸਰੀ ਅਵਸਥਾ ਬਿਰਧ ਅਵਸਥਾ, ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੂੰ 72 ਸਾਲ ਦੀ ਉਮਰ ਵਿੱਚ ਨਾਮ ਮਿਲਿਆ ਸੀ। ਉਹਨਾਂ ਨੇ 72 ਸਾਲ ਦੀ ਉਮਰ ਵਿੱਚ ਆਪਣੀ ਨੂੰਹ ਤੋਂ ਬਾਣੀ ਸੁਣੀ ਸੀ, ਗੁਰੂ ਅੰਗਦ ਦੇਵ ਜੀ ਦੀ ਸੁਪੁੱਤਰੀ ਤੋਂ। ਫਿਰ ਦੇਖ ਲਓ 72 ਸਾਲ ਬਿਰਧ ਅਵਸਥਾ ਹੈ। ਇਹ ਜੋ ਵਾਹਿਗੁਰੂ ਦਾ ਨਾਮ ਹੈ ਇਹ ਨਹੀਂ ਦੇਖਦਾ ਬਾਲਪਣ ਜਾਂ ਬੁਰਧ ਹੈ ਜਾਂ ਬੁੱਢਾ ਹੈ ਗੁਰਸਿੱਖ ਪਿਆਰਿਓ, ਇਹਨੇ ਗਿਆਨ ਪ੍ਰਕਾਸ਼ ਦੇ ਦੇਣਾ। ਇਹ ਟਿਊਬਾਂ ਮਚਦੀਆਂ ਨੇ, ਇਹ ਕਦੇ ਨਹੀਂ ਦੇਖਦੀਆਂ ਇੱਥੇ ਬੱਚਾ ਆਇਆ ਇੱਕ ਬੁੜਾ ਆਇਆ ਹੈ, ਅੱਜ ਕਹੇ ਆਖੋ ਸਤਨਾਮ, ਇਹ ਤਾਂ ਪ੍ਰਕਾਸ਼ ਦੇ ਰਹੀਆਂ ਨੇ। ਜਵਾਨ ਆ ਜਾਵੇ ਤਾਂ ਵੀ ਰੋਸ਼ਨੀ ਮਿਲ ਰਹੀ ਹੈ, ਬਿਰਧ ਆ ਜਾਵੇ ਤਾਂ ਵੀ ਮਿਲ ਰਹੀ ਹੈ, ਜੇ ਇੱਥੇ ਬੱਚਾ ਆ ਗਿਆ ਉਹਨੂੰ ਵੀ ਰੋਸ਼ਨੀ ਮਿਲ ਰਹੀ ਹੈ। ਉਹ ਤੇਜ ਲੋਕ ਤੇ ਉਹ ਲੋਕ ਪ੍ਰਕਾਸ਼ੇ। ਤੁਹਾਡਾ ਜੋ ਨਾਮ ਦਾ ਤੇਜ ਪ੍ਰਤਾਪ ਹੈ ਗੁਰੂ ਰਾਮਦਾਸ ਜੀ, ਇਹਨੇ ਤਿੰਨਾਂ ਲੋਕਾਂ ਨੂੰ ਪ੍ਰਕਾਸ਼ ਕੀਤਾ ਹੋਇਆ, ਗਿਆਨ ਦਿੱਤਾ ਹੈ। ਦੇਖਤ ਦਰਸ ਭਟਕ ਭ੍ਰਮ ਭਜਤ। ਤੇ ਤੁਹਾਡੇ ਦਰਸ਼ਨ ਕੈਸੇ ਨੇ? ਜੋ ਤੁਹਾਡੇ ਦਰਸ਼ਨ ਕਰਦੇ ਨੇ ਉਹ ਭਰਮ ਜੋ ਭਟਕਾਉਂਦਾ ਫਿਰਦਾ ਸਾਨੂੰ ਗੁਰਮੁਖ ਪਿਆਰਿਓ। ਭਟਕਿਆ ਹੋਇਆ ਆਪਾਂ ਕਹਿੰਦੇ ਨਹੀਂ, ਇਹ ਭਟਕ ਗਿਆ, ਆਪਣੇ ਰਾਹ ਤੋਂ ਹਿਲ ਜਾਣਾ, ਥਾਂ ਤੋਂ ਹਿਲ ਜਾਣਾ, ਭਟਕਿਆ ਹੋਇਆ ਆਪਾਂ ਕਹਿੰਦੇ। ਉਹ ਭਟਕਦਾ ਕਾਹਦਾ ਹੈ ਬੰਦਾ? ਜਦੋਂ ਭਰਮ ਪੈਂਦਾ। ਆਪਾਂ ਵੀ ਭਾਈ ਭਰਮ ਵਿੱਚ ਭਟਕੇ ਹੋਏ ਆ ਕਿ ਸਦਾ ਹੀ ਇੱਥੇ ਰਹਿਣਾ ਹੈ, ਇਹ ਸਭ ਕੁਝ ਮੇਰਾ ਹੀ ਹੈ। ਇਹ ਭਰਮ ਵਿੱਚ ਭਟਕੇ ਹੋਏ ਆ ਆਪਾਂ ਜੀਵ ਸਾਰੇ, ਪਦਾਰਥਵਾਦ ਦੇ ਜੀਵਨ ਦੇ ਭਟਕੇ ਹੋਏ ਲੋਕ ਵੀ ਕਿੱਥੇ ਟਿਕਾ ਹੁੰਦਾ? ਭਟਕਿਆ ਹੋਇਆ ਕਦੇ ਨਹੀਂ ਟਿਕਦਾ ਹੁੰਦਾ। ਇਸ ਕਰਕੇ ਟਿਕਾ ਸਹਿਜ ਅਵਸਥਾ ਸਾਤੋਂ ਦੂਰ ਹੋ ਗਈ ਹੈ। ਭਰਮ ਪੈ ਗਿਆ ਸਭ ਕੁਝ ਮੇਰਾ ਹੀ ਹੈ, ਮੇਰੀ ਓ ਇੱਜ਼ਤ ਹੋਵੇ, ਮੈਂ ਹੀ ਵੱਡਾ ਹੋਵਾਂ। ਇਹ ਭਰਮ ਵਿੱਚ ਭਟਕੇ ਹੋਏ ਲੋਕ ਤੁਹਾਡੇ ਕੋਲ ਆਉਂਦੇ ਨੇ ਸਤਿਗੁਰੂ ਜੀ, ਉਹਨਾਂ ਦਾ ਤੁਸੀਂ ਭਰਮ ਇੱਕ ਪਲ ਵਿੱਚ, ਜੋ ਭਰਮ ਵਿੱਚ ਭਟਕੇ ਹੋਏ ਲੋਕ ਨੇ ਉਹ ਤੁਸੀਂ ਭੈ ਕੱਟ ਦਿੰਦੇ ਨੇ, ਉਹ ਭਟਕ ਤੁਸੀਂ ਪਲ ਵਿੱਚ ਉਹਨਾਂ ਦਾ ਭਰਮ ਦੂਰ ਕਰ ਦਿੰਦੇ ਹੋ। ਤੁਹਾਡੇ ਕੋਲ ਐਸਾ ਗਿਆਨ ਹੈ। ਦੁੱਖ ਪਰ ਹਰ ਸੁਖ ਸਹਿਜ ਵਿਗਾਸੇ। ਤੇ ਉਹਨਾਂ ਦੇ ਦੁੱਖ ਪਰ ਹਰ ਕਹੀਏ ਪਰੇ ਹੋ ਜਾਣ। ਹਰ ਨਾਮ ਨਾਸ ਦਾ ਵੀ ਹੈ ਗੁਰਮੁਖ ਪਿਆਰਿਓ, ਹਰਨ ਨਾਸ ਕਰਨਾ। ਉਹਨਾਂ ਦੇ ਤੁਹਾਡੇ ਦਰਸ਼ਨ ਤੋਂ ਤੁਹਾਡੇ ਗਿਆਨ ਤੋਂ ਸਾਰੇ ਦੁੱਖ ਨੇ ਦੇ ਗੁਰਸਿੱਖ ਪਿਆਰਿਓ, ਦੇ ਨਾਲ ਦੁੱਖਾਂ ਦਾ ਸੰਬੰਧ ਹੈ। ਪੰਡਤ ਗੁਲਾਬ ਸਿੰਘ ਜੀ ਮਹਾਰਾਜ ਮੋਕਸ਼ ਪੰਥ ਵਿੱਚ ਬਚਨ ਕਰਦੇ ਨੇ, ਸਗਲ ਦੁੱਖ ਕੋ ਕਾਰਨ ਦੇ। ਸਾਰੇ ਦੁੱਖਾਂ ਦਾ ਕਾਰਨ ਸਾਡਾ ਦੇਹ ਹੈ ਗੁਰਸਿੱਖ ਪਿਆਰਿਓ। ਪਾਲਾ ਇਹਨੂੰ ਲੱਗਦਾ ਹੈ, ਭੁੱਖ ਇਹਨੂੰ ਲੱਗਦੀ ਹੈ, ਸੁੰਦਰਤਾ ਇਹ ਦੇਹ ਚਾਹੁੰਦੀ ਹੈ ਮੈਂ ਸਾਫ਼ ਸੁਥਰਾ ਹੋਵਾਂ, ਕੋਠੀ ਇਹ ਦੇਹ ਚਾਹੁੰਦੀ ਹੈ, ਬਾਲ ਭੱਜੇ ਦੇਹ ਚਾਹੁੰਦੀ ਹੈ ਗੁਰਸਿੱਖ ਪਿਆਰਿਓ। ਇਹ ਸਾਰੇ ਦੁੱਖਾਂ ਦਾ ਕਾਰਨ ਹੈ, ਸਾਡੀ ਦੇਹ ਹੈ ਗੁਰਸਿੱਖ ਪਿਆਰਿਓ। ਜਿੰਨੇ ਦੁੱਖ ਨੇ ਉਹਨਾਂ ਦਾ ਕਾਰਨ ਤੋਂ ਕਾਰਜ ਪੈਦਾ ਹੋ ਜਾਂਦਾ ਹੈ। ਸਤਿਗੁਰ ਗੁਰੂ ਰਾਮਦਾਸ ਮਹਾਰਾਜ ਭਟਕਦੇ ਦੁੱਖਾਂ ਦੇ ਵਿੱਚ ਲੋਕ ਤੁਹਾਡੇ ਕੋਲ ਆਉਂਦੇ ਹੈ, ਉਹਨਾਂ ਦੇ ਤੁਸੀਂ ਸਰੀਰਕ ਦੁੱਖ ਵੀ ਦੂਰ ਕਰਦੇ ਹੋ। ਜਦੋਂ ਗਿਆਨ ਬਖਸ਼ਦੇ ਹੋ ਤੁਹਾਡੇ ਦਰਸ਼ਨਾਂ ਤੋਂ ਦਰਸ਼ਨ ਪਰਸੀਏ ਗੁਰੂ ਕੇ ਜਨਮ ਮਰਨ ਦੁੱਖ ਜਾਏ। ਜਨਮ ਦਾ ਇੱਥੇ ਸਰੀਰਕ ਦੁੱਖ, ਮਰਨ ਅੱਗੇ ਜਿਹੜਾ ਕਾਲ ਦਾ ਸਾਨੂੰ ਅੱਗੇ ਗੁਰਮੁਖ ਪਿਆਰਿਓ ਜਮਾਂ ਨੇ ਦੇਣਾ, ਉਹ ਵੀ ਗੁਰੂ ਦੇ ਦਰਸ਼ਨਾਂ ਤੋਂ। ਦੇਖਤ ਦਰਸ ਭਟਕ ਭਰਮ ਭਜਤ।
ਤੁਹਾਡੇ ਦਰਸ਼ਨ ਕਰਨ ਤੋਂ ਭਟਕੇ ਹੋਏ ਲੋਕ ਗੁਰਸਿੱਖ ਪਿਆਰਿਓ ਫੇਰ ਪੜਿਓ। ਦੁੱਖ ਪਰ ਹਰ ਸੁਖ ਸਹਿਜ ਵਿਗਾਸੇ। ਬਾਜਾ ਦੁੱਖ ਦੂਰ ਹੋ ਜਾਣ ਗੁਰਮੁਖ ਪਿਆਰਿਓ ਫੇਰ ਹੀ ਟਿਕਾ ਆਉਣਾ, ਫੇਰ ਹੀ ਸਹਿਜ ਵਿੱਚ ਨਿਵਾਸ ਹੋਣਾ। ਭਾਵ ਦੂਜਾ ਇਹ ਸਹਿਜ ਨਿਵਾਸੇ, ਸਹਿਜ ਨਾਮ ਹੈ ਗਿਆਨ ਦਾ। ਉਹ ਗੁਰਸਿੱਖ ਜਿਹੜਾ ਨੇ ਤੁਹਾਡੋਂ ਉਪਦੇਸ਼ ਲੈ ਕੇ ਗਿਆਨ ਵਿੱਚ ਨਿਵਾਸ ਕਰ ਲਿਆ, ਗਿਆਨਵਾਨ ਹੋ ਗਏ ਹਨ। ਉਹ ਗਿਆਨ ਹੀ ਦੁੱਖਾਂ ਨੂੰ ਕੱਟਣ ਦਾ ਸਾਧਨ ਹੈ। ਗਿਆਨ ਕਿਵੇਂ ਕੱਟਦਾ ਗੁਰਸਿੱਖ ਪਿਆਰਿਓ? ਗਿਆਨਵਾਨ ਨੂੰ ਜਦੋਂ ਦੁੱਖ ਆਊਗਾ ਉਹ ਦੁੱਖ ਨਹੀਂ ਮੰਨੂਗਾ, ਵਾਹਿਗੁਰੂ ਦੀ ਰਜ਼ਾ ਮੰਨੂਗਾ। ਇਹ ਮੇਰਾ ਕੋਈ ਉਦਾਹਰ ਉਤਰ ਰਿਹਾ, ਮੈਂ ਕਿਸੇ ਨੂੰ ਦੁੱਖ ਦਿੱਤਾ ਤਾਂ ਦੁਖੀ ਹੋ ਰਹੇ ਹਾਂ। ਮਹਾਰਾਜ ਮਹਾਤਮਾ ਬੁੱਝੀ ਬਹੁਤ ਵੱਡੇ ਇਕੱਠ ਵਿੱਚ ਲੈਕਚਰ ਕਰਦੇ ਸੀ ਬੈਠੇ, ਗਿਆ ਦੇ ਵਿੱਚ ਬਹੁਤ ਵੱਡਾ ਇਕੱਠ ਸੀ, ਭਿਕਸ਼ੂ ਬੈਠੇ ਸੀ। ਕੋਈ ਮੇਰੇ ਵਰਗਾ ਮੂਰਖ ਆਇਆ ਤੇ ਕਥਾ ਕਰਦਿਆਂ ਦੇ ਉੱਤੇ ਜਾ ਕੇ ਥੁੱਕ ਦਿੱਤਾ ਸਟੇਜ ਉੱਤੇ, ਮਹਾਤਮਾ ਬੁੱਝੀ ਦੇ ਉੱਤੇ ਉੱਪਰ ਥੁੱਕਤਾ ਜਾ ਕੇ ਸਟੇਜ ਦੇ ਉੱਤੇ। ਤੇ ਉਹਨਾਂ ਦੇ ਭਿਕਸ਼ੂ ਸਾਰੇ ਗੁੱਸੇ ਹੋਣੇ ਸੀ, ਚੇਲੇ ਚਾਟੜੇ। ਮਹਾਤਮਾ ਬੁੱਝੀ ਕਹਿੰਦੇ ਬੈਠੋ ਸ਼ਾਂਤੀ ਨਾਲ, ਇਹਨੂੰ ਕੁਝ ਨਹੀਂ ਕਹਿਣਾ। ਉਹ ਭਿਕਸ਼ੂ ਕਹਿਣ ਲੱਗੇ ਐਡਾ ਬੁਰਾ ਕੰਮ ਕੀਤਾ, ਇਹਨੂੰ ਕਹਿਣਾ ਕਿਉਂ ਨਹੀਂ? ਉਹ ਕਹਿੰਦੇ ਬੁਰਾ ਨਹੀਂ ਕੀਤਾ, ਇਹਨੂੰ ਸਮਝ ਲਓ ਤੁਹਾਡੇ ਕੰਮ ਆਊਗੀ। ਇਹ ਆ ਤਾਂ ਮੈਂ ਪਿਛਲੇ ਜਨਮ ਵਿੱਚ ਇਹਦੀ ਬੇਇੱਜ਼ਤੀ ਕੀਤੀ, ਇਹਨੇ ਮੇਰਾ ਉਧਾਰ ਤਾਰੇ, ਤਾਂ ਵੀ ਮੈਂ ਹੌਲਾ ਹੋ ਗਿਆ। ਕਿਉਂਕਿ ਦੱਦਾ ਦੋਸ਼ ਨਾ ਦੇਈ ਕਿਸੇ ਦੋਸ਼ ਕਰਮਾ ਆਪਣੇ। ਜੇ ਭਾਈ ਮੈਂ ਇਹਦੇ ਨਾਲ ਕੀਤਾ ਨਹੀਂ, ਇਹਨੇ ਮੇਰੇ ਨਾਲ ਨਵਾਂ ਕੀਤਾ, ਇਹਨੂੰ ਵਾਹਿਗੁਰੂ ਅਗਲੇ ਜਨਮ ਵਿੱਚ ਦੇ ਦੂਗਾ। ਤੁਸੀਂ ਕਾਹਨੂੰ ਡਾਂਗਾ ਚੱਕਦੇ ਆਖੋ ਸਤਨਾਮ। ਉਹ ਗਿਆਨਵਾਨ ਇੱਥੇ ਪੁੱਜ ਜਾਂਦਾ। ਸ੍ਰੀ ਗੁਰੂ ਅਮਰਦਾਸ ਬੈਠੇ ਸੀ ਤਖਤ ਦੇ ਉੱਤੇ, ਗੁਰੂ ਅੰਗਦ ਦੇਵ ਜੀ ਦੇ ਪੁੱਤਰ ਨੇ ਲੱਤ ਮਾਰੀ ਆ ਕੇ, ਸਟੇਜ ਤੋਂ ਹੇਠ ਗੇਰਤੇ ਸੀ ਗੁਰੂ ਅਮਰਦਾਸ ਮਹਾਰਾਜ ਲੱਤ ਮਾਰ ਕੇ। ਉੱਥੇ ਗਿਆਨ ਦਾ ਪ੍ਰਕਾਸ਼ ਸੀ, ਗੁੱਸਾ ਹੋਇਆ ਹੀ ਨਹੀਂ। ਕਹਿੰਦੇ ਗੁਰੂ ਅਮਰਦਾਸ ਜੀ ਕਹਿਣ ਲੱਗੇ ਭਾਈ ਦਾਤੂ ਜੀ ਨੂੰ, ਤੁਸੀਂ ਗੁਰੂ ਦੇ ਸੁਪੁੱਤਰ ਹੋ, ਤੁਸੀਂ ਜੋਬਨ ਵਿੱਚੋਂ, ਤੁਹਾਡੇ ਸਰੀਰ ਦੇ ਅੰਗ ਕੋਮਲ ਨੇ, ਅਸੀਂ ਬੁੱਢੇ ਹੱਡਾਂ ਦੇ ਸਾਡੇ ਕੈੜੇ ਹੋ ਗਏ ਪੱਥਰਾਂ ਵਰਗੇ। ਤੁਹਾਡਾ ਪੈਰ ਮੇਰੇ ਨਾਲ ਵੱਜ ਕੇ ਸੱਟ ਵੱਜੀ ਹੋਊਗੀ, ਲਿਆਓ ਮਾਲਸ਼ ਕਰ ਦਵਾਂ ਇਹਦੀ। ਇਹ ਜਿੱਥੇ ਗਿਆਨ ਹੈ ਉੱਥੇ ਸਹਿਜ ਪ੍ਰਕਾਸ਼, ਗਿਆਨ ਦਾ ਪ੍ਰਕਾਸ਼ ਜਿੱਥੇ ਹੋਵੇ, ਉਸੇ ਨੂੰ ਨੌਵੇਂ ਪਾਤਸ਼ਾਹ ਨੇ ਕਿਹਾ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੇ, ਸੁਖ ਸਨੇਵਾਰ ਭੈਣੇ ਜਾ ਕੇ। ਗਿਆਨ ਪ੍ਰਕਾਸ਼ ਵਿੱਚ ਹੀ ਗੁਰਮੁਖ ਪਿਆਰਿਓ ਕਿਸੇ ਦਾ ਕਿਹਾ ਸਹਾਰਿਆ ਜਾਂਦਾ ਹੈ। ਅਸੀਂ ਆਪਣੀ ਬੇਇੱਜ਼ਤੀ ਨਹੀਂ ਸਮਝਾਂਗੇ। ਇੱਥੇ ਤਾਂ ਮਾਂ-ਬਾਪ ਦਾ ਵੀ ਕਿਹਾ ਨਹੀਂ ਅਸੀਂ ਸਹਾਰਦੇ, ਅਗਿਆਨਤਾ ਜੜਤਾ ਵਿੱਚ ਆਏ ਹੋਏ ਹਾਂ। ਕਿਸੇ ਦਾ ਤਾਂ ਸਹਾਰਨੇ ਕੀ ਹੈ? ਉਹ ਗੁਰੂ ਦੇ ਦਰਸ਼ਨ ਕਰਨ ਵਾਲੇ ਗੁਰੂ ਰਾਮਦਾਸ ਜੀ ਉਹ ਸਹਿਜ ਵਿੱਚ ਨਿਵਾਸ ਕਰਦੇ ਨੇ, ਸਦਾ ਹੀ ਸਹਿਜ ਅਵਸਥਾ ਵਿੱਚ ਰਹਿੰਦੇ ਨੇ। ਜੇ ਦੁੱਖ ਆਉਂਦਾ ਤੇਰਾ ਭਾਣਾ ਹੈ, ਜੇ ਸੁੱਖ ਆਉਂਦਾ ਤੇਰੀ ਵਡਿਆਈ ਹੈ, ਤੇਰੀ ਦਾਤ ਹੈ। ਉਹਨੂੰ ਕਦੇ ਵੀ ਆਪਣੇ ਨਾਲ ਨਹੀਂ ਜੋੜਦੇ। ਸੇਵਕ ਸਿੱਖ ਸਦਾ ਅਤ ਲੋਭਿਤ। ਤੁਹਾਡੇ ਦਰਸ਼ਨਾਂ ਨੂੰ, ਤੁਹਾਡੇ ਬਚਨ ਸੁਣਨ ਨੂੰ, ਤੁਹਾਡੇ ਗਿਆਨ ਪ੍ਰਕਾਸ਼ ਲੈਣ ਵਾਸਤੇ ਸੇਵਕ ਜਿਹੜੇ ਦਾਸਾ ਭਾਵ ਰੱਖਦੇ ਹਨ, ਸਿੱਖ ਜੋ ਸਿੱਖਿਆ ਲੈਣ ਵਾਲੇ ਹਨ, ਸਿੱਖ ਰਹੇ ਹਨ, ਉਹ ਲੁਭਤ ਲੁਭਾਏਮਾਨ ਨੇ। ਲੁਭਤ ਹੋ ਜਾਣਾ, ਲੁਭਾਏਮਾਨ ਹੋ ਜਾਣਾ। ਆਲ ਸਮੂਹ ਜਿਉ ਕੁਸਮ ਸਬਾਸੇ। ਕਿਵੇਂ ਸਿੱਖ ਸੰਗਤਾਂ ਲੁਭਾਏਮਾਨ ਨੇ ਤੁਹਾਡੀ ਸਿੱਖਿਆ ਲੈਣ ਵਾਸਤੇ, ਦਰਸ਼ਨ ਕਰਨ ਵਾਸਤੇ, ਤੁਹਾਤੋਂ ਗਿਆਨ ਲੈਣ ਵਾਸਤੇ। ਆਲ ਸਮੂਹ, ਅਲ ਨਾਮ ਹੈ ਭਵਰੇ ਦਾ ਗੁਰਮੁਖ ਪਿਆਰਿਓ। ਅਲੀ ਅਲ ਗੁੰਜਾਤ ਹੈ, ਮਹਾਰਾਜ ਦੀ ਬਾਣੀ ਵਿੱਚ ਸ਼ਬਦ ਆਇਆ। ਅਲੀ ਅਲ ਭਵਰਾ ਤੇ ਭਵਰੀ, ਉੱਥੇ ਦੋਹਾਂ ਦਾ ਨਾਂ ਇਕੱਠਾ ਲਿਖਿਆ। ਅਲੀ ਅਲ ਗੁੰਜਾਤ ਹੈ, ਉਹ ਗੂੰਜਾਂ ਪਾਉਂਦੇ ਨੇ। ਅਲ ਸਮੂਹ ਜਿਉ ਕੁਸਮ ਸੁਬਾਸੇ, ਕੁਸਮ ਨਾਮ ਹੈ ਕਮਲ ਫੁੱਲ ਦਾ, ਫੁੱਲਾਂ ਦਾ। ਸੁਬਾਸ ਕਹੀਏ ਸ੍ਰੇਸ਼ਟ ਵਾਸ਼ਨਾ। ਉਹ ਜਿਹੜੇ ਜਿਵੇਂ ਚੰਗੇ ਚੰਗੇ ਭੌਰੇ ਤੇ ਭੌਰੀਆਂ ਆ ਕੇ ਸ਼ੁਭ ਵਾਸ਼ਨਾ ਲੈਣ ਵਾਸਤੇ ਕਮਲਾਂ ਤੇ ਬੈਠਦੇ ਹਨ, ਘੁੰਮਦੇ ਨੇ, ਗੂੰਜਾਂ ਪਾਉਂਦੇ ਨੇ, ਆਨੰਦ ਹੁੰਦੇ ਨੇ। ਇਸ ਤਰ੍ਹਾਂ ਸੇਵਕ ਤੇ ਸਿੱਖ ਗੁਰੂ ਰਾਮਦਾਸ ਮਹਾਰਾਜ ਜੀ ਤੁਹਾਡੇ ਦਰਸ਼ਨ, ਤੁਹਾਡੇ ਉਪਦੇਸ਼ ਦੀ, ਤੁਹਾਡੇ ਗਿਆਨ ਦੀ ਸ਼ੁਭ ਵਾਸ਼ਨਾ ਲੈਣ ਵਾਸਤੇ, ਇਸ ਵਾਸ਼ਨਾ ਵਿੱਚ ਆਨੰਦ ਮੰਗਲ ਹੋਣ ਵਾਸਤੇ ਸਿੱਖ ਸੰਗਤਾਂ ਭਵਰਾ ਰੂਪ ਹੋ ਕੇ ਤੁਹਾਡੇ ਆਲੇ ਦਾਲੇ ਲੁਭਾਏਮਾਨ ਹਨ। ਵਿਦਿਆਮਾਨ ਗੁਰ ਆਪ ਥਪੋ ਥਿਰ। ਵਿਦਿਆਮਾਨ ਗੁਰ ਆਪ ਥਪਿਓ ਥਿਰ। ਇਹ ਗੁਰੂ ਰਾਮਦਾਸ ਜੀ ਜਿਹੜੀ ਤੁਹਾਨੂੰ ਪਦਵੀ ਮਿਲੀ ਹੈ ਵਿਦਤ, ਵਿਦਤ ਕਹਿੰਦੇ ਪ੍ਰਗਟ ਨੂੰ ਜ਼ਾਹਰ, ਜੋ ਸਾਰੇ ਜੱਗ ਵਿੱਚ ਮਸ਼ਹੂਰ ਹੋਵੇ। ਆਪ ਦੀ ਪਦਵੀ ਕੋਈ ਅੰਬਰਸਰੇ ਨਹੀਂ ਹੈ, ਚਾਰੇ ਯੁੱਗਾਂ ਵਿੱਚ, ਲੋਕ ਪਰਲੋਕ ਵਿੱਚ ਆਪ ਦੀ ਸ਼ੋਭਾ। ਇਹ ਜਿਹੜੀ ਸ਼ੋਭਾ ਤੁਹਾਨੂੰ ਮਿਲੀ ਹੈ, ਇਹ ਆਪ ਥਪਿਓ ਥਿਰ। ਸ੍ਰੀ ਗੁਰੂ ਅਮਰਦਾਸ ਜੀ ਨੇ ਆਪ ਤੁਹਾਨੂੰ ਸਥਾਪਿਤ ਕੀਤਾ ਆਪਣੇ ਹੁੰਦੇ ਹੁੰਦੇ। ਇਹ ਕਿਸੇ ਦੀ ਐਵੇਂ ਦਿੱਤੀ ਹੋਈ ਚੀਜ਼ ਨਹੀਂ, ਗੁਰੂ ਦੀ ਦਿੱਤੀ ਹੋਈ ਗੁਰਗੱਦੀ ਹੈ। ਇਹ ਵਿਦਿਆਮਾਨ ਪ੍ਰਗਟ ਜੋ ਗੁਰੂ ਨਾਨਕ ਦੀ ਗੱਦੀ ਹੈ, ਪ੍ਰਗਟ ਪਈ ਸਗਲੇ ਜੁਗ ਅੰਤਰ ਗੁਰੂ ਨਾਨਕ ਕੀ ਵਡਿਆਈ। ਇਹ ਤੁਹਾਨੂੰ ਗੁਰੂ ਅਮਰਦਾਸ ਜੀ ਨੇ ਆਪ ਸਥਾਪਨ ਕੀਤਾ ਹੈ। ਸਾਚੂ ਤਖਤ ਗੁਰੂ ਰਾਮਦਾਸ। ਇਹ ਕਾਹਦਾ ਤਖਤ ਹੈ ਗੁਰਮਤਿ ਪਿਆਰਿਓ? ਗੁਰੂ ਨਾਨਕ ਦਾ ਦਰ ਸੱਚਾ ਤਖਤ।
ਹੋਰ ਬਾਕੀ ਤਾਂ ਝੂਠੇ। ਕਿੰਨੇ ਰਾਜੇ ਮਾਝਾ ਰਾਜੇ ਹੋਲੇ ਗੁਰਸਿੱਖ ਪਿਆਰਿਓ, ਸਭ ਖਾਕ ਰਲ ਗਏ। ਕਿਸੇ ਨੂੰ ਦੇਖੋ ਦਿੱਲੀ ਆਗਰੇ ਜਾ ਕੇ ਕਿੱਡੇ ਕਿੱਡੇ ਮਕਬਰੇ ਬਣੇ ਨੇ ਗੁਰਸਿੱਖ ਪਿਆਰਿਓ, ਅਰਬਾਂ ਰੁਪਈਏ ਲੱਗੇ ਪਏ ਨੇ। ਔਰੰਗਜ਼ੇਬ ਦੀ ਕਬਰ ਬਣੀ ਹੋਈ ਹੈ, ਜਹਾਂਗੀਰ ਦੀ ਕਬਰ ਹੈ ਗੁਰਸਿੱਖ ਪਿਆਰਿਓ, ਕੋਈ ਜਾ ਕੇ ਦੀਵਾ ਵੀ ਨਹੀਂ ਜਗਾਉਂਦਾ। ਪਰ ਸੱਚਾ ਤਖਤ ਹੈ ਜਿਹਨੇ ਕਤਲ ਕਰਵਾਇਆ ਗੁਰੂ ਤੇਗ ਬਹਾਦਰ ਜੀ ਨੂੰ, ਉਸੇ ਦਿੱਲੀ ਵਿੱਚ 1,15,20,000 ਤੱਕ ਐਵਰੇਜ ਹੈ ਬੰਦੇ ਦੀ ਹਰ ਰੋਜ਼ ਮੱਥਾ ਟੇਕਣ ਦੀ ਸੀਸਗੰਜ। ਨੋਟ ਕਰ ਲਿਓ, ਐਵਰੇਜ 1,00,000 ਤੋਂ ਉੱਪਰ ਬੰਦਾ ਇੱਕ ਦਿਨ ਵਿੱਚ 24 ਘੰਟੇ ਵਿੱਚ ਮੱਥਾ ਟੇਕਦਾ ਸੀਸਗੰਜ ਜਾ ਕੇ। ਉਹ ਸਾਚੋ ਤਖਤ ਹੈ। ਉਹ ਔਰੰਗਜ਼ੇਬ ਦਾ ਤਖਤ ਦਾ ਕਿਸੇ ਨੂੰ ਮੜੀ ਦਾ ਵੀ ਪਤਾ ਨਹੀਂ ਕਿੱਥੇ ਹੈ ਗੁਰਸਿੱਖ ਪਿਆਰੇ। ਇਹ ਸੱਚਾ ਤਖਤ ਬਖਸ਼ਿਆ ਸਾਨੂੰ, ਹਰ ਸੱਚੇ ਤਖਤ ਰਚਾਇਆ ਸਤ ਸੰਗਤ ਮੇਲਾ। ਇਹ ਗੁਰੂ ਮਹਾਰਾਜ ਦਾ ਤਖਤ, ਗੁਰੂ ਨਾਨਕ ਦੀ ਗੱਦੀ ਦਾ ਭਾਈ, ਕਿਉਂਕਿ ਆਪ ਨਰੈਣ ਕਲਾਤਾਰ। ਇਹ ਕੋਈ ਭੇਜਿਆ ਹੋਇਆ ਨਹੀਂ ਆਇਆ, ਇਹ ਆਪ ਅਕਾਲ ਪੁਰਖ ਆਪਣਾ ਰੂਪ ਧਾਰਨ ਕਰਕੇ ਆਏ। ਤਾਰੋ ਸੰਸਾਰ ਮਾਇਆ ਮਦ ਮੋਹ, ਤਾਰਿਓ ਸੰਸਾਰ ਮਾਇਆ ਮਦ ਮੋਹ। ਤੇ ਗੁਰੂ ਰਾਮਦਾਸ ਮਹਾਰਾਜ ਤੁਸੀਂ ਕਿਰਪਾ ਕਰ ਦਿੱਤਾ ਜੋ ਮਾਇਆ ਦੇ ਮੋਹ ਵਿੱਚ ਡੁੱਬੇ ਹੋਏ ਸਨ। ਮਾਇਆ ਮੋਹ ਸੰਸਾਰ, ਮਾਇਆ ਵਿੱਚ ਕੌਣ ਡੁਬੋਇਆ? ਗੁਰ ਮਾਇਆ ਮੋਹੇ ਦੇਵੀ ਸਭ ਦੇਵ। ਆਪਾਂ ਹੀ ਨਹੀਂ, ਦੇਵੀ ਦੇਵਤੇ ਵੀ ਮੋਹੇ ਗਏ ਗੁਰਸਿੱਖ ਪਿਆਰੇ। ਮਾਇਆ ਐਸੀ ਮੋਹਣੀ ਭਾਈ, ਜੇਤੇ ਜੀ ਤੇਤੇ ਡਹਿਕਾਈ, ਡਹਿਕ ਜਾਣਾ, ਪੈਰ ਹਿਲ ਜਾਣਾ। ਇਹ ਐਸੀ ਮੋਹਣੀ ਹੈ, ਇਹ ਸਾਰਿਆਂ ਦੇ ਪੈਰ ਹਿਲਾ ਦਿੰਦੀ ਹੈ ਗੁਰਸਿੱਖ ਪਿਆਰਿਓ। ਇਹ ਨਹੀਂ ਰਹਿਣ ਦਿੰਦੀ। ਇਨ ਮਾਇਆ ਜਗਦੀਸ਼ ਗੁਸਾਈ, ਤੁਮਰੇ ਚਰਨ ਵਿਸਾਰੇ, ਕਿੰਚਿਤ ਪ੍ਰੀਤ ਨਾ ਉਪਜੇ। ਇਹ ਪਿਆਰ ਕਿਆ ਕਰਨ ਲੋਕ? ਗੁਰੂ ਮਹਾਰਾਜ ਕਹਿੰਦੇ ਇਹਨੇ ਤਾਂ ਬ੍ਰਹਮਾ ਵਿਸ਼ਨੂੰ ਆਦਿਕ ਤੇ ਜੀਵਾਂ ਦੀ ਵੀ ਗਿਣਤੀ ਕੀਤੀ ਮਹਾਰਾਜ ਨੇ। ਤੇ ਮਾਜਾਰ ਗਾਡਰ ਅਰ ਡੂਬਰਾ, ਬਿਰਖ ਫੂਲ ਮਾਇਆ ਮੈਂ ਪਰ। ਮਾਜਾਰ ਕਹਿੰਦੇ ਗੁਰਮੁਖ ਪਿਆਰਿਓ ਫਾਰਸੀ ਵਿੱਚ ਬਿੱਲੇ ਨੂੰ, ਗਾਡਰ ਕਹਿੰਦੇ ਗਿੱਦੜ ਨੂੰ, ਲੂੰਬੜਾ ਕਹੀਏ ਲੂੰਬੜ। ਇਹ ਵੀ ਦੇਖੋ ਮਾਇਆ ਵਿੱਚ ਕਿਵੇਂ ਪ੍ਰਵਿਰਤ ਹੈ, ਬੱਚਿਆਂ ਦੀ ਮਾਇਆ ਵਿੱਚ ਕਿਵੇਂ ਮਰਦੇ ਫਿਰਦੇ ਆ ਦਿਨ ਰਾਤ। ਆਪ ਭੁੱਖੇ ਰਹਿੰਦੇ ਨੇ, ਚੋਗਾ ਚਿੜੀਆਂ ਲਿਆ ਕੇ 20 ਪੈਂਦੇ ਚ ਵੀ ਦਨੀਆਂ ਬੱਚਿਆਂ ਨੂੰ। ਤੋਰੇ ਉਸ਼ਟ ਮਾਇਆ ਮੈਂ ਪਹਿਲਾ, ਤੁਰੇ ਹਾਥੀ ਘੋੜੇ ਉਸ਼ਟ, ਊਂਟਾਂ ਦਾ ਵੀ ਨਾਂ ਲਿਖ ਦਿੱਤਾ ਮਾਇਆ ਵਿੱਚ ਮਹਾਰਾਜ ਨੇ। ਇਹ 84 ਲੱਖ ਜੀਵ ਮਾਇਆ ਵਿੱਚ ਮੋਹਤ ਹੋਇਆ ਵੈ, ਮੋਹੇ ਹੋਏ ਨੇ ਮਾਇਆ। ਇਹ ਮਾਇਆ ਐਸੀ ਹੈ ਭਾਈ, ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ ਭਉ ਦੂਜੇ ਲਾਇਆ। ਸਿੱਧੀ ਗੱਲ ਹੁਣ ਆਪਣੇ ਘਰਾਂ ਦੀ ਕਰ ਲਓ। ਨਾ ਮਾਂ ਨਾਲ ਪਿਆਰ, ਨਾ ਬਾਪ ਨਾਲ, ਨਾ ਭਾਈ ਨਾਲ, ਨਾ ਭੈਣ ਨਾਲ, ਕੱਲਾ ਇੱਕ ਨਾਲ ਇਸੇ ਨਾਲ ਰਹਿ ਜਾਂਦਾ ਹੈ। ਲਿਖੇ ਆਖੋ ਸਤਨਾਮ। ਐਸੀ ਮੋਹ ਲੈਂਦੀ ਹੈ, ਹੋਰ ਦੀ ਤਾਂ ਗੱਲ ਹੀ ਛੱਡੋ। ਤੁਸੀਂ ਆਪਣੇ ਨਾਲ ਭਾਣੇ ਵਰਤ ਰਹੇ ਆ ਦਿਨ ਰਾਤ। ਬਾਪ ਨੂੰ ਕਹਿ ਦਿੰਦੇ ਤੂੰ ਕੌਣ ਹੁੰਨੇ? ਬਸ ਗੁਰਸਿੱਖ ਪਿਆਰਿਓ, ਇਹਦੇ ਵਿੱਚ ਸ਼ਕਤੀ ਹੈ। ਇਹ ਤਾਂ ਗੁਰਸਿੱਖਾਂ ਨੂੰ ਤੁਸੀਂ ਬਖਸ਼ਿਸ਼ ਕੀਤੀ ਹੈ। ਮਾਇਆ ਮੋਹ ਭਰਮ ਭਟਕਦੇ ਹੋਏ ਮਾਇਆ ਦੇ ਜਾਲ ਵਿੱਚ ਫਸਿਆ ਹੋਇਆ ਸੰਸਾਰ ਤੁਸੀਂ ਕਿਵੇਂ ਕੱਢ ਦਿੱਤਾ ਹੈ? ਛਡਾਈ ਨਹੀਂ ਮਾਇਆ ਸਿੱਖਾਂ ਦੀ। ਤੁਸੀਂ ਤਿਆਗਣਾ ਨਹੀਂ ਮਾਇਆ ਨੂੰ। ਗੁਰਮੁਖ ਮਾਇਆ ਵਿੱਚ ਉਦਾਸੀ, ਤੁਸੀਂ ਮਾਇਆ ਵਿੱਚ ਰਹਿੰਦੇ ਹੀ ਇਹ ਤੋਂ ਨਿਰਲੇਪ ਰਹਿਣਾ। ਇਹਨੂੰ ਆਪਣੇ ਅਧੀਨ ਰੱਖਣਾ ਹੈ। ਅੰਮ੍ਰਿਤ ਨਾਮ ਦਿਓ ਸਮਰੱਥ, ਕਿਉਂਕਿ ਇਸ ਮਾਇਆ ਦੇ ਜਾਲ ਤੋਂ ਕੱਟਣ ਵਾਸਤੇ ਇੱਕ ਵਾਹਿਗੁਰੂ ਦਾ ਨਾਮ ਹੀ ਹੈ। ਹੋਰ ਕੋਈ ਜੰਤਰ ਮੰਤਰ ਨਹੀਂ, ਉਹ ਤਾਂ ਮਾਇਆ ਵਿੱਚ ਪਾਉਣਗੇ। ਹੋਰ ਰਿਧੀਆਂ ਸਿੱਧੀਆਂ ਉਹਦੇ ਵਾਸਤੇ ਮਹਾਰਾਜ ਨੇ ਬਾਣੀ ਵਿੱਚ ਕਹਿੰਦਾ ਰਿੱਧ ਸਿੱਧ ਅਵਰਾ ਸਾਧ। ਜਿਹੜੀਆਂ ਰਿਧੀਆਂ ਸਿੱਧੀਆਂ ਪ੍ਰਾਪਤ ਕਰ ਲੈਣੀਆਂ, ਇਹ ਤਾਂ ਹੋਰਾਂ ਸਵਾਦਾਂ ਵਿੱਚ ਪਾਉਣੀਆਂ। ਕਿੰਨੇ ਕੁ ਲੋਕ ਮੱਥਾ ਟੇਕਦੇ ਨੇ, ਕਿੰਨੇ ਕੁ ਮੈਨੂੰ ਪੂਜਾ ਹੁੰਦੇ, ਕਿੰਨੇ ਕੁ ਮੇਰੀਆਂ ਫੋਟੋਆਂ ਟੰਗਦੇ ਆ ਘਰਾਂ ਵਿੱਚ, ਕਿੰਨੇ ਕੁ ਮੈਨੂੰ ਹੁਣ ਗੁਰੂ ਮਹਾਰਾਜ ਕਹਿੰਦੇ ਆ, ਰੱਬ ਕਹਿੰਦੇ ਨੇ। ਇਹ ਤਾਂ ਇਹਨਾਂ ਸਵਾਦਾਂ ਵਿੱਚ ਪਾ ਦੇਣੀਆਂ ਨੇ, ਵਾਹਿਗੁਰੂ ਦੇ ਸਾਧ ਵਿੱਚੋਂ ਤੋੜ ਦੇਣੀਆਂ ਸਾਨੂੰ। ਇੱਕ ਵਾਹਿਗੁਰੂ ਦਾ ਨਾਮ ਹੈ ਜਿਹੜਾ ਭਾਈ ਹਰ ਬਿਨ ਕਿਛੂ ਨ ਲਾਗਈ, ਭਗਤਨ ਕੋ ਮੀਠਾ, ਆਨ ਸਾਧ ਸਭ ਫੀਕਿਆ, ਕਰ ਨਿਰਨਉ ਡੀਠਾ। ਉਹ ਇੱਕ ਵਾਹਿਗੁਰੂ ਦਾ ਨਾਮ ਹੈ। ਜਦੋਂ ਉਹ ਰਸ ਆ ਜਾਂਦਾ ਹੈ, ਇਹ ਰਸ ਛੱਡੇ, ਉਹ ਰਸ ਆਵਾ, ਉਹ ਰਸ ਪੀਆ, ਇਹ ਰਸ ਨਹੀਂ ਪਾਵਾ। ਇਹ ਸਾਰੇ ਸਵਾਦਾਂ ਤੋਂ ਪਰੇ ਕਰ ਦਿੰਦੇ ਹੋ ਆਪਣੇ ਸਿੱਖਾਂ ਨੂੰ, ਮਾਇਆ ਦੇ ਜਾਲ ਚੋਂ ਕੱਢ ਦਿੰਦੇ ਹੋ। ਫੁਨ ਕੀਰਤਵੰਤ ਸਦਾ ਸੁਖ ਸੰਪਤ। ਤੁਸੀਂ ਕੌਣ ਹੋ? ਗੁਰੂ ਰਾਮਦਾਸ ਜੀ ਕੀਰਤਵੰਤ, ਤੁਹਾਡੀ ਸ਼ੋਭਾ ਤਿੰਨਾਂ ਯੁੱਗਾਂ, ਚਾਰਾਂ ਯੁੱਗਾਂ ਵਿੱਚ ਤਿੰਨਾਂ ਲੋਕਾਂ ਤੁਸੀਂ ਕੀਰਤਵੰਤ ਹੋ, ਸ਼ੋਭਾ ਦੇ ਯੋਗ ਹੋ, ਕੀਰਤ ਦੇ ਸ਼ੋਭਾ ਦੇ ਘਰ ਹੋ। ਤੇ ਤੁਹਾਡੀ ਸ਼ੋਭਾ ਇੱਕ ਜਗ੍ਹਾ ਨਹੀਂ, ਲੋਕ ਪਰਲੋਕ ਵਿੱਚ ਹੋ ਰਹੀ ਹੈ। ਦੇਵੀ ਦੇਵਤੇ ਕਰ ਰਹੇ ਨੇ ਕੀਰਤਵੰਤ। ਤੇ ਤੁਸੀਂ ਸੁੱਖਾਂ ਦੇ ਦੇਣ ਵਿੱਚ ਸਮਰੱਥ, ਸੁੱਖਾਂ ਦੇ ਸਾਗਰ। ਐਸੀ ਸ਼ੋਭਾ ਗੁਰਸਿੱਖ ਪਿਆਰਿਓ ਜਿਸ ਸ਼ੋਭਾ ਵਿੱਚੋਂ ਵੀ ਸੁੱਖ ਮਿਲੇ। ਇੱਥੇ ਪ੍ਰੇਮ ਨਾਲ ਸੁਣ ਲਿਓ, ਸ਼ੋਭਾ ਦੁੱਖ ਰੂਪ ਹੈ ਸਾਨੂੰ। ਕਿਉਂ? ਸ਼ੋਭਾ ਹੋਣ ਲੱਗੀ ਨਹੀਂ ਤੇ ਹਉਮੈ ਹੋਇਆ ਨਹੀਂ। ਅੱਜ ਕਹੇ ਆਖੋ ਸਤਨਾਮ। ਤਾਂ ਹੀ ਤਾਂ
तुलसी महाराज ने रामायण विच लिख दिता, ऐसा को जन्मिओ जग माही, मान पाए मद पावत नाही। यह जा कौन जम्मे है दुनिया विच जिहदी इज्जत होण लग जावे ते होवे ना करे। कोई नहीं जम्मिया। गुरु रामदास ने तिन्ना जोगां विच शोभा हो रही है ते मान है ही नहीं, कोई तान है ही नहीं, कंकार आए ही नहीं। ऐसे तुहाडे जीवन, ऐसा तुहाडा समर्थ नाम तुहानू गुरु अमरदास जी ने बख्श दिता। शोभा हो रही है, देवी देवते कर रहे ने, पर अंदर समाई हुई है। गुरमुख प्यारिओ, साडी तां अवस्था लिखी हुई है बाणी ने, माटी को पूतरा कैसे नचत है। अस तां नचे फिरदे हैं माया दे, माटी दे मिट्टी दे पुतले, ये माया नचाउंदी है सानू। जब किछ पावल तब गर्व करत है। थोड़ा जा मिल गया बस चाला भंगड़े पैणगे, जदे वेंकट हाल बिस्की दी बोतल खरीद ली, मच्छियां तल लीआं, जदे थोड़ी जी मिली नहीं। जब किछ पावल तब गर्व करत है। चार पैसे मिल गए, चाचे परे डांग चक ली, तेनू देखूंगा तो आई मोटर पर, आज खे को सतनाम। जब किछ पावो तब गर्व करता है, माया गई तब रोबन लगता। बस थोड़ा जा घाटा पै गया, घर वाली थाल चक्की फिरदी है, कहता हूं रोटियों नहीं खानी, आज खे को सतनाम, चक ले जा हुण चाह नहीं पीनी मैं। जब किछ पावो तब गर्व करता है, माया गई तब रोवण लगता है। अपना तो यह हाल है, पर सतगुर पातशाह जिन्हां उत्ते कृपा कर दिंदे ने, तुसी ओ सुख दे दिंदे ने, जो राज दे तां कबन बढ़ाई, जो भीख मंगावे तां क्या घट जाई। इस सुख विच अपने सिखां नूं पहुंचा दिंदे हो। रिद अर सिद्ध ना सोडा सथ। ओ सेवक सिख जो तुहाडा ज्ञान प्रकाश कलै दिंदे ने, तुहाडे दर्शन करदे ने। रिद अर सिद्धियां, रिधियां सिद्धियां, 9 निधियां, 18 सिद्धियां, अणमा महिमा गणमा आदिक गुरसिख प्यारिओ, ना छोड़े सथ। सथ दा अर्थ है ते साथ। ਉਹ ਸਾਥ ਛਡਾਉਂਦੇ ਨੇ, ਪਰ ਮਾਇਆ ਰਿਧੀਆਂ ਸਿੱਧੀਆਂ ਉਹਨਾਂ ਦੇ ਪਿੱਛੇ ਪਿੱਛੇ ਸਾਥ ਨਹੀਂ ਛੱਡਦੀਆਂ। ਰਿੱਧਰ ਸਿੱਧ ਨਾ ਛੋੜੇ ਸੱਥ, ਸਾਥ ਨਾ ਛੱਡਣਾ। ਉਹ ਗੁਰੂ ਦੇ ਭਗਤ ਪਿਆਰੇ ਸਿੱਖ ਕਹਿੰਦੇ ਨੇ ਸਾਨੂੰ ਨਹੀਂ ਲੋੜ, ਪਰ ਉਹ ਰਿੱਧ ਸਿੱਧ ਨਾਵੇ ਕੀ ਦਾਸੀ। ਤੇ ਕਬੀਰ ਸਾਹਿਬ ਨੇ ਵੀ ਤਾਂ ਹੀ ਲਿਖੇ ਹੈ, ਜਿਨ੍ਹਾਂ ਜਿਨ੍ਹਾਂ ਨੇ ਉਹਨੂੰ ਤਿਆਗ ਦਿੱਤਾ ਸਾਨੂੰ ਲੋੜ ਨਹੀਂ, ਉਹਨਾਂ ਦੇ ਫਿਰ ਚਰਣੀ ਆਏ ਪਈ, ਉਹਨਾਂ ਦੇ ਦਾਸ ਬਣ ਕੇ ਰਹਿੰਦੀ ਹੈ। ਜਿਹੜੇ ਨੂੰ ਟੋਲਦੇ ਫਿਰਦੇ ਉਹਨਾਂ ਤੋਂ ਨੱਠਦੀ ਹੈ, ਜਿਹੜੇ ਇਹਨੂੰ ਛੱਡਦੇ ਨੇ ਉਹਨਾਂ ਦੇ ਪਿੱਛੇ ਪਿੱਛੇ ਤੁਰਦੀ ਹੈ। ਗੁਰੂ ਰਾਮਦਾਸ ਮਹਾਰਾਜ ਤੁਹਾਡਾ ਉਪਦੇਸ਼ ਲੈਣ ਵਾਲੇ ਗੁਰੂ ਦੇ ਸਿੱਖ ਮਾਈ ਭਾਈ ਜਿਹੜੇ ਬਣ ਗਏ ਤੁਹਾਡੇ ਰਿਧੀਆਂ ਸਿੱਧੀਆਂ, ਉਹਨਾਂ ਦਾ ਸਾਥ ਨਹੀਂ ਛੱਡਦੀਆਂ, ਨਾਲ ਨਾਲ ਤੁਰੀਆਂ ਫਿਰਦੀਆਂ ਹਨ। 9 ਨਿਧੀ 18 ਪਿੱਛੇ ਸਿੱਧੀ ਪਿੱਛੇ ਲੱਗੀਆਂ ਫਿਰੇ, ਜੋ ਹਰ ਹਿਰਦੇ ਸਦਾ ਵਸਾਏ। ਜਿਨ੍ਹਾਂ ਨੇ ਵਾਹਿਗੁਰੂ ਨੂੰ, ਪ੍ਰਮਾਤਮਾ ਨੂੰ, ਰਾਮ ਨੂੰ ਹਿਰਦੇ ਵਸਾਏ, ਰਿਧੀਆਂ ਸਿੱਧੀਆਂ ਉਹਨਾਂ ਦੇ ਪਿੱਛੇ ਉਹੀ ਰਿੱਧਰ ਸਿੱਧ ਨਾ ਛੋੜੇ ਸੱਥ। ਦਾਨ ਵੱਡੋ ਅਤਵੰਤ ਮਹਾਬਲ। ਤੁਸੀਂ ਬਹੁਤ ਵੱਡੇ ਦਾਨੀ ਹੋ। ਦਾਨ ਵੱਡੋ, ਤੁਸੀਂ ਬਹੁਤ ਵੱਡੇ ਦਾਨੀ ਹੋ। ਸਭ ਤੋਂ ਵੱਡਾ ਦਾਨ ਗੁਰੂ ਗ੍ਰੰਥ ਸਾਹਿਬ 'ਚ ਕੀ ਲਿਖਿਆ ਹੈ? ਕਿਸੇ ਨੂੰ ਜੀਵਨ ਦੇ ਦੇਣਾ। ਇਹ ਹੈ ਦਾਨ ਗੁਰਸਿੱਖ ਪਿਆਰਿਓ, ਕਿਸੇ ਦਾ ਜੀਵਨ ਸੁਧਾਰ ਦੇਣਾ। ਸੰਤ ਆਨੰਦ ਸਿੰਘ ਜੀ ਮਹਾਰਾਜ ਕਲੇਰਾਂ ਵਾਲੇ ਤਾਂ ਬਚਨੇ ਕਰਦੇ ਸੀ ਕਿ ਜੋੜਨ ਵਰਗਾ ਪੁੰਨ ਨਹੀਂ ਤੇ ਤੋੜਨ ਵਰਗਾ ਪਾਪ ਨਹੀਂ। ਕਿਸੇ ਦੇ ਜੀਵਨ ਨੂੰ ਪ੍ਰਮਾਤਮਾ ਨਾਲ ਜੋੜ ਦੇਣਾ, ਗੁਰਸ਼ਬਦ ਨਾਲ ਜੋੜ ਦੇਣਾ, ਇਹ ਤੋਂ ਵੱਡਾ ਦਾਨੀ ਹੋ ਨਹੀਂ। ਇਸੇ ਨੂੰ ਤਾਂ ਲਿਖਿਆ ਜੀ ਦਾਨ ਦੇ ਭਗਤੀ ਲਾਇਨ ਹਰਸ਼ੀ ਲੈਣ ਮਿਲਾਏ। ਇਹ ਜੀਵਨ ਦਾਨ ਦੇਣਾ ਗੁਰਸਿੱਖ ਪਿਆਰਿਓ, ਜੀਵਨ ਵਿਕਾਰਾਂ ਵਿੱਚੋਂ ਕੱਢ ਕੇ ਸ਼ੁਭ ਵਿਚਾਰਾਂ ਵਾਲਾ ਕਰ ਦੇਣਾ। ਤੁਸੀਂ ਬਹੁਤ ਵੱਡੇ ਦਾਨੀ ਹੋ। ਦੂਜਾ ਅਰਥ ਸਭ ਤੋਂ ਵੱਡਾ ਕੀ ਹੈ ਇਸ ਸੰਸਾਰ ਵਿੱਚ? ਵਾਹਿਗੁਰੂ ਦਾ ਨਾਮ। ਜਿਹੜਾ ਨਾਮ ਦਾ ਦਾਨੀ ਹੋਵੇ ਉਹ ਦਾਨੀ ਵੀ ਵੱਡਾ ਹੀ ਹੋਇਆ ਗੁਰਸਿੱਖ ਪਿਆਰੇ। ਤੁਸੀਂ ਨਾਮ ਦਾ ਦਾਨ ਬਖਸ਼ਦੇ ਹੋ। ਨਾਮ ਹੀ ਸੰਸਾਰ ਵਿੱਚ ਸਭ ਤੋਂ ਵੱਡਾ ਹੈ। ਦਾਨ ਵੱਡੋ ਅਤਮੰਤ ਮਹਾਬਲੀ, ਤੁਸੀਂ ਮਹਾਬਲੀ ਹੋ। 3 ਪਾਠ ਆਉਨੇ ਜਪਜੀ ਸਾਹਿਬ ਵਿੱਚ, ਜੁਦੇ ਜੁਦੇ ਕਰਿਆ ਕਰੋ। ਸੂਰਾ, ਜੋਧਾ ਤੇ ਮਹਾਬਲ, ਇਹ ਗੁਰਮੁਖ ਪਿਆਰਿਓ ਜੋਧੇ ਗਾਵੇ ਤਨੋ ਜੋਧ ਮਹਾਬਲ। ਜਿਹੜਾ ਮਹਾ ਸ਼ਬਦ ਹੈ ਬਲੀ ਦੇ ਨਾਲ ਲਾਉਣਾ। ਗਾਵਨ ਤਰੋ ਜੋਧ ਮਹਾਬਲ ਸੂਰਾ। ਬਲ ਨੂੰ ਸੂਰੇ ਨਾਲ ਨਹੀਂ ਪੜਨਾ ਹੈ, ਸੂਰਮਾ ਕੱਲਾ ਹੀ ਪਾਠ ਹੈ। ਗਾਵੇ ਤਨੋ ਜੋਧ, ਜੋਧਾ। ਜੋਧਾ ਕੌਣ ਹੁੰਦਾ ਗੁਰਮੁਖ ਪਿਆਰਿਓ? ਜੋ ਆਪਣੇ ਬਰਾਬਰ ਦੇ ਨੂੰ ਇੱਕ ਨਾਲ ਇੱਕ ਲੜ ਕੇ ਜਿੱਤ ਲਵੇ, ਉਹ ਜੋਧਾ ਹੁੰਦਾ। ਜੋਧ ਮਹਾਬਲ। ਮਹਾਬਲੀ ਕੌਣ ਹੁੰਦਾ? ਜਿਹੜਾ ਆਪਣੇ ਨਾਲ 10 ਨੂੰ ਸਾਹਮਣੇ ਆ ਜਾਣ ਉਹਨਾਂ ਨੂੰ ਵੀ ਜਿੱਤ ਲਵੇ। ਤੇ ਸੂਰਮਾ ਕੌਣ ਹੁੰਦਾ? ਜਿਹੜਾ 100 ਸਾਹਮਣੇ ਆ ਜਾਵੇ 100 ਨੂੰ ਕੱਲਾ ਹੀ ਜਿੱਤ ਲਵੇ, ਉਹ ਸਾਧ ਸੰਗਤ ਸੂਰਮਾ।
ਇਹ 3 ਡਿਗਰੀਆਂ ਨੇ। ਇੱਥੇ ਤੱਕ ਇਹ ਸ਼ਾਸਤਰ ਖੜਾ ਹੈ। ਇਹਨਾਂ ਨੂੰ ਕਈਆਂ ਨੇ 100,000 10 100,000 ਨਾਲ ਵੀ ਗਿਣਤੀ ਕੀਤੀ ਹੈ। 10 ਨੂੰ ਜਿੱਤਣ ਵਾਲਾ ਯੋਧਾ, 100 ਨੂੰ ਜਿੱਤਣ ਵਾਲਾ ਮਹਾਬਲੀ, 1000 ਨੂੰ ਜਿੱਤਣ ਵਾਲਾ ਸੂਰਮਾ। ਇੱਥੇ ਤੱਕ ਇਹ ਗਿਣਤੀ ਹੈ ਸਾਰੇ ਵੇਦ ਪੁਰਾਣਾਂ ਦੀ। ਹੁਣ ਪਿਆਰ ਨਾਲ ਸੁਣ ਲਓ, ਕਿਹਦੇ ਵਿੱਚ ਗਿਣਤੀ ਕਰੋਗੇ? ਗੁਰੂ ਗੋਬਿੰਦ ਸਿੰਘ ਦੀ 1.25 लाख से एक लड़ाऊं तबे गोबिंद सिंह नाम कहाऊं राज के अको सतनाम। बाहरे चले गए ग्रंथों तो, गिणती तो बाहरे चले गए। ये कहा ही नहीं लड़ाए हैं 1.25 लाख नाल एक। किथे लड़ाए हैं देखो, करो याद। बड़ी कथा कहानियां तुसीं ढट सारंगे सुनते रहे ने, बाजे ढोलकियां। 1.25 लाख नाल एक जग दे सामने लड़ाया है महाराज ने चमकौर साहब दी गढ़ी विच। 10 लाख ਦਾ ਘੇਰਾ ਸੀ। 10 ਲੱਖ ਮਹਾਰਾਜ ਨੇ ਆਪ ਲਿਖਿਆ, ਕਿਸੇ ਹੋਰ ਦਾ ਲਿਖਿਆ ਹੁੰਦਾ ਆਪਾਂ ਸੱਚ ਨਾ ਮੰਨਦੇ ਕਿ 10 ਲੱਖ ਫੌਜ ਸੀ। ਜ਼ਫਰਨਾਮਾ ਪੜ੍ਹ ਲਓ। ਗੁਰਸ਼ ਨੇ ਚਿਕਾਰੇ ਅਦਨ ਚੇਲ ਨਰ ਕਿ 10 ਲੱਖ ਬਲ ਆਇਦ ਬਰੋ ਬੇਖਬਰ। ਉਹ 40 ਭੁੱਖੇ ਬੈਠੇ ਸਿੱਖਾਂ ਨੂੰ। ਔਰੰਗਜ਼ੇਬ ਤੈਨੂੰ ਸ਼ਰਮ ਆਉਣੀ ਚਾਹੀਦੀ ਹੈ। ਮਹਾਰਾਜ ਕਹਿੰਦੇ ਭੁੱਖੇ ਥੱਕੇ ਟੁੱਟੇ ਹੋਏ 40 ਸਿੱਖ, ਤੂੰ 40 ਭੁੱਖੇ ਬੰਦੇ ਮਾਰੇ ਨੂੰ 10 ਲੱਖ ਦੀ ਫੌਜ ਭੇਜੀ, ਤੈਨੂੰ ਸ਼ਰਮ ਨਾ ਆਈ? ਰਾਜ ਕੇ ਆਖੋ ਸਤ। ਦੇਖੋ ਕੈਸਾ ਚਿੱਤਰ ਖੜਕਾਇਆ ਕਿ 10 ਲੱਖ ਬਲਾਏ। ਉਹ 40 ਬੰਦੇ ਭੁੱਖੇ ਹੋਣ, 8 ਮਹੀਨੇ ਦੀ ਰੋਟੀ ਨਹੀਂ ਖਾਧੀ ਉਹਨਾਂ ਨੇ ਕਿਲੇ ਵਿੱਚ। ਤਨ ਤੇ ਕੱਪੜਾ ਨਹੀਂ, ਪੋਹਦੀ ਰਾਤ, ਕੱਚੀ ਗੜੀ। ਤੈਨੂੰ ਸ਼ਰਮ ਚਾਹੀਦੀ ਕਿ 40 ਬੰਦਿਆਂ ਨੂੰ ਮਾਰਨ ਖਾਤਰ 10 ਲੱਖ ਦੀ ਫੌਜ ਭੇਜੀ। 10 ਲੱਖ ਦੀ ਫੌਜ। ਇਹ ਹਿਸਟੋਰੀਕਲ ਪੁਆਇੰਟ ਨੇ 2 ਵਰਲਡ ਦੀ ਹਿਸਟਰੀ ਵਿੱਚ। ਅੱਜ ਤੱਕ ਇਸ ਵਰਲਡ ਵਿੱਚ ਇੱਕ ਕਿਲੇ ਨੂੰ 8 ਮਹੀਨੇ ਦਾ ਘੇਰਾ ਨਹੀਂ ਪਿਆ। ਨੋਟ ਕਰ ਲਿਓ, ਤੁਹਾਡੇ ਕੰਮ ਆਊਗੀ ਗੱਲ। ਵਰਲਡ ਵਿੱਚ ਜਿੰਨੇ ਜੰਗ ਹੋਏ ਹੈ, ਇੱਕ ਕਿਲੇ ਨੂੰ 8 ਮਹੀਨੇ ਦਾ ਘੇਰਾ ਨਹੀਂ ਪਿਆ ਕਦੇ ਵੀ। ਤੁਹਾਡੇ ਆਨੰਦਗੜ੍ਹ ਸਾਹਿਬ ਨੂੰ ਘੇਰਾ ਪਿਆ 7 ਮਹੀਨੇ 19 ਦਿਨ। ਇੱਕੋ ਆਨੰਦਪੁਰ ਸਾਹਿਬ ਦਾ ਜੰਗ ਹੈ ਜਿੱਥੇ 8 ਮਹੀਨੇ ਹੋ ਗਏ ਸੀ ਘੇਰਾ ਪਏ ਨੂੰ। ਨੰਬਰ ਦੂਸਰਾ ਹਿਸਟੋਰੀਕਲ ਪੁਆਇੰਟ ਹੈ, ਬੜੇ ਬੜੇ ਜੰਗ ਵਰਲਡ ਵਿੱਚ ਹੋਏ, ਇੱਕ ਜਗ੍ਹਾ ਕਦੇ 10 ਲੱਖ ਦੀ ਫੌਜ ਨਹੀਂ ਇਕੱਠੀ ਹੋਈ। ਉਹ ਇਕੱਠੀ ਹੋਈ ਹੈ ਤਾਂ ਚਮਕੌਰ ਦੀ ਗੜੀ ਵਿੱਚ ਹੋਈ ਹੈ। ਇਹ ਵਿਚਿੱਤਰ ਇਤਿਹਾਸ ਹੈ ਤੁਹਾਡਾ। 10 ਲੱਖ ਦੀ ਫੌਜ, 40 ਅੰਦਰ, 40 ਨਹੀਂ ਲੜਾਏ। ਉੱਥੇ 1.25 ਲੱਖ ਨਾਲ ਇੱਕ 6 ਸਿੰਘਾਂ ਨੂੰ ਭੇਜਦੇ ਹੁੰਦੇ ਸੀ ਬਾਹਰ। 5 ਸਿੰਘ ਇੱਕ ਜਥੇਦਾਰ। ਨਾ 7 ਭੇਜੇ ਨਾ 5 ਭੇਜੇ। ਹੁਣ 10 ਨੂੰ 6 ਤੇ ਤਕਸੀਮ ਕਰ ਲਓ, 1.25 ਹੀ ਆਉਣਾ ਹੈ। ਅੱਜ ਕੇ ਆਖੋ ਸਤਨਾਮ। 10 ਲੱਖ ਦੀ ਫੌਜ ਦੇ ਸਾਹਮਣੇ 6 ਸਿੰਘਾਂ ਨੂੰ ਭੇਜਿਆ, 7 ਨੂੰ ਨਹੀਂ ਭੇਜਿਆ। 6 ਦਾ ਜਥਾ ਭੇਜਦੇ ਸੀ ਤਾਂ ਕਿ ਉਹ ਬਚਨ ਪੂਰਾ ਹੋ ਜਾਵੇ। 1.25 लाख से एक लड़ाऊं तबे गोबिंद सिंह नाम कहा। गुरु रामदास महाराज जी तुसी सूरमे हो, बाहुबली हो, जोधे हो। कहते गुरु रामदास ने तो जंग नहीं लड़िया, ਉਹਨੂੰ ਕਾਹਤੇ ਬਲੀ ਕਿਹਾ? ਉਹਨਾਂ ਨੂੰ ਕਿਉਂ ਇੱਥੇ ਸੂਰਮਾ ਕਿਹਾ? ਗੁਰਸਿੱਖ ਪਿਆਰਿਓ, ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਵੱਡਾ ਸੂਰਮਾ ਕੌਣ ਹੈ? ਜਿਨ ਮਿਲ ਮਾਰੇ ਪੰਚ ਸੂਰਬੀਰ ਐਸੋ ਕੌਣ ਬਲੀ ਰੇ। ਜਿਹਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਮਹਾਬਲੀ ਆਪਾਂ ਨੂੰ ਚਿੰਬੜੇ ਹੋਏ ਨੇ ਖਤਮ ਕਰਤਾ। ਜਿਨ੍ਹਾਂ ਨੇ ਕਾਮ ਕ੍ਰੋਧ ਕਾਇਆ ਕੋ ਗੱਲ ਹੈ, ਜਿਉ ਕੰਚਨ ਸੁਹਾਗਾ ਢਾਲੇ। ਤੁਸੀਂ ਇਹਨਾਂ ਸਾਰਿਆਂ ਨੂੰ ਜਿੱਤਿਆ ਹੋਇਆ ਹੈ। ਸੇਵਕ ਦਾਸ ਕਯੋ ਏ ਤਥ। ਸੇਵਕ ਦਾਸ ਇਹ ਤੇ ਭਾਈ ਭੱਟ ਦਾ ਨਾਂ ਹੈ। ਸੇਵਕ ਭੱਟ ਦਾ ਨਾਂ ਹੈ। ਦਾਸ ਬਣ ਕੇ ਹੁਣ ਸਾਨੂੰ ਦ੍ਰਿੜਤਾ ਕਰਾਉਂਦੇ ਨੇ ਇਹ ਸੰਸਾਰ ਦੇ ਲੋਕੋ। ਮੈਂ ਇਹ ਤੱਥ ਕਿਹਾ, ਸਾਰ ਤੱਤ ਕਿਤੇ ਐਵੇਂ ਗੱਲਾਂ ਨਹੀਂ ਮਾਰੀਆਂ। ਮੈਂ ਝੂਠੀ ਉਪਮਾ ਨਹੀਂ ਕਰੀ। मैं गुरु रामदास दी सही सच उपमा कीती है। ताहे का प्रवाह काहू की, ताहे का उस सिखां नूं उस प्रेमियां नूं किसी चीज दी परवाह नहीं। जाके विशेष धरियो गुर हथ, जिन्हां दे सीस ते गुरु महाराज विशेष करके अपना हथ किवें धरदे ने? हथ कर हुक्म मस्तक हथ धर विचों मार कढ़ियां बुराइयां। अपना हुक्म शब्द दे देना, यही सिर पर हथ है। सिर विच साडी मत ब्रेन बुद्धि, ਇਹਦੇ ਵਿੱਚ ਗੁਰੂ ਦਾ ਸ਼ਬਦ ਟਿਕੇ। ਛਟੀ ਰੱਖੀ ਸੀ 8ਵੇਂ ਪਾਤਸ਼ਾਹ ਨੇ ਸਿਰ ਪਰ, ਮੋਢਿਆਂ ਪਰ ਵੀ ਰੱਖ ਸਕਦੇ ਤੇ ਮੂੰਹ ਪਰ ਵੀ ਰੱਖ ਦਿੰਦੇ ਛਟੀ। ਉਹ ਗੂੰਗੇ ਦੇ ਸਿਰ ਪਰ ਕਿਉਂ ਰੱਖੀ ਸੀ? ਸਿਰ ਵਿੱਚ ਹੀ ਸਾਰੀ ਮਤ ਹੈ, ਸਿਰ ਵਿੱਚ ਹੀ ਬ੍ਰੇਨ ਤੁਹਾਡੀ ਮਤ ਅਕਲ ਜਿਹੜੀ ਹੈ, ਇਹਦੇ ਵਿੱਚ ਗੁਰੂ ਦੇ ਸ਼ਬਦ ਦੀ ਛਟੀ ਰੱਖੋ। ਗੁਰੂ ਦੇ ਸ਼ਬਦ ਦਾ ਡੰਡਾ ਸਿਰ ਪਰ ਰੱਖੋ। ਇਹ ਫਿਰ ਮਤ ਗੂੰਗਿਆਂ ਤੋਂ ਗਿਆਨ। ਹੁਣ ਭੱਟ ਜੀ ਕਹਿੰਦੇ ਨੇ ਜਿਨ੍ਹਾਂ ਦੇ ਸਿਰ ਉੱਤੇ
ਤੁਸੀਂ ਸ਼ਬਦ ਉਪਦੇਸ਼ ਬਖਸ਼ ਦਿੱਤਾ, ਆਪਣੀ ਛੱਟੀ ਰੱਖ ਦਿੱਤੀ, ਆਪਣਾ ਹੱਥ ਰੱਖ ਦੇਣ। ਆਪਾਂ ਵੀ ਪੰਜਾਬ 'ਚ ਕੀ ਇੱਥੇ ਗੱਲਾਂ ਕਰਦੇ ਹੋ? ਇਹ ਭਾਈ ਐਵੇਂ ਨਹੀਂ ਚੌੜਾ ਹੋਇਆ ਫਿਰਦਾ, ਇਹਦੇ ਪਰ ਸਿਰ ਪਰ ਹੱਥ ਹੈਗਾ ਕਿਸੇ ਦਾ। ਉਹ ਹੱਥ ਵਾਲਾ ਤਾਂ ਦਿੱਲੀ ਬੈਠਾ ਹੁੰਦਾ ਹੈ, ਅੱਜ ਕੇ ਆਖੋ ਸਤਨਾਮ। ਉਹਦਾ ਪ੍ਰਭਾਵ, ਉਹਦਾ ਬਚਨ ਹੀ ਹੁੰਦਾ ਉਹਦੇ ਨਾਲ ਵੀ ਮੈਂ ਤੇਰੇ ਨਾਲ ਹੈ। ਇਹ ਸਤਿਗੁਰਾਂ ਦੇ ਬਚਨ ਸਾਡੇ ਨਾਲ ਹੋਣ। ਗੁਰ ਕਾ ਬਚਨ ਵਸੈ ਜੀ ਨਾਲੇ, ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ, ਭਾਏ ਨ ਸਕੈ ਜਾਲੇ। ਉਹਨਾਂ ਨੂੰ ਵਿਕਾਰਾਂ ਦੀ, ਇਹਨਾਂ ਕਾਮ ਕ੍ਰੋਧ ਲੋਭ ਮੋਹ ਹੰਕਾਰਾਂ ਦੀ, ਉਹਨਾਂ ਨੂੰ ਜਨਮ ਮਰਨ ਦੀ, ਤ੍ਰਿਦੋਖ ਦੀ, ਆਦ ਵਿਆਦ ਉਪਾਦ ਦੀ, ਕਿਸੇ ਚੀਜ਼ ਦੀ ਪਰਵਾਹ ਨਹੀਂ, ਜਿਹਦੇ ਸਿਰ ਉੱਤੇ ਗੁਰੂ ਮਹਾਰਾਜ ਆਪਣਾ ਹੱਥ ਧਰਦੇ ਹਨ। ਪਟ ਮਥਰਾ ਦੇ ਸਤ ਸਵਈਏ, ਇੱਥੇ ਤੱਕ ਭਾਈ ਮਥਰਾ ਜੀ ਦੇ 7 ਸਵਈਏ ਹੋਏ ਹਨ। ਤੀਨ ਭਵਨ ਭਰਪੂਰ ਰਹਿਓ ਸੋਈ। ਉਹ ਅਕਾਲ ਪੁਰਖ ਵਾਹਿਗੁਰੂ ਜੋ ਤਿੰਨਾਂ ਭਵਨਾਂ ਵਿੱਚ ਭਰਪੂਰ ਹੈ। ਭਰਪੂਰ ਦਾ ਭਾਵ ਇਹ ਨਹੀਂ ਕਿ ਪਾਣੀ ਵਿੱਚ ਘੱਟ ਹੈ, ਆਕਾਸ਼ ਵਿੱਚ ਜ਼ਿਆਦੇ ਹੈ, ਧਰਤੀ ਵਿੱਚ ਘੱਟ ਹੈ ਤੇ ਪਤਾਲ ਵਿੱਚ ਜ਼ਿਆਦੇ ਹੈ। ਉਹ ਤਿੰਨਾਂ ਜਗ੍ਹਾ ਵਿੱਚ ਇੱਕ ਜਿਹਾ ਭਰਪੂਰ ਹੈ। ਇੱਥੇ ਕੋਈ ਵੀ ਚੀਜ਼ ਨਹੀਂ ਜਿਹੜੀ ਇੱਕ ਜਿਹੀ ਭਰਪੂਰ ਹੋਵੇ। ਕਿਤੇ ਠੰਡ ਜ਼ਿਆਦੇ, ਕਿਤੇ ਗਰਮੀ ਜ਼ਿਆਦੇ, ਕਿਤੇ ਰੇਤਾ ਹੀ ਰੇਤਾ, ਕਿਤੇ ਪੱਥਰੇ ਪੱਥਰ ਹੈ, ਕਿਤੇ ਜੰਗਲੇ ਜੰਗਲੇ, ਕਿਤੇ ਆਬਾਦੀ ਆਬਾਦੀ ਹੈ। ਗੁਰਸਿੱਖ ਪਿਆਰਿਓ, ਕਿਤੇ ਸਫਾਈ ਫੁੱਲੇ ਫੁੱਲੇ, ਕਿਤੇ ਗੰਦੇ ਗੰਦ ਪਏ ਹੈ। ਨਾ ਸਫਾਈ ਸਾਰੇ ਭਰਪੂਰ ਹੈ, ਨਾ ਫੁੱਲ ਸਾਰੇ ਭਰਪੂਰ ਹੈ, ਨਾ ਗਰਮੀ ਨਾ ਸਰਦੀ। ਇੱਕ ਅਕਾਲ ਪੁਰਖ ਵਾਹਿਗੁਰੂ ਹੈ। जमी जमा के बीच में समस्त एक जोत है, न बाढ़ है न काट है, न बाढ़ काट होत है। अपन सरस कियो ना जगत को। और एक वहम करदे ने हुण साडा तू तिन्ना भवनां नूं बनाया, तिन्ना भवनां विच भरपूर है, हर जगह जलथल महिल भूरिया रविया विच बना। पर एक गल तैं रखी है कि अपने वर्गा दूजा नहीं बनाया। आपन सरस ना कियो जगत कोई। तिन्ना लोकां विच सरस कहिए बराबर, पर हर जैसा तैसा तो ही क्या उपमा की। तू अपने वर्गा नहीं दूजा बनाया। एक दिन अगे भी तुहानू कहा सी ना, गुण एहो होर ना ही कोए, ना को होआ ना को। रब दा गुण एक है, ना ओदे वर्गा पिछे सी, ना ओदे वर्गा हुण है, ते ना ओदे वर्गा गाहां नू कोई खोवेगा। तू तिन्ना भवना विच आप ही आप है, तेरे वर्गा दूजा नहीं। ताई तां शब्द हजारे पढ़दे हो भाई, ओदे विच बचन की आउंदा, जे दूजा होवे तां किसे दे मंगण जाइए, हई एक तो तां किसे दे अगे अरदास करिए। जे दूजा होवे ओ एक ही है सर्वव्यापक, अपन आप ही उपायो। क्योंकि दूजे क्यों नहीं पैदा होया तेरे वर्गा। ते गुरसिख प्यारे ओने अपना आप तो ही पैदा कीता है। जे किसे दूजे ने पैदा कीता हुंदा ना तां रब वर्गा दूजा होर भी पैदा हो जांदा। ओ दूजे ने पैदा ही नहीं कीता, जिस करके ओदे वर्गा दूजा नहीं है। वो सह पंग सुते प्रकाश, वो तो इस तरह ही पैदा अपन आप। पानी ही लहर पैदा करदा है, लहर ही पानी हुंदी है। ते थोड़ी जी अज्ञानता बस है। ईश ते जीव, ईश्वर ते जीव। गुरसिख प्यारिओ, जेड़ा माया दा प्रतिबिंब है ना सानू दिख रहा, ये इत्थे ईश्वर है माया दे प्रतिबिंब विच। जिथे अविद्या दा प्रतिबिंब अज्ञानता दा, उत्थे जीव है। गुरसिख प्यारिओ, यही अभेत है। जदों प्रतिबिंब प्रतिबिंब को मिलिया, बाणी पढ़ लो, बाणी विच आउंदा उत्थे विस्तार लंबा है, बा उत्थे कुछ भी नहीं है। गुरसिख प्यारिओ, चलना चलने विच मिल गया ते बाकी रहूगा की, पानी पानी विच मिल गया। ये दो जुदे ने। माया दा प्रतिबिंब परछावां जेड़ा ये ईश्वर है, जेड़ा अविद्या दा परछावां है ये जीव है। पर पैदा तो आपे कीते हन। सुर नर असुर अंत नहीं पायो। मनुखां दी की गल है, तिन्ना लोकां दे, देवी देवते नर मनुख पताल वासी देवते सब, तेरा अज तक किसी ने अंत नहीं पाया। पायो नहीं अंत सुर असुर नर। वो छंद दी चाल फिर ਵਧਾਉਂਦੇ ਹੋਏ महाराज बचन करते ने, देवी देवते मनुखा ने राक्षसा ने हुण भी नहीं पाया, पिछले समय विच भी किसी ने तेरा अंत नहीं पाया। गण गंधर्व खोजंत फिर। गण गंधर्व, गण ने भाई शिव जी ते विष्णु दे, गण नंदी संदी आदिक टौणा छौणा, ये गण ने शिव जी ते विष्णु जी दे। गंधर्व होंदे ने गुरमुख प्यारिओ देवतियां दे रागी। नोट कर लियो, बहुत बार पाठ तो ही सुनदे हो गण गंधर्व। गंधर्व कौन ने? जो देवतियां दे दरबार विच राग करदे ने। उन्हां दा नाम पढ़ना है तो गुरु ग्रंथ साहिब चो पढ़ लियो। हा हा हू हू गंधर्व अपछरा, पढ़ो महाराज दी बाणी।
ਇਹ ਉਹਨਾਂ ਦੇ ਨਾਂ ਨੇ। ਜਿਹੜੇ ਦੇਵਤਿਆਂ ਦੇ ਰਾਗੀ ਨੇ ਉਹਨਾਂ ਨੂੰ ਭਾਈ ਗੰਧਰਵ ਗਣ ਕਹਿੰਦੇ ਨੇ। ਉਹ ਸਾਰੇ ਹੁਣ ਇੱਥੇ ਅੰਤ ਨਹੀਂ ਪਾਇਓ। ਇੱਥੇ ਭਾਵ ਅਰਥ ਇਹ ਨਹੀਂ ਲੈਣਾ ਕਿ ਟੌਣਾ ਛਾਉਣਾ ਨੰਦੀ ਸੰਦੀ ਗਣ ਗੰਧਰਵ ਹਾ ਹੂ ਨੇ ਅੰਤ ਨਹੀਂ ਪਾਇਆ। ਉਹ ਜਿਨ੍ਹਾਂ ਦੇ ਰੱਖੇ ਹੋਏ ਨੇ ਸ਼ਿਵ ਜੀ, ਬ੍ਰਹਮਾ ਤੇ ਵਿਸ਼ਨੂੰ, ਜਿਨ੍ਹਾਂ ਦੇ ਇਹ ਗਣ ਗੰਧਰਵ 24 ਘੰਟੇ ਰਾਗ ਕਰਦੇ ਨੇ, ਵਾਹਿਗੁਰੂ ਦੀਆਂ ਸਿਫਤਾਂ ਸੇਵਾ ਕਰਦੇ ਨੇ, ਸਿਮਰਨ ਕਰਦੇ ਨੇ, ਉਹਨਾਂ ਨੇ ਤਾਂ ਕੀ ਪਾਉਣਾ। ਇਹ ਤਿੰਨ ਦੇਵਤਿਆਂ ਨੇ ਵੀ ਉਹਦਾ ਅੰਤ ਨਹੀਂ ਪਾਇਆ। ਆਖੋ ਸਤਨਾਮ। ਇਹਨੂੰ ਸਿੱਧੀ ਪੰਜਾਬੀ ਵਿੱਚ ਕਹਿ ਲੋ, ਤੁਹਾਡੇ ਨੌਕਰ ਨੇ ਤਾਂ ਕੀ ਅੰਤ ਪਾਉਣਾ, ਮਾਲਕਾਂ ਨੇ ਵੀ ਨਹੀਂ ਪਾਇਆ। ਜੋ ਤਿੰਨ ਵੱਡੇ ਦੇਵਤੇ ਨੇ ਜਿਨ੍ਹਾਂ ਦੀ ਇਹ ਸੇਵਾ ਕਰਦੇ ਨੇ, ਉਹਨਾਂ ਨੂੰ ਵੀ ਵਾਹਿਗੁਰੂ ਅਵਤਾਰ ਨਾ ਜਾਣੇ ਅੰਤ, ਪਰਮੇਸ਼ਰ ਪਾਰ ਬ੍ਰਹਮ ਬੇਅੰਤ। ਤੇਰਾ ਅੰਤ ਭੇਦ ਕਿਸੇ ਨੇ ਪਾਇਆ ਹੀ ਨਹੀਂ। अविनाशी अचल अजोनी क्यों नहीं पाया अंत? क्योंकि तू नाश तो रहता है, अविनाशी है, अचल है, चलाए वानी है, एक रूप रहन वाला है। अविनाशी अचल है तो तिना समय विच ना पिछे कुछ होर सी ना कुछ होर होने, ना गहां विच तू बदलेगा अबदल, ਜਿਹਦਾ ਕਿਤੇ ਵੀ ਬਦਲੀ ਨਾ ਹੋਵੇ, ਇੱਕ ਸਰੂਪ ਰਵੇ। ਆਜੋਨੀ ਜੂਨੀਆਂ ਤੋਂ ਰਹਿਤ ਹੈ ਤੂੰ ਜਨਮ ਤੋਂ, ਸੰਭੋ ਸਵੈ ਸਰੂਪ ਆਪਣੇ ਆਪ ਤੋਂ ਆਪ ਬਣਿਆ ਹੈ। ਪਰਖੋਤਮ ਪਾਰ ਪਰੇ, ਪੁਰਖੋਤਮ ਸਾਰੇ ਪੁਰਖਾਂ ਵਿੱਚੋਂ ਉੱਤਮ, ਉੱਤਮ ਪੁਰਖ, ਪੁਰਖ ਉੱਤਮ। ਪੁਰਖ ਕੌਣ? ਜੋ ਪੂਰਿਆ ਵੈ ਸਾਰਿਆਂ ਵਿੱਚ ਉੱਤਮ ਅਕਾਲ ਪੁਰਖ ਵਾਹਿਗੁਰੂ। ਉਹੀ ਪਰਮੇਸ਼ਰ ਦਾ ਰੂਪ ਹੋ ਜੋ ਤੁਸੀਂ, ਜੋ ਸਾਰਿਆਂ ਤੋਂ ਉੱਤਮ ਪਰਮੇਸ਼ਰ ਸਾਰਿਆਂ ਵਿੱਚ ਰਵਿਆ ਵਾ, ਅਪਾਰ ਪਰੇ, ਮਾਇਆ ਦੀ ਪ੍ਰਕਿਰਤੀ ਤੋਂ ਪਰੇ ਹੈ। ਤਿੰਨਾਂ ਲੋਕਾਂ ਤੋਂ, ਤਿੰਨਾਂ ਗੁਣਾਂ ਤੋਂ, ਜੜ ਚੇਤਨ ਸੂਖਸ਼ਮ ਗੁਰਮੁਖ ਪਿਆਰਿਓ, ਤੇ ਤਿੰਨ ਕਾਲ ਭੂਤ ਭਵਿੱਖ ਭਵਾਨ, ਤਿੰਨੇ ਗੁਣ ਰਜੋ ਤਮੋ ਸਤੋ, ਬਾਲ ਜਵਾਨੀ ਬਿਰਧ, ਇਹ ਤੋਂ ਤੁਸੀਂ ਪਰੇ ਹੋ। ਤਰਲ ਸਥੂਲ ਭਾਪ, ਇਸ ਪ੍ਰਕਿਰਤੀ ਤੋਂ ਤੁਸੀਂ ਪਰੇ ਹੋ। ਨਾ ਤੂੰ ਕਦੇ ਬੁੱਢਾ ਹੈ, ਨਾ ਤੂੰ ਕਦੇ ਬਾਲ ਹੈ, ਨਾ ਉਹ ਬੁੱਢਾ ਨਾ ਉਹ ਬਾਲਾ, ਨਾ ਉਸ ਉਸ਼ਨ ਨਹੀਂ ਉਸ ਸੀਤ। ਉਸ਼ਨ ਕਹਿੰਦੇ ਗਰਮੀ ਨੂੰ, ਸੀਤ ਕਹਿੰਦੇ ਠੰਡ ਨੂੰ। ਨਾ ਤੈਨੂੰ ਕਦੇ ਗਰਮੀ ਨਾ ਤੈਨੂੰ ਠੰਡ, ਇਹਨਾਂ ਗੱਲਾਂ ਤੋਂ ਤੂੰ ਪਰੇ ਹੈ। ਕਰਨ ਕਾਰਨ ਸਮਰਥ ਸਦਾ ਸੋਈ, ਕਾਰਨ ਕਾਰਨ ਕਿੰਨਾ ਕੁ ਸਮਰੱਥ ਹੈ ਉਹ ਤੁਸੀਂ ਬਾਣੀ ਦੀਆਂ ਤੁਕਾਂ ਯਾਦ ਰੱਖਿਆ ਕਰੋ। ਕੀੜਾ ਥਾਪਦੇ ਪਛਤਾਏ ਪਾਤਸ਼ਾਹੀ, ਖਿਨ ਮੈਂ ਨੀਚ ਕੀਟ ਕੋ ਰਾਜ, ਇੰਨਾ ਸਮਰੱਥ ਹੈ। ਇੱਕ ਪਲ ਵਿੱਚ ਕੀੜੇ ਨੂੰ ਬਾਦਸ਼ਾਹ ਤੇ ਇੱਕ ਪਲ ਵਿੱਚ ਲਸ਼ਕਰ ਕਰੇ ਸੋ। ਪਲਾਂ ਦੇ ਵਿੱਚ ਬਾਦਸ਼ਾਹ ਨੂੰ ਨਹੀਂ, ਸਣੇ ਫੌਜਾਂ ਦੇ ਖਾਕ। ਉਹ ਇੰਨਾ ਸਮਰੱਥ ਹੈ, ਸੁਲਤਾਨਾ ਕਹਾਓ ਕਰਾਏਂਦਾ। ਬਾਦਸ਼ਾਹ ਨੂੰ ਬੱਕਰੀਆਂ ਵਾਂਗ ਛੋਲੇ ਖਾਣੇ ਪਏ ਸੀ ਸ਼ਾਹਜਹਾਨ ਨੂੰ। ਬਾਦਸ਼ਾਹ ਨੂੰ ਘਾਹ ਖਿਲਾਉਣ ਵਾਲੇ ਜਾਨਵਰ, ਉਹ ਤਾਂ ਇੰਨਾ ਸਮਰੱਥ ਹੈ। ਜਲ ਤੇ ਥਲ ਕਰ ਥਲ ਤੇ ਕੂਆ, ਕੂਪ ਤੇ ਮੇਰ ਕਰਾਵੇ, ਧਰਤੀ ਤੇ ਆਕਾਸ਼ ਚੜਾਵੇ, ਚੜੇ ਆਕਾਸ਼ ਗਰਾਵੇ। ਰਾਜ ਆਸ਼ਰਮ ਮਿਤ ਨਹੀਂ ਜਾਣੀ, ਰਾਜ ਆਸ਼ਰਮ ਪਾਠ ਨਹੀਂ ਕਰਨਾ ਭਾਈ। ਰਾਜ ਆਸ਼ਰਮ ਜਿਹੜਾ ਜੱਜੇ ਨੂੰ ਕਰਨਾ ਆੜਾ ਹੈ। ਰਾਜ ਆਸ਼ਰਮ ਬੜੇ ਬੜੇ ਰਾਜੇ ਮਹਾਰਾਜਾਂ ਦੇ ਆਸ਼ਰਮ ਦਰਬਾਰ ਦੇਵੀ ਦੇਵਤਿਆਂ ਦੇ, ਉਹ ਤੇਰੀ ਮਿਤ ਨੂੰ ਨਹੀਂ ਪਾ ਸਕੇ। ਕੀ ਨਹੀਂ ਪਾ ਸਕੇ? ਉਹ ਰਾਜੇ ਉਹਦੀ ਮਿਤ ਕਿਉਂ ਨਹੀਂ ਪਾ ਸਕੇ? ਪਤਾ ਹੀ ਨਹੀਂ ਕਿ ਕੱਲ ਨੂੰ ਰਾਜ ਰਹੂਗਾ ਕਿ ਨਹੀਂ ਰਹੂਗਾ। ਪਤਾ ਹੀ ਨਹੀਂ ਉਹਨੇ ਕੱਲ ਨੂੰ ਕੀ, ਇੱਕ ਮਿੰਟ ਨੂੰ ਕੀ ਕਰ ਦੇਣਾ। ਤੇ ਛੱਡੋ ਹੋਰਾਂ ਦੀਆਂ ਗੱਲਾਂ, ਪਤਾ ਆਪਣਾ ਵੀ ਨਹੀਂ ਵੀ ਅਗਲਾ ਸਾਹ ਆਉਣਾ ਕਿ ਨਹੀਂ ਆਉਣਾ। ਆਖੋ ਸਤਨਾਮ। ਹੋਰ ਦੀਆਂ ਗੱਲਾਂ ਤਾਂ ਕਰੋ ਜੇ ਆਪਣੇ ਨਾਲ ਭਾਣੇ ਨਾਲ ਵਰਦੇ ਹੋਣ। ਗੱਲਾਂ ਹੀ ਕਰੀਦੀਆਂ, ਕਹਿੰਦੇ ਬੈਠਾ ਬੈਠੇ ਹੀ ਚੜਾਈ ਕਰ ਗਿਆ, ਕਹਿੰਦੇ ਉਹਦਾ ਪਤਾ ਹੀ ਨਹੀਂ ਲੱਗਿਆ। ਉਹ ਸਭ ਕੁਝ ਕਰਨ ਨੂੰ ਸਮਰੱਥ। ਪਹਾੜਾਂ ਦੇ ਵਿੱਚ ਦਰਿਆ ਬਣਾ ਦੇਵੇ ਤੇ ਦਰਿਆਵਾਂ ਦੀ ਥਾਂ ਟਿੱਬੇ ਪੈਦਾ ਕਰ ਦੇਵੇ। ਜਲ ਤੇ ਥਲ ਕਰ, ਥਲ ਨਾਮ ਹੈ ਖੁਸ਼ਕੀ ਦਾ, ਤੇ ਕੂਪ ਪਤਾਲਾਂ ਨੂੰ ਅਸਮਾਨ ਬਣਾ ਦੇਵੇ, ਅਸਮਾਨ ਨੂੰ ਪਤਾਲ। ਫਿਰ ਦੇਖੋ ਕੈਸੀ ਘਟਨਾ ਵਾਪਰੀ। ਆਪਾਂ ਗ੍ਰਸਤੀ ਹੈ ਸਾਰੀ। ਨਾਰੀ ਤੇ ਜੋ ਪੁਰਖ ਕਰਾਵੇ, ਪੁਰਖਨ ਤੇ ਜੋ ਨਾਰੀ। ਆਪਣਾ ਗ੍ਰਸਤੀ ਜੀਵਨ ਹੈ ਘਰ ਦਾ। ਬੀਬੀਆਂ ਦੇ ਸਰੀਰ ਵਿੱਚੋਂ ਬੰਦਾ ਪੈਦਾ ਹੁੰਦਾ ਤੇ ਬੰਦੇ ਦੇ ਸੰਜੋਗ ਦੇ ਨਾਲ ਗੁਰਸਿੱਖ ਪਿਆਰਿਓ ਲੜਕੀਆਂ ਪੈਦਾ ਹੁੰਦੀਆਂ। ਨਾਰੀ ਤੇ ਜੋ ਪੁਰਖ ਕਰਾਵੇ ਤੇ ਪੁਰਖਨ ਤੇ ਜੋ ਨਾਰੀ। ऐसा समर्थ गुरसिख प्यारे। कहो कबीर साधु को प्रीतम तिस मूर्त बलिहारी, वो तो कुर्बान जाओ। असमर्थ गुरसिख प्यारे। कहो कबीर साधु को प्रीतम तिस मूर्त बलिहारी, वो तो कुर्बान जाओ। ਉਹਦਾ ਪਤਾ ਹੀ ਨਹੀਂ ਉਹਨੇ ਇੱਕ ਪਲ ਵਿੱਚ ਕੀ ਕਰ ਦੇਣਾ। ਉਹ ਸਮਰੱਥ ਹੈ। ਸਮਰੱਥ ਕਹੀਏ ਜੋ ਸਭ ਕੁਝ ਕਰਨ ਦੇ ਯੋਗ ਹੋਵੇ।
ਸਰਬ ਜੀ ਮਨ ਧਿਆਇਓ। ਸਰਬ ਜੀ ਮਨ ਧਿਆਇਓ, ਤਿੰਨਾਂ ਲੋਕਾਂ ਦੇ ਜੀਵ ਜੰਤ ਧਿਆ ਰਹੇ ਨੇ, ਤੂੰ ਹੀ ਕਰ ਰਹੇ ਨੇ। ਇਹ ਪੰਛੀ ਜਦੋਂ ਬੋਲਦੇ ਆ ਆਪਾਂ ਨੂੰ ਇਹ ਨਹੀਂ ਚੰਗੇ ਲੱਗਦੇ। ਜਿਹੜੇ ਇਹਨਾਂ ਦੇ ਰਸ ਨਾਲ ਜੁੜ ਗਏ, ਜਿਹੜੇ ਵਾਹਿਗੁਰੂ ਦੇ ਨਾਮ ਨਾਲ ਜੁੜ ਗਏ, ਉਹ ਪੰਚਮ ਪਾਤਸ਼ਾਹ ਪੰਛੀਆਂ ਨੂੰ ਕਹਿੰਦੇ ਨੇ, ਜੋ ਬੋਲਤ ਹੈ ਮਿਰਗਮੀਨ ਪਖੇਰੂ, ਸੋ ਫਿਰ ਬਿਨ ਹਰ ਜਾਪਤ ਹੈ ਨਹੀਂ ਹੋਰ। ਉਹ ਸੰਸਾਰ ਦੇ ਲੋਕੋ ਚਿੜੀਆਂ ਘਟਾਰਾਂ ਜੋ ਕੁਝ ਬੋਲਦੀਆਂ ਇਹ ਵਾਹਿਗੁਰੂ ਇਹ ਜਪ ਰਹੀਆਂ ਨੇ, ਇਹ ਉਸੇ ਦਾ ਨਾਮ ਬੋਲ ਰਹੇ ਨੇ। ਜੇ ਬੋਲਦੇ ਨਾ ਹੁੰਦੇ ਤਾਂ ਗੁਰੂ ਗ੍ਰੰਥ ਸਾਹਿਬ ਨਾ ਲਿਖਦੇ, ਹਉ ਬਲਿਹਾਰੀ ਤਿੰਨਾਂ ਪੰਖੀਆਂ ਜੰਗਲ ਜਿੰਨਾ ਵਾਸ, ਕੱਕਰ ਚੁਗਣ ਥਲ ਵਸਣ ਰੱਬ ਨਾ ਛੋੜਨ ਪਾਸ। ਤੇ ਤੁਸੀਂ ਦੇਖਿਆ ਹੀ ਹੈ ਪੰਜਾਬ ਵਿੱਚ ਐਸੇ ਪੰਛੀ ਨੇ, ਨਾ ਉਹਨਾਂ ਕੋਲ ਟਾਈਮ ਪੀਸ ਹੈ ਨਾ ਅਲਾਰਮ ਹੈ। ਤੁਸੀਂ ਘੜੀ ਕੋਲ ਰੱਖ ਕੇ ਬੈਠ ਜਿਓ, ਰੋਜ਼ ਉਸੇ ਟਾਈਮ ਬੋਲਣਗੇ, 1 ਮਿੰਟ ਅੱਗੇ ਪਿੱਛੇ ਨਹੀਂ ਹੋ, ਬਿਲਕੁਲ ਉਸੇ ਟਾਈਮ। ਦੇਖ ਲਓ ਆਪਾਂ ਪੰਜਾਬ ਚੋਂ ਹੀ ਆਏ ਹਾਂ। ਘੁੱਗੀਆਂ ਘਟਾਰਾਂ ਉਸੇ ਟਾਈਮ ਬੋਲਣਗੀਆਂ, ਨਹੀਂ ਵਿਸਾਰਦੀਆਂ ਟਾਈਮ ਨੂੰ। ਗੁਰੂ ਗੋਬਿੰਦ ਸਿੰਘ ਮਹਾਰਾਜ ਤੁਹਾਡੇ ਬਾਜਾਂ ਵਾਲੇ ਜਦੋਂ ਹੇਮਕੁੰਡ ਤਪ ਕਰਦੇ ਸੀ, ਉੱਥੇ ਤਾਂ ਨਕਸ਼ਾ ਲਿਖਿਆ ਉਹਨਾਂ ਨੇ 10ਵੇਂ ਗ੍ਰੰਥ ਵਿੱਚ, 5 ਬਾਰ ਗੀਦਰ ਪੁਕਾਰੇ ਪਰੈ ਸੀਤ ਕਾਲ, ਗਧਾ ਕੁੰਚਰਾ ਅਨੇਕ ਦਾ ਪੁਕਾਰ ਹੀ। 10ਵੇਂ ਗ੍ਰੰਥ ਵਿੱਚ ਜਿਹੜਾ ਹੇਮਕੁੰਡ ਸਾਹਿਬ ਹੈ, ਉੱਥੇ ਪੋਹ ਤੇ ਮਾਘ ਦੇ 2 ਮਹੀਨੇ ਨੇ ਨਾ, ਜਿਹੜੇ 5 ਪਹਿਰ ਦੀ ਰਾਤ ਹੁੰਦੀ ਹੈ, 3 ਪਹਿਰ ਦਿਨ ਚੜ੍ਹਦਾ ਉੱਥੇ, 5 ਪਹਿਰ ਦੀ ਰਾਤ। ਤੇ ਗਿੱਦੜ ਆਪਣੇ ਪਿੰਡਾਂ ਵਿੱਚ ਵੀ ਹੁੰਦੇ ਤੇ, ਹੁਣ ਤਾਂ ਟਰੈਕਟਰਾਂ ਨੇ ਮਕਾਤੇ। ਅੱਜ ਕੇ ਆਖੋ ਸਤਨਾਮ, ਅੱਗੇ ਖੁੱਲੀਆਂ ਜ਼ਮੀਨਾਂ ਪਈਆਂ ਹੁੰਦੀ, ਗਿੱਦੜ ਹਿਰਨ ਫਿਰਨੇ, ਚੌਣੇ ਚੁਗਣ ਜਾਣੇ, ਖਾਲੀ ਜ਼ਮੀਨਾਂ। ਤੇ ਗੁਰਸਿੱਖ ਪਿਆਰੇ ਹੁਣ ਜਿੱਦਾਂ ਦੇ ਟਰੈਕਟਰ ਆਏ ਆ, ਹੁਣ ਕਹਿੰਦੇ ਬੱਟਾਂ ਵੀ ਨਹੀਂ ਛੱਡਣੀਆਂ। ਅੱਜ ਕੇ ਆਖੋ ਸਤਨਾਮ, ਪਈਆਂ ਹੀ ਬਾਲੀਆਂ। ਹੁਣ ਕੀਲਿਆਂ ਨਾਲ ਤਾਂ ਆਪਾਂ ਰੱਜੇ ਨਹੀਂ, ਹੁਣ ਪਹੇ ਬਾਹ ਕੇ ਰੱਜਾਂਗੇ। ਵੇਖੋ ਕਿੰਨੀਆਂ ਜ਼ਮੀਨਾਂ ਖੁੱਲੀਆਂ ਹੀ ਪਈਆਂ ਹੁੰਦੀਆਂ ਸੀ, ਫੇਰ ਵੀ ਆਪਣੇ ਬਾਪ ਦਾਦੇ ਰੱਜੇ ਹੋਏ ਸੀ। ਆਪਾਂ ਜ਼ਮੀਨ ਛੱਡੀਓ ਨਹੀਂ, ਫੇਰ ਵੀ ਭੁੱਖੇ ਦੇ ਭੁੱਖੇ, ਟਰੈਕਟਰ ਦੀ ਕਿਸ਼ਤੇ ਨਹੀਂ ਮੁੜਦੀ। ਕਿੰਨੇ ਗਿੱਦੜ ਫਿਰਦੇ ਹੁੰਦੇ ਸੀ, ਸ਼ਾਮ ਨੂੰ ਆ ਕੇ ਆਪਣੇ ਪਿੰਡਾਂ ਦੇ ਕੰਧਾਂ ਕੋਲ ਬੋਲਦੇ ਹੁੰਦੇ ਸੀ। 100 ਦੀ ਡਾਰ ਦੇਖੀ ਹੋਣੀ ਤੁਸੀਂ। ਇਹ ਜਿਹੜਾ ਗਿੱਦੜ ਹੈ ਨਾ, 1 ਪਹਿਰ ਪਿੱਛੇ ਬੋਲਦਾ ਹੈ, ਨੋਟ ਕਰ ਲਿਓ। 3 ਘੰਟੇ ਬਾਅਦ ਰੱਬ ਨੂੰ ਰਾਤ ਨੂੰ ਯਾਦ ਕਰਦਾ। 5 ਬਾਰ ਗੀਦੜ ਪੁਕਾਰੇ, ਉੱਥੇ ਬਾਜਾਂ ਵਾਲੇ ਸੁਣਦੇ ਸੀ। ਉੱਥੇ 5 ਪਹਿਰ ਦੀ ਰਾਤ ਹੁੰਦੀ ਸੀ, 1 ਪਹਿਰ ਵਾਰ ਗਿੱਦੜ, 5 ਵਾਰ ਰਾਤ ਨੂੰ ਹੇਮ। ਹੁਣ ਵੀ ਹੈਗੇ ਗਿੱਦੜ। ਤੇ ਇਹ ਸਾਰੇ ਪੰਛੀਆਂ ਜੀਵਾਂ ਵਿੱਚੋਂ ਇੱਕ ਗਿੱਦੜ ਹੈ ਜਿਹੜਾ ਸਭ ਤੋਂ ਲੋ ਟੈਂਪਰੇਚਰ ਵਿੱਚ ਰਹਿ ਸਕਦਾ। ਦੂਜੇ ਨਾਮ ਤੇ ਰਿਛ ਹੈ। ਇਹ ਸਭ ਤੋਂ ਲੋਐਸਟ ਟੈਂਪਰੇਚਰ ਤੇ ਰਹਿ ਸਕਦੇ ਨੇ, ਬਰਫ਼ ਵਿੱਚ ਰਹਿ ਸਕਦੇ। ਤੁਹਾਨੂੰ ਕਦੇ ਕੈਨੇਡਾ ਜਾਣ ਦਾ ਟਾਈਮ ਮਿਲੇ ਨਾ, ਉੱਥੇ ਪ੍ਰਿੰਸ ਜਾਰਜ ਜਾਇਓ। ਪ੍ਰਿੰਸ ਜਾਰਜ ਤੋਂ 250 ਮੀਲ ਦੀ ਦੂਰੀ ਤੇ ਇੱਕ ਸ਼ਹਿਰ ਹੈ ਮੈਕੈਂਜੀ, ਸੁਣਿਆ ਹੋਣਾ ਤੁਸੀਂ। ਉਹ ਨਾਰਥ ਪੋਲ ਦੇ ਬਿਲਕੁਲ ਨੇੜੇ ਹੈ। ਉੱਥੇ ਜਾ ਕੇ ਵੇਖੋ ਗਿੱਦੜ ਰੋਜ਼ ਮਊਸ਼ ਜਿਹਨੂੰ ਤੁਸੀਂ ਕਹਿੰਦੇ ਹੋ, ਰਿਛ ਆਰਾਮ ਨਾਲ ਖੜੇ ਹੈ। ਗਿੱਦੜ ਮੈਂ ਉੱਥੇ ਆਏ ਸਾਲ ਜਾਣੇ ਦੇਖਿਆ ਮੈਂ। ਤੇ ਹੈਲੀਕਾਪਟਰ ਨਾਲ ਨਾ ਸਰਕਾਰ ਉਹਨਾਂ ਦੀ ਖੁਰਾਕ ਘੇਰਦੀ ਹੈ, ਕਿਉਂਕਿ ਘਾਹ ਘੂ ਸਭ ਕੁਝ ਖਤਮ ਹੋ ਜਾਂਦਾ ਹੈ ਉੱਥੇ। ਮਾਂਸ ਵਾਲਿਆਂ ਨੂੰ ਮਾਂਸ, ਘਾਹ ਵਾਲਿਆਂ ਨੂੰ ਘਾਹ। ਇੱਥੇ ਬਾਪੂ ਨੂੰ ਇਹ ਰੋਟੀ ਦੇਣੀ ਔਖੀ ਹੋਈ ਹੈ। ਅੱਜ ਕੋਈ ਸਤਨਾਮ ਕਹਿੰਦੇ ਬੜਾ ਤੰਗ ਕਰਦਾ ਹੈ। 5 ਬਾਰ ਗਿੱਦੜ ਪੁਕਾਰੇ, ਲੋਐਸਟ ਟੈਂਪਰੇਚਰ ਤੇ ਰਹਿ ਸਕਦਾ ਹੈ। ਉੱਥੇ ਗਿੱਦੜ ਹੁਣ ਵੀ ਹੈਗੇ ਹੇਮਕੁੰਡ ਸਾਹਿਬ, ਕਿਉਂਕਿ ਦਾਸਾਂ ਨੂੰ ਉੱਥੇ ਕਿਰਪਾ ਹੋਈ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਦੀ, ਰਹਿਣ ਦਾ ਵੀ ਟਾਈਮ ਮਿਲੇ। ਤੇ ਗੁਰਸਿੱਖ ਪਿਆਰੇ ਬੋਲਦੇ ਨੇ, 3 ਘੰਟੇ ਬਾਅਦ ਬੋਲਦਾ। ਮਹਾਰਾਜ ਕਹਿੰਦੇ, ਉਹ ਬੰਦਿਆ ਸੁਰਤ ਵਿੱਚ ਆ ਜਾ। 5 ਵਾਰ ਤਾਂ ਰਾਤ ਨੂੰ ਗਿੱਦੜ ਵੀ ਬੋਲਦਾ, ਤੂੰ ਵੀ ਯਾਦ ਕਰ ਲੈ ਕਰ। ਅੱਜ ਕੇ ਆਖੋ ਸਤਨਾਮ, ਉਹ ਸੱਟ ਮਾਰੀ ਹੈ ਆਪਣੇ ਤੇ। 5 ਬਾਰ ਗਿੱਦੜ ਪੁਕਾਰੇ, ਪਰ 5 ਵਾਰ ਕਦੋਂ ਬੋਲਦਾ? ਪਰ ਸੀਤ ਕਾਲ, ਜਦ ਮੌਸਮ ਠੰਡੀ ਹੁੰਦੀ ਹੈ ਉਦੋਂ ਉੱਥੇ ਰਾਤ 5 ਪਹਿਰ ਦੀ ਹੁੰਦੀ ਹੈ। ਨਹੀਂ 4 ਵਾਰ ਬੋਲਦਾ 3-3 ਘੰਟੇ ਬਾਅਦ। ਗਧਾ ਕੁੰਚਰਾ ਅਨੇਕ ਦਾ ਪੁਕਾਰ ਹੀ। ਉਹ ਗਧੇ ਹਾਥੀ ਨੇਕਾਂ ਪੰਛੀ ਉਹਨੂੰ ਗਾਉਂਦੇ ਫਿਰਦੇ ਐ। ਕਦੇ ਤੂੰ ਵੀ ਮੂੰਹ ਤੋਂ ਕਹਿ ਲਿਆ ਕਰ ਸਤਨਾਮ ਸ਼੍ਰੀ ਵਾਹਿਗੁਰੂ। ਉਹ 84 ਲੱਖ ਜੂਨੀ ਉਹਨੂੰ ਗਾਉਂਦੀ ਹੈ। ਸ੍ਰੀ ਗੁਰੂ ਰਾਮਦਾਸ ਜਿਉ ਜੈ ਜਗ ਮੈਂ। ਹੇ ਗੁਰੂ ਰਾਮਦਾਸ ਜੀ, ਤਿੰਨਾਂ ਲੋਕਾਂ ਵਿੱਚ ਸਾਰੇ ਜਗ ਵਿੱਚ ਤੇਰੀ ਜੈ ਜੈਕਾਰ ਹੋ ਰਹੀ ਹੈ। ਤੈ ਹਰ ਪਰਮ ਪਦ ਪਾਇਓ। ਕਿਉਂ ਹੋ ਰਹੀ ਹੈ ਤੇਰੀ ਜੈ ਜੈਕਾਰ? ਤੈਂ ਗੁਰੂ ਨਾਨਕ ਸਾਹਿਬ ਦੇ ਦਰ ਤੋਂ ਹਰੀ ਦੀ ਪਰਮ ਪਦਵੀ,
ਹਰੀ ਦਾ ਤਖਤ ਪਰਮੇਸ਼ਰ ਦਾ ਸੱਚਾ ਤਖਤ ਤੈਂ ਪ੍ਰਾਪਤ ਕਰ ਲਿਆ। ਗੁਰੂ ਨਾਨਕ ਪਾਤਸ਼ਾਹ ਨੇ ਕਿਰਪਾ ਕਰਕੇ ਇਹ ਸੱਚ ਦਾ ਤਖਤ ਸੰਸਾਰ ਵਿੱਚ ਪ੍ਰਗਟ ਕੀਤਾ। ਸ਼ਬਦ ਦਾ ਤਖਤ ਇਹ ਤੁਸੀਂ ਪ੍ਰਾਪਤ ਕਰ ਲਿਆ। ਕੇਵਲ ਮੋਖ, ਜਿਉਂਦੇ ਹੀ ਮੁਕਤ, ਜਿਉਂਦੇ ਹੀ ਮਿਲੇ ਹੋਏ। ਸਾਧ ਸੰਗਤ, ਪਾਣੀ ਜਦੋਂ ਪਾਣੀ ਵਿੱਚ ਮਿਲਦਾ ਕਦੇ ਮਰ ਕੇ ਥੋੜੋ ਮਿਲਦਾ। ਚਰਨਾਂ 'ਚ ਇੱਥੇ ਉਹਨਾਂ ਟਿਊਬ ਮੱਜਦੀ ਹੈ, ਇੱਕ ਬਲਬ 100 ਵਾਟ ਦਾ ਲਾ ਦੋ ਵਿੱਚੇ ਮਿਲ ਜਾਊਗਾ। ਉਹ ਮਰ ਕੇ ਥੋੜੋ ਮਿਲੂ, ਜਿਉਂਦੇ ਜਿਉਂਦੇ ਵਿੱਚ ਮਿਲਣਾ। ਵਾਹਿਗੁਰੂ ਜਿਉਂਦਾ ਹੈ, ਜਿਉਂਦੇ ਮਿਲੋ। ਕਿਵੇਂ ਮਿਲਣਾ ਹੈ? ਬਸ ਪ੍ਰਭ ਕੀ ਆਗਿਆ ਆਤਮ ਹਿਤਾਵੇ, ਜੀਵਨ ਮੁਕਤ ਸੋ ਕਹਾਵੇ। ਮੰਨ ਲਓ ਉਹਦਾ ਕਹਿਣਾ, ਛੱਡ ਦੋ ਮੈਨੂੰ, ਜਿਉਂਦੇ ਹੀ ਮਿਲ ਗਏ ਗੁਰਸਿੱਖ ਪਿਆਰਿਓ। ਉਹ ਗਲਾਸ ਪਏ ਨੇ ਲੰਗਰ ਵਿੱਚ, ਡਰਮ ਵੀ ਪਏ ਹੈ, ਗਲਾਸ ਭਰਿਆ ਵਾ, ਬਾਲਟੀ ਵੀ ਭਰੀ ਵੀ ਹੈ। ਜੇ ਗਲਾਸ ਜਿੱਦ ਕਰੇ ਤੇ ਮੈਂ ਤਾਂ ਗਲਾਸ ਹੀ ਰਹਿਣਾ ਹੈ, ਫੇਰ ਨਹੀਂ ਪਾਣੀ ਬਾਲਟੀ ਵਿੱਚ ਮਿਲਣਾ। ਉਹ ਕਹਿ ਦੇਵੇ ਮੈਂ ਰਹਿਣਾ ਹੀ ਨਹੀਂ, ਵਿੱਚ ਡੋਲ ਦੋ ਪਾਣੀ ਦਾ ਇੱਕੋ ਹੋ ਜਾਊਗਾ। ਅੱਜ ਕਹਿਆ ਕੋ ਸਤਨਾਮ। ਜੇ ਬੂੰਦ ਕਵੇ ਮੈਂ ਤਾਂ ਬੂੰਦ ਰਹਿਣਾ ਹੈ, ਫੇਰ ਨਹੀਂ ਸਮੁੰਦਰ ਨੂੰ ਮਿਲਣਾ। ਉਹ ਕਹਿ ਦੇਵੇ ਮੈਂ ਨਹੀਂ ਹੈ, ਮੈਂ ਮਿਲਣਾ ਹੈ, ਮੈਂ ਹੋਵਾਂ ਨਾ ਹੋਵਾਂ, ਮੈਂ ਤਾਂ ਸਮੁੰਦਰ ਨੂੰ ਮਿਲਣਾ। ਬਸ ਮਿਲ ਗਈ। ਆਪਾਂ ਕਹਿੰਦੇ ਮੈਂ ਹੋਵਾਂ ਤੇ ਗੁਰੂ ਨੂੰ ਵੀ ਮਿਲ ਜਾਵਾਂ। ਇਹ ਕਿੱਥੇ ਗੱਲ ਹੋਣੀ ਹੈ? बस छड़ दे, जब हम होते तब तू नहीं, अब तू ही मैं नहीं, अब हम तुम एक पए हैं। बस उदों मिल सकते जिउंदे गुरु रामदास जी। वो कैबल मुक्ति तुहानू प्राप्त हुई है। सतगुरु नानक भगत करे एक मन। सतगुरु नानक दे महाराज जी ने एक मन 36 युग तप कीता। तुहाडे बाबे नानक ने पिछले जन्म भी 36 युग ते तप भी पता कैसा कीता। ਹੁਣ ਤਾਂ ਸਾਡੇ ਵਰਗੇ ਬਾਬੇ ਨਾਮ ਜਪਦੇ, ਉਹਨਾਂ ਦੇ ਡੇਰੇ ਜਾ ਕੇ ਦੇਖਿਓ ਗਦੈਲੇ ਕਹੇ ਜੇ ਹੈ। 500 ਰੁਪਏ ਦੀ ਤਾਂ ਸਾਡੀ ਸੈਂਟ ਦੀ ਸ਼ੀਸ਼ੀ ਹੈ, ਜਿਹੜੇ ਸਾਡੇ ਚੀਲੇ ਉੱਪਰ ਸਪਰੇ ਜੀ ਕਰਦੇ ਰਹੇ ਨੇ ਸ਼ੂ ਸ਼ੂ। ਸਾਡੇ ਖਾਣੇ ਦੇਖਿਓ ਕਹੇ ਜੇ, ਚੋਲੇ ਦੇਖਿਓ ਕਈਆਂ ਦੇ। ਆ ਜਿਹੜੀ ਮੈਂ ਤਾਂ ਉਹੀ ਜੱਟ ਸਾਹ ਦਾ ਪਾਈ ਫਿਰਦਾ ਪਾਟੀ ਜੀ ਪਰਨੀ ਨਾਲ ਵੀ ਗੋਟੇ ਕਿਨਾਰੀਆਂ ਲੱਗੀਆਂ ਹੋਈਆਂ। ਅੱਜ ਕਹਿਆ ਕੁਲ ਸਤਨਾਮ। ਗਲ ਵਿੱਚ ਪਰਨੀ ਪਾਈ ਹੈ, ਉਹ ਵੀ ਆਲੇ ਦਾਲੇ ਤੇ ਚਿੱਤਮ ਚਿੱਤੀ ਕੀਤੀ ਵੇ ਵੀ ਰਾਤ ਨੂੰ ਲਸ਼ਕੇ ਐਨ। ਕਈਆਂ ਦੇ ਤਾਂ ਇੱਥੇ ਘੁੰਡੀਆਂ ਲਾਈਆਂ, ਘੁੰਡੀਆਂ ਪਰ ਮੋਰਨੀਆਂ ਪਾਈਆਂ ਹੋਈਆਂ। ਵੇਖੋ ਕਿੱਧਰ ਨੂੰ ਗਿਆ ਸਾਡਾ ਸਮਾਜ। ਬਾਬੇ ਨਾਨਕ ਨੇ ਕੀਤਾ ਤਪ 36 ਯੁਗ। ਕਦੇ ਪੜਿਆ ਕਿਸ ਤਰ੍ਹਾਂ ਕਰਿਆ? ਪੜੋ ਤਾਂ ਜੇ ਭਾਈ ਗੁਰਦਾਸ ਤੁਹਾਡੇ ਯਾਦ ਹੋਵੇ। ਭਾਈ ਗੁਰਦਾਸ ਜੀ ਨੇ ਗੁਰੂ ਨਾਨਕ ਸਾਹਿਬ ਦੀ ਆਹ ਤੁਕ, ਸਤਿਗੁਰ ਨਾਨਕ ਭਗਤ ਕਰੀ ਇੱਕ ਮਨ। ਬੜਾ ਸੋਹਣਾ ਵਿਸ਼ਰਾਮ ਦਿੱਤਾ, ਮਨ ਤੇ ਵਿਸ਼ਰਾਮ ਹੈ। ਇਹ ਤਨ ਦੇ ਨਾਲ ਮਨ ਨਹੀਂ ਲਾਉਣਾ ਇੱਥੇ। ਸਤਿਗੁਰ ਨਾਨਕ ਭਗਤ ਕਰੀ ਇੱਕ ਮਨ। ਕਿਸ ਤਰ੍ਹਾਂ ਭਗਤੀ ਕੀਤੀ? ਮਹਾਰਾਜ ਦੀ ਭਗਤੀ ਲਿਖ ਦਿੱਤੀ। ਹੈਰਾਨ ਹੋਈਦਾ, ਐਸੀ ਭਗਤੀ ਐਵੇਂ ਨਹੀਂ ਪਦਵੀਆਂ ਮਿਲਦੀਆਂ। ਤੇ ਗੁਰਸਿੱਖ ਪਿਆਰਿਓ, ਭਾਰੀ ਕਰੀ ਤਪੱਸਿਆ, ਬੜਾ ਭਾਗ ਹਰ ਸਿਉ ਬਣ ਆਈ। ਰੇਤ ਆਕਾਰ ਕਰ ਰੋੜਾਂ ਦੀ ਗੁਰ ਕਰੀ ਬਛਾਈ। ਪੜੋ ਭਾਈ ਗੁਰਦਾਸ ਜੀ। ਐਵੇਂ ਨਹੀਂ ਨਾਨਕ ਦੀ ਵਡਿਆਈ ਵੱਡੀ ਹੋਈ। ਅਸੀਂ ਤਾਂ ਨਾਰੇ ਮਾਰ ਕੇ ਕਹਿੰਦੇ ਸਾਨੂੰ ਪੂਜਾ ਲੱਗ ਜਾਵੇ, ਲੋਕ ਨਾਰੇ ਮਾਰ ਕੇ ਸਾਨੂੰ ਰਾਜ ਮਿਲ ਜਾਵੇ। ਕਮਾਈਆਂ ਤੋਂ ਬਿਨਾਂ ਕਿਤੇ ਇਹ ਨਹੀਂ ਮਿਲਦੇ ਹੁੰਦੇ। ਉਹ ਕਮਾਈ ਸੀ ਜਿਹੜੀ ਪੂਜਾ ਹੋਈ ਗੁਰੂ ਨਾਨਕ ਦੀ। 36 ਯੁਗ ਜਿੱਥੇ ਬੈਠੇ ਸੀ ਉੱਥੇ ਰੋੜ ਵਿਛਾਉਣੇ ਹੇਠ ਤਿੱਖੇ, ਨੀਂਦ ਨਾ ਆਵੇ, ਚੁੱਭਦੇ ਰਹਿਣ। ਰੋੜਾਂ ਦੀ ਗੁਰ ਕਰੀ ਵਿਛਾਈ। ਤੇ ਜਦ ਆਲਸ ਆਉਣੀ, ਅੱਕ ਪਾ ਲੈਣਾ ਮੂੰਹ ਚ ਕੌੜਾ। ਰੇਤ ਅੱਕ ਆਹਾਰ ਕਰ। ਇਹ ਭਾਈ ਗੁਰਦਾਸ ਜੀ ਦੀ ਪੱਕੀ ਬਾਣੀ ਹੈ। ਜਾਓ ਖੰਡੂਰ ਸਾਹਿਬ, ਗੋਇੰਦਵਾਲ ਸਾਹਿਬ, ਤੁਹਾਨੂੰ ਪਤਾ ਲੱਗੇ ਭਗਤੀ ਦਾ। ਕੀਲਾ ਸਾਹਿਬ ਗੁਰਦੁਆਰਾ, ਉੱਥੇ ਕੰਧ ਦੇ ਵਿੱਚ ਕੀਲਾ। ਸਤਿਗੁਰ ਪਾਤਸ਼ਾਹ ਜੀ ਬਿਰਧ ਹੋ ਗਏ, ਸਰੀਰ ਖੜਦਾ ਨਹੀਂ ਸੀ ਉਦੋਂ। ਆਪਣੇ ਬਾਲ ਕੀਲੇ ਨਾਲ ਬੰਨ ਲੈਣੇ। ਜਦੋਂ ਝਟਕਾ ਵੱਜੇ, ਸੁਸਤੀ ਆਵੇ, ਬਾਲ ਪੱਟ ਹੋਣ, ਨੀਂਦ ਨਾ ਆਵੇ। ਅੱਜ ਕੇ ਆਖੋ ਸਤਨਾਮ। ਐਵੇਂ ਨਹੀਂ ਭਗਤੀ, ਐਵੇਂ ਨਹੀਂ ਸ਼ਕਤੀਆਂ ਮਿਲਦੀਆਂ ਹੋਣੀਆਂ। ਅਸੀਂ ਤਾਂ ਡਿਪਲੋਮੇ ਚੱਕੀ ਫਿਰਦੇ, ਦਿਖਾਵੇ ਚੱਕੀ ਫਿਰਦੇ। ਗੁਰਸਿੱਖ ਪਿਆਰਿਓ, ਆ ਸੱਤ ਚੋਲਾ ਪਾਈ ਫਿਰਦਾ, ਇਹ ਦਿਖਾਵਾ ਮੈਨੂੰ ਚੋਲਿਆ ਕਰਕੇ ਸੰਤ ਕਹਿਣ। ਅੰਬਰਧਾਰੀ ਕਿਰਪਾਨ ਉੱਪਰ ਨੂੰ ਪਾਈ ਫਿਰਦਾ, ਕਹਿੰਦਾ ਮੈਨੂੰ ਅੰਬਰਧਾਰੀ ਕਹਿਣ। ਨਹੀਂ, ਇਹ ਤਾਂ ਗੱਲਾਂ ਹੀ ਨਹੀਂ ਇੱਥੇ। ਇਹ ਤਾਂ ਚਿਹਨ ਨੇ। ਜਿਹੜਾ ਬੋਰਡ ਤੂੰ ਲਾਇਆ, ਇੱਥੇ ਬੋਰਡ ਲੱਗਿਆ ਵਾ ਗੁਰਦੁਆਰਾ ਲੱਗਿਆ ਨਾ ਬਾਹਰ, ਨਾਨਕ ਪ੍ਰਕਾਸ਼, ਤੇ ਅੰਦਰ ਵੀ ਗੁਰਦੁਆਰੇ ਵਾਲਾ ਕੰਮ ਹੋਵੇ ਤਾਂ ਹੀ ਬੋਰਡ ਦਾ ਫਾਇਦਾ ਹੈ ਨਾ। ਬਾਹਰ ਬੜਾ ਬੋਰਡ ਲਾਇਆ ਵਾ ਗੁਰਦੁਆਰੇ ਦਾ, ਅੰਦਰ ਨਾ ਮਹਾਰਾਜਾ ਨੇ ਕਥਾ ਹੈ ਨਾ ਕੀਰਤਨ ਹੈ। ਉੱਥੇ ਗੱਪਾਂ ਚੱਲ ਰਹੀਆਂ, ਤਾਸ਼ ਖੇਡ ਰਹੇ ਹੈ। ਫਿਰ ਉਹ ਬੋਰਡ ਦਾ ਕੀ ਫਾਇਦਾ ਹੋਇਆ? ਇਹ ਜਿਹੜੇ ਮੇਰੇ ਵਰਗੇ ਚੋਲੇ, ਅੰਮ੍ਰਿਤਧਾਰੀ ਦਾ ਦ੍ਰਿਸ਼, ਉੱਤੋਂ ਦਾੜੀ ਰੱਖਣੀ, ਤਿਲਕ ਲਾਉਣੀ, ਜੰਜੂ ਪਾਉਣਾ,
ਇਹ ਤਾਂ ਸਰੀਰ ਰੂਪੀ ਹੱਟ ਉੱਤੇ ਬੋਰਡ ਲਾਉਣਾ ਹੈ ਵੀ ਇਸ ਹੱਟ ਵਿੱਚ ਇਹ ਸੌਦਾ ਹੈਗਾ। ਦੁੱਖ ਨਾ ਮਨਾਇਓ, ਅਸੀਂ ਬੋਰਡ ਲਾ ਲੇ, ਹੱਟ ਖਾਲੀ ਹੋ ਪਈ ਹੈ। ਅੱਜ ਕੋ ਸਤਨਾਮ ਸੌਦਾ ਵਿੱਚ ਹੈ ਹੀ ਨਹੀਂ। ਉਸ ਹੱਟ ਤੋਂ ਗਾਹਕ ਹਟ ਜਾਂਦੇ ਆ। ਫਿਰ ਦੁੱਖ ਮਨਾਉਣਾ ਮਨਾ ਲਿਓ, ਸਿੱਖੀ ਦੀ ਹੱਟ ਤੋਂ ਵੀ ਗਾਹਕ ਤਾਂ ਹੀ ਹਟੇ ਨੇ। ਬੋਰਡ ਲਾ ਲੇ ਅਸੀਂ, ਸਿੱਖੀ ਦਾ ਸੌਦਾ ਸਾਡੇ ਕੋਲ ਹੈ ਨਹੀਂ। ਜਿਹੜਾ ਹੱਟ ਵਿੱਚ ਸੌਦਾ ਪਾਉਣਾ ਸੀ ਤਨ ਹੱਟੜੀ, ਇਹ ਮਨ ਵਣਜਾਰਾ। ਅੰਦਰ ਮਨ ਬੈਠਾ ਵਣਜਾਰਾ ਵਪਾਰੀ। ਇਹ ਸਰੀਰਿਕ ਹੱਟ ਹੈ। ਇਹ ਧਰਮਾਂ ਦੇ ਜਿਹੜੇ ਭੇਖ ਨੇ, ਇਹ ਉੱਪਰ ਬੋਰਡ ਲੱਗੇ ਹੋਏ ਨੇ ਕਿ ਇਸ ਹੱਟ ਵਿੱਚ ਸੌਦਾ ਕੀ ਹੈ। ਹੱਟੀ ਉਹੀ ਚੱਲਦੀ ਹੁੰਦੀ ਹੈ ਜੋ ਬੋਰਡ ਤੇ ਲਿਖਿਆ ਹੋਵੇ, ਉਹੀ ਸੌਦਾ ਅੰਦਰ ਹੋਵੇ। ਦੇਖੋ ਕਿੰਨੀ ਭੀੜ ਆਉਂਦੀ ਹੈ। ਫਿਰ ਅਸੀਂ ਕਹਿੰਦੇ ਬੋਰਡ ਨਾਲੇ ਕੰਮ ਚੱਲ ਪਵੇ, ਉਹ ਨਹੀਂ ਚੱਲਣੀ। ਗੁਰਸਿੱਖ ਪਿਆਰਿਓ, ਧੰਨ ਗੁਰੂ ਰਾਮਦਾਸ ਮਹਾਰਾਜ ਜੀ ਬਾਬਤ ਸੁਣੋ ਤੋ ਫਿਰ ਪੜੋ। ਸਤਿਗੁਰ ਨਾਨਕ ਭਗਤ ਕਰੇ ਇੱਕ ਮਨ। ਦੇਖੋ 36 ਯੁਗ ਤਪ ਤੇ ਰੋੜਾ ਤੇ ਬੈਠਣਾ, ਰੇਤਾ ਮੂੰਹ ਵਿੱਚ ਪਾ ਲੈਣਾ। ਤੁਹਾਨੂੰ ਸਭ ਨੂੰ ਪਤਾ ਹੈ, ਮਾੜਾ ਜਿਹਾ ਵੀ ਕਿਤੇ ਕਿਰਕਲ ਬੀਬੀਆਂ ਰੋਟੀ ਵਿੱਚ ਪਾ ਦੇਣ ਨਾ, ਤੇ ਦੇਖ ਲਓ ਦੰਦ ਕੀ ਕਰਦੇ ਆ। ਫਿਰ ਰੇਤੇ ਦੀ ਕਿਰਕਲ, ਰੇਤੇ ਦੀ ਚੁਟਕੀ ਪਾ ਲੈਣੀ ਮੂੰਹ 'ਚ, ਸੁਸਤੀ ਨਾ ਆਵੇ, ਇਹ ਜੀਭ ਸਵਾਦ ਨਾ ਮੰਗੇ। ਉਹ ਕਮਾਈ ਸੀ 36 ਯੁਗ ਦੀ, ਤਾਂ ਫਿਰ ਦੁਨੀਆ ਢਹੀ ਉਹਦੇ ਚਰਨਾਂ ਤੇ। ਫਿਰ ਕਹਿਤਾ ਬਸ ਤੂੰ ਹੀ ਹੈ। ਅਸੀਂ ਕਮਾਈ ਤੋਂ ਬਿਨਾਂ ਹੀ ਆਪਣੀ ਇੱਜ਼ਤ ਚਾਹੁੰਦੇ। ਮੇਰਾ ਲਾਣਾ ਵੀ ਇਹੋ ਜਿਹਾ ਹੀ ਹੈ। ਕਿਸੇ ਟਕਸਾਲ 'ਚ ਨਹੀਂ ਪੜ੍ਹਨਾ, ਕੋਈ ਗ੍ਰੰਥ ਨਹੀਂ ਦੇਖਣਾ, ਕੋਈ ਅਰਥ ਨਹੀਂ ਸਿੱਖਣੇ। ਬਸ ਸੁਣੀਆਂ ਸੁਣਾਈਆਂ ਗੱਲਾਂ ਨਾਲੇ ਕਹਿੰਦੇ ਅਸੀਂ ਪ੍ਰਚਾਰ ਕਰ ਜਾਣਾ ਹੈ। ਅੱਜ ਕੋਈ ਸਤਨਾਮ ਅਰਥ ਵਾਲੇ ਬੜੇ ਫਿੱਟ ਨੇ, ਉਹ ਕਮੇਟੀਆਂ ਦੇ ਬੜੇ ਫਿੱਟ ਨੇ, ਕਿਉਂਕਿ ਜੋ ਕੁਝ ਦੇ ਦੋ ਉਹੀ ਮਨਜ਼ੂਰ ਹੈ। ਨਾ ਹੋਇਆ ਤਾਂ ਵੀ ਰੋਟੀ ਪਾਣੀ ਤਾਂ ਚੰਗਾ ਮਿਲਦਾ ਹੈ। ਅੱਜ ਕੋਈ ਸਤਨਾਮ ਜੜ ਪੜਤੀ ਨਾ ਗੱਲਾਂ ਨੇ ਸਿੱਖੀ ਦੀ। ਗੁਰਸਿੱਖ ਪਿਆਰੇ, ਸਤਿਗੁਰ ਨਾਨਕ ਭਗਤ ਕਰੀ ਇੱਕ ਮਨ। 36 ਯੁਗ ਦਾ ਤਪ ਜੋ ਗੁਰੂ ਨਾਨਕ ਪਾਤਸ਼ਾਹ ਨੇ ਇੱਕ ਮਨ ਹੋ ਕੇ ਰੋੜਾਂ ਤੇ ਬੈਠ ਕੇ, ਤੇ ਬਾਬੇ ਨਾਨਕ ਨੇ ਸਮਾਧੀ ਲਾਈ ਰੋੜਾਂ ਤੇ 10ਵੇਂ ਰੂਪ ਵਿੱਚ ਸਮਾਧੀ ਲਾ ਲਈ। ਫਿਰ ਬਰਫ਼ ਤੇ 3 ਯੁਗ। ਅੱਜ ਕੇ ਆਖੋ ਸਤਨਾਮ। ਗੁਰੂ ਗੋਬਿੰਦ ਸਿੰਘ ਨੇ 3 ਯੁਗ ਬਰਫ਼ ਤੇ ਬੈਠਣਾ, ਉਹ ਵੀ ਸਿਖਾਲਾ ਨਹੀਂ ਕੋਈ। ਜਾਣੇ ਹੇਮਕੁੰਟ ਤੁਸੀਂ, ਸਮਾਧੀ ਉੱਥੇ ਕਿੱਥੇ ਲੱਗਣੀ ਹੈ? ਉੱਥੇ ਤਾਂ ਇਸ਼ਨਾਨ ਕਰਕੇ ਨਾਲ ਦੇ ਨੂੰ ਕਹੀਦਾ ਘੁੰਡੀਆਂ ਤੂੰ ਲਾ ਦੇ। ਅੱਜ ਕੇ ਆਖੋ ਸਤਨਾਮ। ਉੱਥੇ ਤਾਂ ਗਲਾਸ ਨਹੀਂ ਫੜ ਹੁੰਦਾ ਸਮਾਧੀ। ਉੱਥੇ 3 ਯੁਗ ਬੈਠਾ ਰਿਹਾ ਤੁਹਾਡਾ ਬਾਪੂ, ਤਾਂ ਫਿਰ ਦੁਨੀਆ ਮੰਨੀ ਸੀ ਉਹਨੂੰ। ਤਨ ਮਨ ਧਨ ਗੋਬਿੰਦ ਦਿਓ, ਤਨ ਮਨ ਧਨ ਫੇਰ ਅਰਪ ਦਿੱਤੇ ਗੁਰੂ ਨਾਨਕ ਨੇ ਵਾਹਿਗੁਰੂ ਨੂੰ। ਰੱਖਿਆ ਨਹੀਂ ਆਪਣਾ ਕੋਲ ਕੁਝ ਵੀ। ਜਿੱਥੇ ਵੀ ਲਿਖਿਆ ਮੈਂ ਤਾਂ ਦਾਸ ਹੈ, ਮੈਂ ਤਾਂ ਜਨ ਹੈ। ਗਿਆਨੀ ਲਿਖਿਆ ਹੀ ਨਹੀਂ, ਸੰਤ ਲਿਖਿਆ ਹੀ ਨਹੀਂ, ਉਹਨੇ ਰਾਗੀ ਲਿਖਿਆ ਹੀ ਨਹੀਂ ਆਪਣੇ ਆਪ ਨੂੰ। 29 ਰਾਗਾਂ ਵਿੱਚ ਕੀਰਤਨ ਕੀਤਾ ਬਾਬੇ ਨਾਨਕ ਨੇ, ਦੁਨੀਆ ਚ ਘਾਤੀ ਕੀਰਤਨ ਦੇ ਨਾਲ। ਪਰ ਤਨ ਮਨ ਧਨ ਮੈਂ ਤਾਂ ਹੈ ਹੀ ਨਹੀਂ, ਮੈਂ ਤਾਂ ਤੇਰਾ ਦਾਸ ਹੈ। ਇਹ ਸਭ ਕੁਝ ਤੂੰ ਕਰ ਰਹੇ ਹੈ। ਉਹ ਜੋ ਗੁਰੂ ਨਾਨਕ ਦੀ ਸ਼ਕਤੀ ਭਗਤੀ ਗੁਰਸਿੱਖ ਪਿਆਰਿਓ, ਇੱਕ ਮਨ ਹੋ ਕੇ ਭਗਤੀ ਕੀਤੀ। ਨਾ ਤਨ ਮੇਰਾ ਮੈਂ ਨਾ ਹੀ ਪ੍ਰਭ ਸਭ ਕੁਛ ਤੇਰਾ। ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਪਾਈਐ। ਅੰਗਦ ਅਨੰਤ ਮੂਰਤ ਨਿਜ ਧਾਰੇ। ਪਰ ਗੁਰੂ ਨਾਨਕ ਪਾਤਸ਼ਾਹ ਨੇ ਇੱਕ ਮਨ ਹੋ ਕੇ 36 ਯੁਗ ਭਗਤੀ ਕੀਤੀ। ਉਸ ਗੁਰੂ ਨਾਨਕ ਦੇਵ ਜੀ ਨੂੰ ਗੁਰੂ ਅੰਗਦ ਦੇ ਬਾਬਾ ਲਹਿਣਾ ਜੀ ਨੇ ਤਨ ਮਨ ਧਨ ਤਿੰਨੇ ਦੇਤੇ। ਇੱਕੋ ਅਰਦਾਸ ਕਰਕੇ ਤੁਰੇ ਸੀ, ਮੈਂ ਆਉਣ ਲੱਗਿਆ ਤੇਰੇ ਕੋਲ। ਮੁਕਤਸਰ ਸਾਹਿਬ ਦੇ ਕੋਲ ਹੈ ਬਾਬੇ ਲਹਿਣੇ ਦਾ ਪਿੰਡ, ਜਿੱਥੇ ਗੁਰੂ ਅੰਗਦ ਦੇਵ ਜੀ ਦਾ ਅਵਤਾਰ ਹੋਇਆ। ਸਰਾਏ ਨਾਂਗਾ, ਉੱਥੋਂ ਤੁਰੇ ਸੀ ਕਿੱਥੇ? ਕਰਤਾਰਪੁਰ। ਗੁਰਸਿੱਖ ਪਿਆਰੇ, ਇੱਕੋ ਅਰਦਾਸ, ਮੈਂ ਹੁਣ ਤੇਰੇ ਕੋਲ ਆਉਣ ਲੱਗੇ, ਮੈਨੂੰ ਮੁੜਨ ਜੋਗਾ ਨਾ ਛੱਡੀ। ਅੱਜ ਕੇ ਆਖੋ ਸਤਨਾਮ। ਆ ਅਰਦਾਸ ਮੈਨੂੰ ਬਣਾ ਲਈ ਆਪਣਾ। ਇਸ ਅਰਦਾਸ ਨੇ ਬਾਬੇ ਨਾਨਕ ਦੇ ਮੂੰਹ ਤੋਂ ਕਹਾਤਾ ਸੀ, ਤੂੰ ਲੈਣਾ ਹੈ ਅਸੀਂ ਦੇਣਾ ਹੈ। ਉਹ ਤਨ ਮਨ ਧਨ ਗੋਬਿੰਦ ਦਿਓ। ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਤਨ ਮਨ ਧਨ ਬਾਬਾ ਲਹਿਣਾ ਜੀ ਨੇ ਦੇ ਦਿੱਤਾ। ਇਹ ਭਗਤੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ। ਅੰਗਦ ਅਨੰਤ ਮੂਰਤ ਨਿਜ ਧਾਰੇ। ਬਸ ਜਦੋਂ ਤਨ ਮਨ ਧਨ ਦੇਤਾ ਗੁਰੂ ਨਾਨਕ ਦੇਵ ਜੀ ਨੂੰ, ਫਿਰ ਅਨੰਤ ਵਾਹਿਗੁਰੂ ਦੇ ਸਰੂਪ ਗੁਰੂ ਨਾਨਕ ਪਾਤਸ਼ਾਹ ਨੇ ਆਪਣੀ ਜੋਤ ਬਾਬਾ ਲਹਿਣਾ ਦੇ ਵਿੱਚ ਧਾਰ ਦਿੱਤੀ।
ਆਪਣੀ ਜੋਤ ਗੁਰੂ ਨਾਨਕ ਪਾਤਸ਼ਾਹ ਨੇ ਲਹਿਣਾ ਜੀ ਨੂੰ ਦੇ ਦਿੱਤੀ। ਅਗਮ ਗਿਆਨ ਰਸ ਰਸੋਹੀਓ, ਉਹ ਰਸ ਰਸਿਓ ਹੀਓ। ਗੁਰੂ ਅੰਗਦ ਦੇਵ ਜੀ ਦੇ ਹਿਰਦੇ ਵਿੱਚ ਅਗੰਮ ਅਕਾਲ ਪੁਰਖ ਦਾ ਗਿਆਨ ਵਸਾ ਦਿੱਤਾ ਗੁਰੂ ਨਾਨਕ ਦੇਵ ਜੀ ਨੇ। ਗੁਰ ਅਮਰਦਾਸ ਕਰਤਾਰ ਕੀਓ ਵਸ। ਦੇਖੋ ਕੈਸੇ ਬਚਨ ਨੇ। ਫਿਰ ਆ ਗਈ ਤੀਜੇ ਪਾਤਸ਼ਾਹ ਦੀ ਵਾਰੀ। ਐਨੀ ਸੇਵਾ ਕੀਤੀ 72 ਸਾਲ ਤੋਂ 84 ਸਾਲ ਤੱਕ ਗਾਗਰ ਢੋਈ। ਕੁੜਮਾਂ ਦੇ ਜਾ ਕੇ ਜਿੱਥੇ ਮੁੰਡਾ ਵਿਆਹ ਹੋਵੇ ਉਹਨਾਂ ਦੇ ਘਰ ਜਾ ਕੇ ਝੂਠੇ ਭਾਂਡੇ ਚੱਕਣੇ, ਗਾਗਰ ਢੋਣੀ, ਠੋਕਰਾਂ ਖਾਣੀਆਂ। ਇਹ ਪਰ ਵਾਹੋ ਹੈ ਅਚਰਜ ਹੈ ਤੂੰ ਗੁਰੂ ਅੰਗਦ ਦੇਵ, ਤੂੰ ਪ੍ਰੇਰਕ ਹੈ, ਤੂੰ ਰੱਬ ਦਾ ਰੂਪ ਹੈ। ਵਸ ਬਸ ਗੁਰੂ ਅਮਰਦਾਸ ਜੀ ਨੇ ਐਸੀ ਸੇਵਾ ਕੀਤੀ ਨਾ, ਕਰਤਾਰ ਨੂੰ ਵਾਹਿਗੁਰੂ ਨੂੰ ਇਹ ਵਸ ਕਰ ਲਿਆ। ਆ ਕਰ ਲੋ ਸੇਵਾ ਜੇ ਵਾਹਿਗੁਰੂ ਨੂੰ। ਗੁਰੂ ਅਮਰਦਾਸ ਉਹਨਾਂ ਨੇ ਵਸ ਕਰਤਾਰ ਨੂੰ ਕਰ ਲਿਆ, ਵਾਹਿਗੁਰੂ ਨੂੰ। ਤੇ ਵਾਹਿਗੁਰੂ ਕੌਣ ਸੀ ਉਸ ਸਮੇਂ? ਗੁਰੂ ਅੰਗਦ ਦੇਵ ਗੁਰੂ ਨਾਨਕ ਦਾ ਰੂਪ ਸਾਫ ਪ੍ਰਗਟ ਹੋਏ ਸੀ। ਜਸ ਕਰਕੇ ਸੇਵਾ ਕਰਕੇ ਐਸੀ ਸੇਵਾ ਕੀਤੀ ਕਿ ਰੱਬ ਨੂੰ ਇਹ ਵਸ ਕਰ ਲਿਆ ਗੁਰੂ ਅਮਰਦਾਸ ਜੀ ਨੇ। ਵਾਹ ਵਾਹ ਕਰ ਧਿਆਨ 24 ਘੰਟੇ ਨਾਲੇ ਗਾਗਰ ਢੋਣੀ ਨਾਲੇ ਸਤਨਾਮ ਦਾ ਜਾਪ। ਮੈਂ ਤਾਂ ਕੱਲ ਵੀ ਬੇਨਤੀ ਕੀਤੀ ਸੀ ਤੇ ਕੋਈ ਮੇਰਾ ਵੀਰ ਬਜ਼ੁਰਗ ਚਾਚਾ ਤਾਇਆ ਗੁੱਸਾ ਨਾ ਕਰਿਓ। ਚਾਹ ਪਾਣੀ ਤੇ ਲੰਗਰ ਦਾ ਛਕਿਆ ਕਰੋ, ਪਰ ਇੱਥੇ ਲੰਗਰ ਵਿੱਚ ਕੁਰਸੀਆਂ ਤੇ ਬੈਠ ਕੇ ਪੁੱਠੀਆਂ ਸਿੱਧੀਆਂ ਗੱਲਾਂ ਨਾ ਕਰਿਆ ਕਰੋ। ਇੱਥੇ ਸਤਿਗੁਰ ਦਾ ਦਰਬਾਰ ਹੈ, ਕੁਝ ਭੈ ਰੱਖਿਆ ਕਰੋ ਮੇਰੇ ਬਜ਼ੁਰਗੋ। ਇਹ ਲੰਗਰ ਤਾਂ ਸਭ ਦਾ ਸਾਂਝਾ, ਜੋ ਮਰਜੀ ਛਕੋ, ਟੁੱਟ ਭੰਡਾਰੇ ਨੇ। ਪਰ ਮੈਂ ਕੁਝ ਸੁਣਦਾ ਹਾਂ ਉੱਥੇ ਬਚਨ ਜਿਹੜੇ ਹੁੰਦੇ ਆ, ਮੇਰੇ ਕੋਲ ਟੇਪ ਨਹੀਂ ਤਾਂ ਕਰੇ ਲਈਏ ਅੱਜ ਕੇ ਆਖੋ ਸਤਨਾਮ। ਇਹੋ ਜਿਹੇ ਬਚਨ ਸਾਨੂੰ ਥੋੜਾ ਜਿਹਾ ਸੰਕੋਚ ਕਰਨਾ ਚਾਹੀਦਾ ਗੁਰੂ ਘਰਾਂ ਵਿੱਚ। ਭੈ ਪ੍ਰਤੀਤ ਰੱਖਣੀ ਚਾਹੀਦੀ ਹੈ ਗੁਰਸਿੱਖ ਪਿਆਰਿਓ ਕਿ ਅਸੀਂ ਬੈਠੇ ਕਿੱਥੇ ਹਾਂ, ਗੱਲਬਾਤ ਇੱਥੇ ਕੀ ਕਰੀਏ। ਗੁਰੂ ਦੇ ਲੇਖੇ ਲੱਗਣ ਵਾਲੇ ਬਚਨ ਕਰੋ, ਉਹੀ ਬਚਨ ਇੱਥੇ ਸ਼ੁਰੂ ਕਰੋ ਜਿਹੜਾ ਕੁਝ ਸੁਧਾਰ ਹੋਵੇ, ਸਾਡਾ ਸੁਣਨ ਵਾਲਿਆਂ ਦਾ ਵੀ ਸੁਧਾਰ ਹੋਵੇ। ਪਰ ਅਸੀਂ ਇਹਨਾਂ ਗੱਲਾਂ ਤੋਂ ਅਵੇਸਲੇ ਹੋਏ ਹੋਏ ਹਾਂ। ਕਮੇਟੀ ਵਾਲੇ ਤਾਂ ਤੁਹਾਨੂੰ ਕਹਿ ਨਹੀਂ ਸਕਦੇ ਕਿਉਂਕਿ ਵੋਟਾਂ 30 ਚੌਥੇ ਸਾਲ ਪੈਣੀਆਂ। ਅੱਜ ਕੇ ਆਖੋ ਸਤਨਾਮ। ਮੈਨੂੰ ਪਤਾ ਹੈ, ਮੈਂ ਵਿਚਾਰੇ ਨੇ, ਮੈਂ ਮੈਂਬਰ ਹੈ ਤਾਂ ਛੋਟੀ ਜਿਹੀ ਕਮੇਟੀ ਹੈ। ਮੈਂ ਤਾਂ ਐਜੀਪੀਸੀ ਦਾ ਮੈਂਬਰ ਅੰਮ੍ਰਿਤਸਰ ਦਾ। ਮੈਨੂੰ ਪਤਾ ਹੈ ਵੀ ਖੁਸ਼ਾਮਦ ਕਰਨੀ ਪੈਂਦੀ ਹੈ ਵੋਟਾਂ ਦੀ, ਉਹ ਤਾਂ ਕਹਿ ਨਹੀਂ ਸਕਦੇ। ਪਰ ਸਾਡਾ ਚੌਕੀਦਾਰਾਂ ਦਾ ਫਰਜ਼ ਹੈ। ਚੌਕੀਦਾਰ ਹਾਕ ਮਾਰ ਕੇ ਜਾਂਦਾ ਹੁੰਦਾ, ਜਾਗਦੇ ਰਹੋ। ਇਹ ਤੁਹਾਡੇ ਚਰਨਾਂ ਵਿੱਚ ਸਾਡੀਆਂ ਬੇਨਤੀਆਂ ਨੇ ਬਜ਼ੁਰਗਾਂ ਦੇ। ਕੋਈ ਇਹਨੂੰ ਉਪਦੇਸ਼ ਨਹੀਂ ਸਮਝਣਾ। ਚੌਕੀਦਾਰ ਜਦੋਂ ਹਾਕ ਮਾਰਦਾ ਉਪਦੇਸ਼ ਨਹੀਂ ਹੁੰਦਾ, ਉਹ ਬੇਨਤੀ ਹੁੰਦੀ ਹੈ, ਆਵਾਜ਼ ਹੁੰਦੀ ਹੈ। ਭਾਈ ਭੋਜਨ ਛਕਦੇ ਕੋਈ ਐਸਾ ਬਚਨ ਕਰੋ ਤਾਂ ਕਿ ਉਹ ਭੋਜਨ ਅੰਮ੍ਰਿਤ ਰੂਪ ਹੋ ਜਾਵੇ, ਉਸ ਭੋਜਨ ਵਿੱਚ ਰਸ ਪੈ ਜਾਵੇ। ਗੁਰਸਿੱਖ ਪਿਆਰਿਓ ਐਸੇ ਬਚਨ ਨਾ ਕਰੋ ਕਿ ਉਹ ਭੋਜਨ ਵੀ ਕੌੜਾ ਹੋ ਜਾਵੇ। ਉਹਦਾ ਰਸ ਕੀ ਬਣਨਾ, ਅੰਦਰ ਜਾ ਕੇ ਜ਼ਹਿਰ ਬਣੇ। ਗੁਰਸਿੱਖ ਪਿਆਰਿਓ ਐਸੇ ਬਚਨ ਗੁਰੂ ਨਾਨਕ ਪਾਤਸ਼ਾਹ ਦੀ ਸੇਵਾ ਗੁਰੂ ਅੰਗਦ ਦੇਵ ਜੀ ਨੇ, ਗੁਰੂ ਅੰਗਦ ਦੇਵ ਜੀ ਦੀ ਸੇਵਾ ਗੁਰੂ ਅਮਰਦਾਸ ਜੀ ਨੇ ਐਸੀ ਕੀਤੀ। ਐਸੇ ਬਚਨ ਵਾਹੋ ਵਾਹ 24 ਘੰਟੇ ਨਾਲੇ ਗਾਗਰ ਢੋਣੀ ਨਾਲੇ ਸਤਨਾਮ ਸ੍ਰੀ ਵਾਹਿਗੁਰੂ। ਇਹੀ ਕਹਿਣਾ ਵਾਹ ਹੈ ਮੇਰੇ ਗੁਰੂ ਅੰਗਦ ਦੇਵ ਤੋਂ, ਅਚਰਜ ਹੈ ਤੇਰੀ ਵਡਿਆਈ, ਤੂੰ ਰੱਬ ਰੂਪ ਹੈ। ਐਸੇ ਹੀ ਬਚਨ ਮੂੰਹ ਤੋਂ ਕਰਦੇ ਕਰਦੇ ਸੇਵਾ ਕਰਦੇ ਸੀ। ਸ੍ਰੀ ਗੁਰੂ ਰਾਮਦਾਸ ਜਿਉ ਜਹ ਜਗ ਮਹਿ। ਉਹ ਫਿਰ ਗੁਰੂ ਅਮਰਦਾਸ ਜੀ ਦੀ ਸੇਵਾ ਤੁਸੀਂ ਕੀਤੀ। ਗੁਰੂ ਰਾਮਦਾਸ ਮਹਾਰਾਜ 6 ਸਾਲ ਜਿਸ ਘਰ ਦੇ ਜਵਾਈ ਗੁਰੂ ਰਾਮਦਾਸ ਗੁਰੂ ਅਮਰਦਾਸ ਦੇ ਘਰ ਦੇ ਵਿਆਹੇ ਹੋਏ ਸੀ, ਛੋਟੀ ਪੁੱਤਰੀ ਨੂੰ ਜਵਾਈ ਸੀ। ਜਵਾਈ ਜਾ ਕੇ ਟੋਕਰਾ ਢੋਵੇ, ਭਾਂਡੇ ਮਾਂਜੇ। ਦੇਖੋ ਕੀ ਅਵਸਥਾ, ਆਪਾਂ ਗ੍ਰਸਤੀ ਆ ਸਾਰੇ। ਜਿਸ ਘਰ ਦੇ ਜਵਾਈ 6 ਸਾਲ ਟੋਕਰੀ ਢੋਈ, 6 ਸਾਲ ਵਿੱਚ ਕੱਟ ਟੁੱਟਿਆ ਸੀ ਬੌਲੀ ਸਾਹਿਬ ਦਾ। 6 ਸਾਲ ਟੋਕਰੀ ਢੋਈ ਗਏ ਨਿਰੰਤਰ। ਬਸ ਜਿੰਨਾ ਟੋਕਰਾ ਭਰ ਦੇਣਾ ਕਿਤੇ ਜਵਾਬ ਹੀ ਨਹੀਂ ਦੇਣਾ, ਚੱਕ ਕੇ ਸਿੱਟਿਆ ਹੋਣਾ। ਨੰਗੇ ਪੈਰ ਪਾਟੇ ਕੱਪੜੇ। ਲਾਹੌਰ ਤੋਂ ਆਈ ਸੰਗਤ, ਇਹਨਾਂ ਦਾ ਕੋੜਮਾ ਚਾਚੇ ਤਾਏ। ਜਦ ਉਹਨਾਂ ਨੇ ਦੇਖਿਆ ਭਾਈ ਜੇਠਾ ਜੀ ਨੂੰ, ਕਹਿੰਦੇ ਸਾਡਾ ਸੋਢੀਆਂ ਦਾ ਮੁੰਡਾ ਇੱਥੇ ਵਿਆਹ ਹੋਇਆ ਤੇ ਉਹਨਾਂ ਦੇ ਘਰ ਮਿੱਟੀ ਢੋਂਦਾ ਤਾਂ ਸਾਡੀ ਕੁੱਲੂ ਕਲੰਕ ਲਾ ਰਹੇ। ਕੀ ਕਹਿਣਗੇ ਲੋਕ, ਤੁਹਾਡਾ ਮੁੰਡਾ ਮਿੱਟੀ ਢੋਂਦਾ ਜਿਹਦੇ ਵਿਆਹ ਹੋਏ ਹੈ। ਦੇਖੋ ਕੈਸੀ ਤਾਨੇ ਮਾਰੇ, ਮਿਹਣੇ ਮਾਰੇ, ਪਰ ਸਭ ਕਹਿਤਾ ਹੋਇਆ ਤੁਹਾਨੂੰ ਮਿੱਟੀ ਦਿਖਦੀ ਹੈ। ਇਹਦੇ ਨਾਲ ਜੁੜ ਕੇ ਦੇਖੋ, ਤੁਹਾਨੂੰ ਪਤਾ ਲੱਗੇ ਇਹ ਚੀਜ਼ ਕੀ ਹੈ। ਇਹ ਧੂੜੀ ਹੈ ਤਾਂ ਜੇ ਮਿਲੇ ਤਾਂ ਮਸਤਕ ਲਾਈਏ, ਜੇ ਕਿਤੇ ਵਿਜੇ ਹੋਵੇ ਪੂਰਬ ਲਿਖਿਆ ਤਾਂ ਧੂੜ ਤਿਨਾਂ ਦੀ ਪਾਈ। ਉਹ ਗੁਰੂ ਰਾਮਦਾਸ ਮਹਾਰਾਜ ਜੀ ਨੇ ਕਾਲ ਕਮਾਈ ਕੀਤੀ।
ਤੈ ਹਰ ਪਰਮ ਪਦ ਪਾਇਓ। ਉਸ ਕਾਲ ਕਮਾਈ ਦੀ ਕਿਰਪਾ ਹੋਈ, ਫਿਰ ਜੈ ਜੈਕਾਰ ਹੋ ਗਈ ਜੁਗਾ ਅੰਦਰ ਗੁਰੂ ਰਾਮਦਾਸ ਜੀ ਤੇਰੀ, ਤੇ ਪਰਮ ਪਦ ਪਾ ਲਿਆ, ਅਵਿਨਾਸ਼ੀ ਪਦ, ਕੇਵਲ ਮੁਕਤੀ, ਵਾਹਿਗੁਰੂ ਦੇ ਨਾਲ ਮਿਲਾਪ, ਇਹ ਸੱਚਾ ਤਖਤ ਤੁਹਾਨੂੰ ਪ੍ਰਾਪਤ ਹੋ ਗਿਆ। ਨਾਰਦ ਧਰੂ ਪ੍ਰਹਲਾਦ ਸੁਦਾਮਾ, ਇਹਨਾਂ ਪਦਵੀਆਂ ਨੂੰ ਜਿੱਥੇ ਹੁਣ ਤੁਸੀਂ ਬੈਠੇ ਹੋ, ਬੜੇ ਬੜੇ ਯੁੱਗਾਂ ਵਿੱਚ ਨਾਰਦ ਜੀ ਬ੍ਰਹਮਾ ਜੀ ਦੇ ਸੁਪੁੱਤਰ, ਧਰੂ ਜੀ ਗੁਰਮੁਖ ਪਿਆਰੇ, ਉਹ ਸੁਦਾਮਾ ਭਗਤ, ਦੁਆਪਰ ਵਿੱਚ ਕ੍ਰਿਸ਼ਨ ਜੀ ਦਾ ਐਡੇ ਐਡੇ ਭਗਤ, ਉਬ ਭਗਤ ਹਰ ਕੇ ਜੋ ਗਣ, ਜਿਹੜੇ ਪਿਛਲੇ ਯੁੱਗਾਂ ਦੇ ਭਗਤ ਗਿਣਤੀ ਵਿੱਚ ਨੇ, ਜਿਹੜੀ ਗਿਣਤੀ ਵਿੱਚ ਆ ਗਏ, ਜਿਨ੍ਹਾਂ ਦਾ ਨਾਂ ਗੁਰੂ ਗ੍ਰੰਥ ਸਾਹਿਬ ਨੇ ਵੀ ਮੰਨ ਲਿਆ। ਆਪਾਂ ਨੇ ਕਹਿੰਦੇ ਭਾਈ ਇਹ ਗਿਣਤੀ ਵਿੱਚ ਆ ਗਈ ਚੀਜ਼, ਗਿਣਤੀ ਤੋਂ ਬਾਹਰ ਕਿਸੇ ਕੀਮਤ ਦੀ ਨਹੀਂ ਹੁੰਦੀ ਚੀਜ਼। ਪੁੱਬ ਪਹਿਲੇ ਯੁੱਗਾਂ ਦੇ ਜੋ ਗਿਣਤੀ ਦੇ ਭਗਤ ਗਿਣੇ ਗਏ, ਮੰਨੇ ਗਏ, ਭਾਵ ਉੱਚੀਆਂ ਪਦਵੀਆਂ ਦੇ। ਅੰਬਰੀਕ ਜੈਦੇਵ ਤਰਲੋਚਨ, ਭਗਤ ਅਮਰੀਕ ਰਾਜਾ ਹੋਇਆ ਜਿਹਦੀ ਵਾਰ ਲਿਖੀ ਹੈ ਭਾਈ। ਅਮਰੀਕ ਮੋਏ ਵਰਤ ਰਾਤ ਗਈ ਦੁਰਵਾਸਾ ਆਇਆ, ਭਾਈ ਗੁਰਦਾਸ ਜੀ ਨੇ ਬੜੀ ਲੰਮੀ ਕਥਾ ਲਿਖੀ ਹੈ। ਇਹ ਐਡਾ ਵੱਡਾ ਭਗਤ ਹੋਇਆ, ਸਤਜੁਗ ਤੋਂ ਲੈ ਕੇ ਕਲਯੁਗ ਤੱਕ ਰਿਹਾ ਗੁਰਸਿੱਖ ਪਿਆਰਿਓ। ਐਡਾ ਵੱਡਾ, ਤਾਂ ਇਹਦਾ ਕਲਯੁਗੀ ਭਗਤਾਂ ਵਿੱਚ ਨਾਂ ਆਇਆ। ਇਹ ਇੱਥੇ ਤੱਕ ਇਹਦੀ ਪਦਵੀ ਰਹੀ ਹੈ। ਅੰਬਰੀਕ ਜੈਦੇਵ, ਜੈਦੇਵ ਪੰਡਤ, ਜਿਨ੍ਹਾਂ ਦੀ ਭਾਈ ਤੁਹਾਡੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਣੀ ਹੈ, ਔਰ ਐਸੀ ਗੋਝ ਬਾਣੀ ਹੈ, ਗੀਤਾ ਦਾਸ ਨੇ ਪੜ੍ਹੀ ਹੈ, ਰਮਹਿਣ ਪੜ੍ਹੀ ਹੈ, ਐਸੀ ਸੰਸਕ੍ਰਿਤ ਜੈਦੇਵ ਜੀ ਨੇ ਉਚਾਰਨ ਕੀਤੀ ਹੈ, ਸ਼ੁੱਧ, ਜਿਹੜੀ ਕਿਸੇ ਗ੍ਰੰਥ ਵਿੱਚੋਂ ਮਿਲਦੀ ਹੋ ਨਹੀਂ। ਪਰਮਾਦ ਪੁਰਖ ਮੰਨੇ ਉਪਮੰਗ ਸਤਿਆਦ ਭਾਵ ਰਤਨ। ਸੰਸਕ੍ਰਿਤ ਬੋਲਣ ਦਾ ਕੋਈ ਤਰੀਕਾ ਹੈ, ਅੰਗਰੇਜ਼ੀ ਦਾ ਵੀ ਤਰੀਕਾ ਹੈ, ਬੋਲਦਾ ਤਾਂ ਮੈਂ ਵੀ ਹਾਂ, ਬੋਲਦੇ ਇੱਥੇ ਦੇ ਵੀ ਹੈਗੇ। ਦੇਖ ਲਓ ਤੁਹਾਡੇ ਨਾਲੋਂ ਮੇਰੀ ਬੋਲੀ ਕਿੱਥੇ ਮਿਲ ਜੂ, ਜਿਹੜੀ ਤੁਹਾਡੀ ਇੰਗਲਿਸ਼ ਉਹ ਮਿਲ, ਕਿਉਂਕਿ ਇੰਗਲਿਸ਼ ਦਾ ਯੁੱਗ ਹੈ, ਇੱਥੇ ਦੇਸ਼ ਹੈ, ਇੱਥੇ ਸ਼ੁੱਧ ਬਹੁਤ ਸਰਲ ਬੋਲੋਗੇ ਤੁਸੀਂ। ਅਸੀਂ ਤਾਂ ਤੱਕ ਕੇ ਕੱਢेंगे ਅੰਦਰੋਂ, ਤੁਹਾਡੇ ਅੰਦਰੋਂ ਧੱਕੇ ਪੈਣੇ ਵੀ ਬਾਹਰ ਨਿਕਲ ਅੱਜ ਕੇ ਆਖੋ ਸਤਨਾਮ। ਅਸੀਂ ਖਿੱਚ ਕੇ ਐਡੇ ਸ਼ੁੱਧ ਸੰਸਕ੍ਰਿਤ ਪ੍ਰਮਾਦ ਪੁਰਖ ਮੰਨੇ ਉਪਮੰਗ ਸਤਿਆਦ ਭਾਵ ਰਤਨ। ਇਹ ਜੈਦੇਵ ਜੀ ਦਾ ਪਦ ਹੈ ਗੁਰਸਿੱਖ ਪਿਆਰਿਓ। ਬੜੀ ਰਿਹਰਸਲ ਕਰਨੀ ਪੈਂਦੀ ਸੀ ਸ਼ੁੱਧ ਬੋਲਣ ਖਾਤਰ। ਉਹ ਜੈਦੇਵ ਜੀ, ਅੰਬਰੀਕ ਜੀ, ਜੈਦੇਵ ਤਰਲੋਚਨ, ਇਹ ਕਲਯੁਗ ਦੇ ਹੋਏ ਨੇ ਤਰਲੋਚਨ ਭਗਤ। ਇਹਨਾਂ ਦੇ 13 ਮਹੀਨੇ ਵਾਹਿਗੁਰੂ ਨੇ ਆ ਕੇ ਸੇਵਾ ਕੀਤੀ ਹੈ, ਰੱਬ ਨੇ ਘਰ ਨੌਕਰ ਬਣ ਕੇ। ਤਰਲੋਚਨ ਜੀ ਦੇ 13 ਮਹੀਨੇ ਰੱਬ ਨੇ ਅੰਤਰਜਾਮੀ ਨਾਂ ਰਖਾਇਆ ਸੀ ਆਪਣਾ, ਜਿਹਦੇ ਪ੍ਰਥਾਏ ਬਾਣੀ ਦਾ ਸ਼ਬਦ ਪੜ੍ਹ ਲਓ, ਨਾਰਾਇਣ ਨਿੰਦਸ ਕਾਏ ਭੂਲੀ ਗਾਵਾਰੀ, ਦੁਕ੍ਰਿਤ ਸੁਕ੍ਰਿਤ ਥਾਰੋ ਕਰਮਰੀ। ਇਹ ਲੜੀ ਜਾਂਦੀ ਸੀ ਇਹਦੇ ਘਰ ਵਾਲੀ, ਲੜਦੀਆਂ ਆਪਣੀਆਂ ਵੀ ਬੀਬੀਆਂ ਲੜ ਪੈਣੀਆਂ। ਅੱਜ ਕੇ ਆਖੋ ਸਤਨਾਮ। ਕੋਈ ਨਹੀਂ, ਜਿੱਥੇ ਦੋ ਭਾਂਡੇ ਉਹਨੇ ਖੜਕਦੇ ਹੀ ਹੁੰਨੇ, ਲੜ ਲੁੜੇ ਕਰੋ ਪਰ ਇਕੱਠੇ ਰਿਹਾ ਕਰੋ, ਕੋਈ ਗੱਲ ਨਹੀਂ। ਕੌਲੀਆਂ ਤਾਂ ਦੋ ਖੜਕਦੀਆਂ ਹੀ ਆ, ਪਰ ਕੌਲੀਆਂ ਜੁਦੀਆਂ ਨਹੀਂ ਹੁੰਦੀਆਂ, ਫੇਰ ਲੰਗਰ 'ਚ ਪਈਆਂ ਰਹਿਣੀਆਂ। ਉਹ ਨਹੀਂ ਕਹਿੰਦੀਆਂ ਵੀ ਮੈਂ ਚੱਲੀ, ਨਾ ਤੁਸੀਂ ਵੀ ਨਾ ਲੜ ਲੁੜ ਕੇ ਕਿਹਾ ਨਾ ਕਰੋ ਮੈਂ ਚੱਲਿਆ ਨਾ। ਉਹ ਕੌਲੀਆਂ ਵਾਂ ਕੋਲੇ ਪੈ ਰਿਹਾ ਕਰੋ, ਖੜਕੜ ਕਰ ਲਿਆ ਕਰੋ, ਕੋਈ ਗੱਲ ਨਹੀਂ। ਤੇ ਗੁਰਸਿੱਖ ਪਿਆਰੇ ਉਹ ਗਲਾਸ ਖੜਕਦੇ ਨਹੀਂ, ਲੈ ਲੰਗਰ ਤੇ ਨੱਠਦੇ ਦੇਖੇ ਹੀ ਨਹੀਂ, ਕਹਿੰਦੇ ਰਹੂੰ ਤੇਰੇ ਕੋਲੇ ਖੜਕੂਗਾ। ਐ ਜੀ ਆਪਣੇ ਘਰਾਂ ਵਿੱਚ ਵੀ ਕਰ ਲਿਆ ਕਰੋ, ਕੋਈ ਗੱਲ ਨਹੀਂ। ਗੁਰਸਿੱਖ ਪਿਆਰੇ ਉਹਦੇ ਜੈਦੇਵ ਦੀ ਘਰ ਵਾਲੀ ਲੜ ਪਈ, ਕਹਿੰਦੇ ਰਾਮ ਰਾਮ ਕਰੀ ਜਾਂਦਾ, ਦੁਨੀਆ ਨੂੰ ਤਾਰੀ ਜਾਂਦਾ, ਕਹਿੰਦਾ ਮੈਂ ਭਗਤ ਹੈ, ਮੈਂ ਮਰਦੀ ਹਾਂ, ਕੋਈ ਕੰਮ ਕਰਨ ਵਾਲਾ ਨਹੀਂ ਹੈ, ਬੁੜੀ ਹੋ ਚੱਲੀ ਮੈਂ, ਮੇਤੇ ਨਹੀਂ ਰੋਟੀਆਂ ਪੱਕਦੀਆਂ, ਮੇਤੇ ਨਹੀਂ ਭਾਂਡੇ ਮਾਂਜਦੇ। ਉਹ ਗੁਰਸਿੱਖ ਪਿਆਰੇ ਭਗਵਾਨ ਨੌਕਰ ਦਾ ਰੂਪ ਧਾਰਨ ਕਰਕੇ ਆ ਗਿਆ। ਉਹ ਭਗਤੀ ਕਰਨ ਗਏ ਵੇ, ਹਾਕਾ ਦਿੰਦਾ ਫਿਰ ਮੈਨੂੰ ਕੋਈ ਨੌਕਰ ਰੱਖ ਲਓ। ਜੈਦੇਵ ਭਗਤ ਜੀ ਤੇ ਬ੍ਰਾਹਮਣੀ ਕਹਿੰਦੀ ਆ ਜਾ ਅਸੀਂ ਰੱਖਣੇ। ਕਹਿੰਦੀ ਕੀ ਨੌਕਰੀ ਲਵੇਂਗਾ, ਤੇਰਾ ਨਾਂ ਕੀ ਹੈ? ਕਹਿੰਦਾ ਮੇਰਾ ਨਾਮ ਅੰਤਰਜਾਮੀ। ਭਗਵਾਨ ਨੇ ਦੱਸਤਾ। ਨੌਕਰੀ ਕੀ ਲਵੇਂਗਾ? ਕਹਿੰਦਾ ਨੌਕਰੀ ਮੈਂ ਕੋਈ ਨਹੀਂ ਲੈਣੀ, ਇੱਕੋ ਸ਼ਰਤ ਹੈ ਮੇਰੀ ਵੀ ਰੋਟੀ ਮੈਂ ਰੱਜਵੀਂ ਖਾਣੀ ਹੈ, ਮੈਨੂੰ ਇਹ ਨਾ ਕਹੀਂ ਵੀ ਜ਼ਿਆਦੇ ਖਾਂਦਾ ਹੈ, ਬਸ ਇਹੀ ਮੇਰੀ ਸ਼ਰਤ ਹੈ, ਹੋਰ ਕੋਈ ਸ਼ਰਤ ਨਹੀਂ। ਜਿੰਨੀਆਂ ਮਰਜ਼ੀ ਖਾ ਲਵਾਂ, ਤੂੰ ਇਹ ਨਹੀਂ ਕਹਿਣਾ ਵੀ ਬਹੁਤੀਆਂ ਰੋਟੀਆਂ ਖਾਂਦਾ ਹੈ। ਕਹਿੰਦੀ ਤੂੰ ਤਾਂ ਬਹੁਤ ਸਸਤਾ ਹੈ, ਆ ਜਾ ਜਿੰਨੀਆਂ ਮਰਜ਼ੀ ਖਾ ਲਈ। 13 ਮਹੀਨੇ ਭਗਵਾਨ ਸੇਵਾ ਕਰਦੇ ਰਹੇ ਨੌਕਰ ਬਣ ਕੇ ਜੈਦੇਵ ਜੀ ਦੀ। ਤੇ ਉਹਨੇ ਦੇਖਿਆ, ਕਹਿੰਦੀ ਜਿੰਨਾ ਮੈਂ ਮੂਹਰੇ ਧਰ ਦਿੰਦਾ ਉਹੀ ਛਕ ਜਾਂਦਾ। ਇਹ ਇੱਕ ਦਿਨ ਜ਼ਿਆਦੇ ਧਰ ਕੇ ਦੇਖਾਂ ਵੀ ਕਿੰਨਾ ਕੁ ਛਕਦਾ। ਹੋਰ ਧਰਤੀਆਂ 5-7 ਉਹ ਵੀ ਛਕ ਗਏ। ਇੱਕ ਦਿਨ ਉਹਨੇ ਜਿੰਨਾ ਆਟਾ ਉਟਾ ਗੁੰਨਿਆ ਸੀ ਨਾ, ਦਾਲ ਦੂਲ ਬਣਾਈ ਸੀ, ਸਾਰਾ ਹੀ ਪਾ ਕੇ ਮੂਹਰੇ ਧਰਤਾ। ਬਾਪੇ ਕਿੱਥੇ ਸਾਡੇ ਹਜਮ ਹੋਵੇ ਗੱਲ। ਕਹਿੰਦੇ ਇਹ ਤਾਂ ਕਿਸੇ ਭੁੱਖੇ ਘਰ ਦਾ ਹੀ ਹੈ, ਅੱਜ ਕੋ ਸਤਨਾਮ, ਇਹ ਤਾਂ ਕਿਤੇ ਰੱਜਣਾ ਹੀ ਨਹੀਂ ਹੈ। ਉਹਦਾ ਹੀ ਵਾਹਿਗੁਰੂ ਲੋਪ ਹੋ ਗਏ। ਫਿਰ ਟੋਲਦੀ ਫਿਰੇ ਕਿੱਥੇ ਕਿੱਥੇ ਗਿਆ ਨੌਕਰ, ਰੋਟੀ ਪੱਕੇ ਪਿੱਟਦੀ ਫਿਰੇ, ਭਾਂਡੇ ਕੌਣ ਮਾਂਜੂਗਾ। ਨੱਠ ਗਿਆ ਨੌਕਰ, ਝੂਠ ਬੋਲਦਾ ਸੀ। ਉਦੋਂ ਸ਼ਬਦ ਉਚਾਰੇ,
ਉਹ ਤਾਂ ਭਗਵਾਨ ਸੀ ਘਰ ਵਾਲੀ ਹੈ, ਉਹਨੂੰ ਕਿਉਂ ਨਿੰਦਦੀ ਐ? ਨਾਰਾਇਣ ਨਿੰਦਸ ਕਾਏ ਭੁੱਲੀ ਗਾਵਾਰੀ। ਇਹ ਗਵਾਰ ਭੁੱਲੀ ਇਸਤਰੀ ਮੇਰੇ ਘਰ ਵਾਲੀ ਕਿਉਂ ਨਿੰਦਦੀ ਐ? ਦੁੱਖਿਤ ਸੁਕ੍ਰਿਤ ਥਾਰੋ ਕਰਮਰੀ। ਇਹ ਖੋਟੇ ਕਰਮਾਂ ਦਾ ਫਲ ਪਾ ਰਹੀ ਹੈ, ਤੂੰ ਨਿੰਦਿਆ ਕਰੀ ਨਾ ਭਗਵਾਨ ਦੀ ਕਿ ਰੱਜਦਾ ਨਹੀਂ। ਉਹ ਤਾਂ ਉਹ ਇੱਥੇ ਪ੍ਰਮਾਣ ਦਿੱਤਾ ਹੈ। ਨਾਮਾ ਅਵਰ ਕਬੀਰ ਭਣੰ। ਤੇ ਨਾਮਾ ਦੇਵ ਜੀ ਕਬੀਰ ਜੀ ਭਣੰ ਉਚਾਰਦੇ ਨੇ, ਸਾਰੀ ਦੁਨੀਆ ਜਾਣਦੀ ਉਹਨਾਂ ਦੇ ਨਾਮ ਨੂੰ। ਤਿੰਨ ਕੋ ਅਵਤਾਰ ਭਇਓ ਕਲ ਦੇਖੋ ਕਿੱਡੀ ਪਦਵੀ ਦੇ ਰਹੀ ਹੈ ਭਗਤਾਂ ਨੂੰ ਬਾਣੀ ਗੁਰਸਿੱਖ ਪਿਆਰਿਓ। ਗੁਰੂ ਗ੍ਰੰਥ ਸਾਹਿਬ ਕਹਿੰਦੇ ਕਲਯੁਗ ਵਿੱਚ ਅਵਤਾਰ ਬਣ ਕੇ ਆਏ ਨੇ। ਤਿੰਨ ਕੋ ਅਵਤਾਰ ਭਇਓ ਕਲ ਭਿੰਤਰ। ਅਵਤਾਰ ਦੁਨੀਆ ਨੂੰ ਤਾਰਨ ਵਾਸਤੇ ਸਰੀਰ ਧਾਰਨ ਕੀਤੇ ਇਹਨਾਂ ਨੇ। ਜਸ ਜਗਤਰ ਪਰਛਾਏ। ਸਾਰੀ ਦੁਨੀਆ ਵਿੱਚ ਇਹਨਾਂ ਭਗਤਾਂ ਦਾ ਜਸ ਛਾਇਆ ਹੋਇਆ ਹੈ। ਕਬੀਰ ਜੀ ਦਾ ਜਸ ਇੰਡੀਆ ਵਿੱਚ ਨਹੀਂ ਹੈ। ਅੱਜ ਜਦ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਹੋ, ਕਬੀਰ ਸਾਹਿਬ ਨੂੰ ਵੀ ਨਾਲੇ ਟੇਕ ਹੁੰਦਾ, ਰਵਿਦਾਸ ਨੂੰ ਨਾਲੇ ਟੇਕ ਹੁੰਦਾ। ਇਸ ਗੁਰੂ ਗ੍ਰੰਥ ਸਾਹਿਬ ਦੇ ਦਰਬਾਰ ਵੀ ਜਿੱਥੇ ਬਾਬੇ ਨਾਨਕ ਦੀ ਕੁਰਸੀ ਹੈ, ਰਵਿਦਾਸ ਚਮਾਰ ਵੀ ਬਰਾਬਰ ਬੈਠਾ ਹੈ। ਨਾਮਦੇਵ ਜੀ ਛੀਂਬੇ ਛੀਪਾ ਕਹਿੰਦੇ ਸੀ, 8 ਦਾਮ ਕੋ ਛੀਪਰੋ ਕੌਡੀਆਂ ਦਾ ਮੁੱਲ ਪਾਉਂਦੀ ਸੀ ਲੋਕ, ਉਹ ਵੀ ਬਰਾਬਰ ਬੈਠਾ। ਤਿੰਨ ਕੋ ਅਵਤਾਰ ਭਇਓ ਕਲ ਭਿੰਤਰ ਜਸ ਜਗਤਰ ਪਰਛਾਇਓ। ਹੁਣ ਜਿੱਥੇ ਗੁਰੂ ਗ੍ਰੰਥ ਸਾਹਿਬ ਦੀ ਭੀੜ ਹੋਵੇਗੀ ਉੱਥੇ ਹੀ ਕਬੀਰ ਰਵਿਦਾਸ ਤੇ ਨਾਮਦੇਵ ਨਾਲੇ ਹੋਣਗੇ। ਆਖੋ ਸਤਨਾਮ। ਸਾਰੇ ਜਗ ਵਿੱਚ ਜਿਨ੍ਹਾਂ ਦਾ ਜਸ ਛਾ ਗਿਆ। ਸ੍ਰੀ ਗੁਰੂ ਰਾਮਦਾਸ ਜੋ ਜਗ ਮੈਂ। हे ਗੁਰੂ ਰਾਮਦਾਸ ਜੀ ਤੁਹਾਡੀ ਵੀ ਸਾਰੇ ਸੰਸਾਰ ਵਿੱਚ ਜੈ ਜੈਕਾਰ ਹੋ ਰਹੀ ਹੈ। ਮੈਂ ਹਰ ਪਰਮ ਪਦ ਪਾਇਓ। ਕਿਉਂਕਿ ਗੁਰੂ ਨਾਨਕ ਪਾਤਸ਼ਾਹ ਦੇ ਦਰ ਤੋਂ ਤੁਸੀਂ ਪਰਮ ਪਦ, ਜੀਵਨ ਮੁਕਤੀ ਦੀ, ਕੇਵਲ ਮੁਕਤੀ ਦੀ, ਵਾਹਿਗੁਰੂ ਦੀ ਪਰਮ ਪਦ ਵਿੱਚ ਸੱਚੀ ਜਿਹੜੀ ਤਖਤ ਹੈ, ਸੱਚਾ ਤਖਤ, ਉਹ ਗੁਰੂ ਨਾਨਕ ਪਾਤਸ਼ਾਹ ਦੇ ਸ਼ਬਦ ਸਰੂਪ ਸਾਡੇ ਸਾਹਮਣੇ ਹੈ। ਇਹ ਸੱਚਾ ਤਖਤ ਹੈ ਗੁਰਸਿੱਖ ਪਿਆਰਿਓ, ਇਹ ਸੱਚੀ ਬਾਣੀ ਹੈ। ਉਹ ਪਦਵੀ ਗੁਰੂ ਰਾਮਦਾਸ ਜੀ ਤੁਸੀਂ ਪ੍ਰਾਪਤ ਕੀਤੀ ਹੈ। ਇੱਥੇ ਤੱਕ ਸਵਈਏ ਚੱਲ ਰਹੇ ਨੇ। 50 ਹੋ ਗਏ, 51 52 ਨਹੀਂ, 5 ਤੇ ਨਾ ਟੋਟਲ ਨਹੀਂ ਗਿਣਤੀ ਕਰੀ ਹੋਈ। 50 ਹੋ ਗਏ ਹੋਣੇ ਮੇਰੇ, 50 51। ਤੇ ਸਤਿਗੁਰ ਪਾਤਸ਼ਾਹ ਕਿਰਪਾ ਕਰਨ ਅਗਲੇ ਸਵਈਏ ਸਤਿਗੁਰ ਰਾਮਦਾਸ ਜੀ ਦੀ ਮਹਿਮਾ ਇਹ ਐਤਵਾਰ ਤੱਕ ਚੌਥੇ ਪਾਤਸ਼ਾਹ ਦੇ ਸਵਈਏ ਭਾਈ ਆਪਾਂ ਪੂਰੀ ਕਰਨ ਦੀ ਕੋਸ਼ਿਸ਼ ਕਰਾਂਗੇ, ਕਿਉਂਕਿ ਇੱਕ ਵੀਕ ਵਿੱਚ ਫਿਰ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਸਵਈਏ ਹੋ ਜਾਣਗੇ। ਸਾਰੀਆਂ ਸੰਗਤਾਂ ਦਾ ਬਹੁਤ ਧੰਨਵਾਦ। ਬੜੇ ਪਿਆਰ ਸਤਿਕਾਰ ਸ਼ਰਧਾ ਨਾਲ ਬੈਠ ਕੇ ਤੁਸੀਂ ਗੁਰੂ ਕੇ ਬਚਨ ਸਰਵਣ ਕਰਦੇ ਹੋ। ਸਤਿਗੁਰ ਮਿਹਰ ਕਰਨ, ਗੁਰੂ ਕੇ ਸੁਣੇ ਹੋਏ ਸ਼ਬਦ ਸਾਡੇ ਹਿਰਦੇ ਵਸਣ। ਇੱਕ ਇੱਕ ਤੁਕ ਵਿੱਚ ਮਹਾ ਗਿਆਨ ਆਨੰਦ ਦੀ ਪ੍ਰਾਪਤੀ ਸਤਿਗੁਰ ਪਾਤਸ਼ਾਹ ਨੇ ਸਾਨੂੰ ਬਖਸ਼ੀ ਹੈ। ਬੇਅੰਤ ਸੰਗਤਾਂ ਵੱਲੋਂ ਮਾਇਆ ਹਾਜ਼ਰ ਹੁੰਦੀ ਹੈ। ਸਤਿਗੁਰ ਤੁਹਾਡੀ ਮਾਇਆ ਸਫਲੀ ਕਰਨ, ਦੇਸ਼ ਪ੍ਰਦੇਸ਼ ਗੁਰੂ ਘਰ ਨਾਲ ਸ਼ਰਧਾ ਪ੍ਰੇਮ ਭਾਵਨਾ ਦੀ ਦਾਤ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਓ ਸਾਹਿਬ ਜੀ ਇੱਕ ਓੰਕਾਰ ਸਤਿਨਾਮ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਅੰਮ੍ਰਿਤ ਵੇਲਾ ਸਚ ਨਾਮ ਵਡਿਆਈ ਵਿਚਾਰ ਕਰਮੀ ਆਵੇ ਕਪੜਾ ਨਾਦਰੀ ਮੋਖ ਦੁਆਰ ਬੇਸ਼ੁਮਾਰ ਅਥਾਹ ਅਗਣਤ ਅਤੁਲ ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ ਤੁਧ ਆਗੇ ਅਰਦਾਸ ਹਮਾਰੀ
ਜੀਉ ਪਿੰਡ ਸਭ ਤੇਰਾ, ਕਉ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨ ਜਾਣੈ ਮੇਰਾ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਨਸਾ ਕਰ ਸਿਮਰਨ ਤੁਜੈ ਨਰ, ਕਾਮ ਕ੍ਰੋਧ ਮਿਟਿਓ ਜੋ ਤਣੈ। ਬਾਚਾ ਕਰ ਸਿਮਰਨ ਤੁਜੈ, ਤਿਨ ਦੁਖ ਦਰਿਦਰ ਮਿਟਿਓ ਜੋ ਖਿਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਰੂਪ ਸਾਧ ਸੰਗਤ, ਸਤਿਗੁਰਾਂ ਦੀ ਪਾਰ ਬਖਸ਼ਿਸ਼ ਹੋ ਰਹੀ ਹੈ। ਜੋ ਅੰਮ੍ਰਿਤ ਵੇਲੇ ਦੇ ਨਿਰਮੋਲਕ ਸਮੇਂ ਪ੍ਰਾਪਤ ਹੋਏ ਹਨ, ਆਪ ਮਾਈ ਭਾਈ ਧਨ ਹੋ। ਜੋ ਸਤਿਗੁਰਾਂ ਦੇ ਬਖਸ਼ੇ ਹੋਏ ਉਦਮ ਪ੍ਰੇਰਨਾ ਦੇ ਨਾਲ ਨਿਤਨੇਮ ਅਨੁਸਾਰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਸੱਚਖੰਡੀ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਸਤਿਗੁਰਾਂ ਦੀ ਬਖਸ਼ਿਸ਼ ਦੁਆਰਾ ਅੰਮ੍ਰਿਤ ਵੇਲੇ ਦੇ ਨਿਤਨੇਮ ਸੰਪੂਰਨ ਹੋਏ ਹਨ। ਆਓ ਸਤਿਗੁਰਾਂ ਦੀ ਚੱਲ ਰਹੀ ਬਾਣੀ ਦੇ ਵਿਚਾਰ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੇ ਭੱਟਾਂ ਦੇ ਸਵਈਏ ਸਰਵਣ ਕਰੀਏ। ਮਨਸਾ ਕਰ ਸਿਮਰਨ ਤੁਜੈ ਨਰ। ਇਹ ਸਤਿਗੁਰੂ ਧੰਨ ਧੰਨ ਗੁਰੂ ਰਾਮਦਾਸ ਮਹਾਰਾਜ, ਜੋ ਗੁਰਸਿੱਖ ਮਾਈ ਭਾਈ ਸਾਧ ਸੰਗਤ ਆ ਕੇ ਆਪ ਜੀ ਦੇ ਦਰਬਾਰ ਵਿੱਚ ਜਾਂ ਆਪੋ ਆਪਣੇ ਘਰਾਂ ਵਿੱਚ ਮਨਸਾ ਮਨ ਦੇ ਸਹਿਤ ਸ਼ੁੱਧ ਬਿਰਤੀ ਦੇ ਨਾਲ ਆਪ ਨੂੰ ਧਿਆਉਂਦੇ ਹਨ, ਸਿਮਰਦੇ ਹਨ। ਮਨਸਾ ਸਹਿਤ ਮਨ ਦੇ ਮਨ ਇਕਾਗਰ ਕਰਕੇ ਸ਼ੁੱਧ ਬਿਰਤੀ ਦੇ ਨਾਲ ਮਨਸਾ ਕਰ ਸਿਮਰੰਤ ਤੁਝੇ ਨਰ। ਜਿਹੜੇ ਜਿਹੜੇ ਪ੍ਰਾਣੀ ਗੁਰਮੁਖ ਪਿਆਰੇ ਮਾਈ ਭਾਈ ਸ਼ਰਧਾ ਦੇ ਨਾਲ ਮਨ ਸਹਿਤ ਸ਼ਰਧਾ ਦੇ ਜੋ ਆਪ ਜੀ ਦਾ ਸਿਮਰਨ ਕਰਦੇ ਹਨ, ਕਾਮ ਕ੍ਰੋਧ ਮਿਟਿਓ ਜੋ ਤਣੈ। ਉਹਨਾਂ ਦਾ ਕੀ ਫਲ ਮਿਲਦਾ ਹੈ? ਆਪ ਜੀ ਦੇ ਸਿਮਰਨ ਕਰਨ ਦੇ ਨਾਲ ਜੋ ਸ਼ਰਧਾ ਮਨ ਕਰਕੇ ਸਹਿਤ ਭਾਵਨਾ ਦੇ ਸਿਮਰਨ ਕਰਦੇ ਹਨ, ਬਾਣੀ ਦਾ ਨਾਮ ਜਪਦੇ ਹਨ। ਕਾਮ ਕ੍ਰੋਧ ਮਿਟਿਓ ਜੋ ਤਿਣੰ। ਤਿਣੰ ਭਾਈ ਇੱਥੇ ਨਾਣੇਦਾਨ ਮਹਾਰਾਜ ਨੇ ਲਿਖਿਆ, ਜੇ ਤਾਂ ਨੰਨਾ ਹੁੰਦਾ ਤਾਂ ਤਿੰਨਾਂ ਦਾ ਸ਼ਬਦ ਆ ਜਾਂਦਾ, ਉਹਦਾ ਕਾਮ ਕ੍ਰੋਧ ਮਿਟ ਜਾਂਦਾ। ਪਰ ਇੱਥੇ ਤਿੰਨ ਸ਼ਬਦ ਹੈ। ਤਿੰਨ ਪੰਜਾਬ ਵਿੱਚ ਤੁਸੀਂ ਜਾਣਦੇ ਹੋ, ਭੁੱਲੇ ਨਹੀਂ ਹੋਣੇ, ਅੱਖਾਂ ਦੇ ਵਿੱਚ ਤਿੰਨ ਪੈਂਦੇ ਹੁੰਦੇ ਸੀ, ਹੁਣ ਵੀ ਪੈ ਜਾਂਦੇ, ਇੱਥੇ ਹੀ ਪੈ ਜਾਂਦੇ। ਉਹ ਅੱਖ ਫਿਰ ਦੇਖਣ ਤੋਂ ਹਟ ਜਾਂਦੀ ਹੈ, ਨਿਗਾਹ ਘਟ ਜਾਂਦੀ ਹੈ। ਜੇ ਅੱਖ ਵਿੱਚ ਤਿੰਨ ਪੈ ਜਾਵੇ, ਫੋਲਾ ਪੈ ਜਾਵੇ। ਸਾਡੀਆਂ ਜਿਹੜੀਆਂ ਇਹ ਅੱਖਾਂ ਨੇ ਭਾਈ, ਇਹ ਤਾਂ ਬਾਹਰ ਸਰੂਪਕ ਦ੍ਰਿਸ਼ਟੀ ਹੈ ਇਹਨਾਂ ਦੀ। ਜਿਸ ਚੀਜ਼ ਦਾ ਸਰੂਪ ਹੋਵੇ ਉਹਨੂੰ ਇਹ ਅੱਖਾਂ ਦੇਖ ਸਕਦੀਆਂ ਨੇ, ਕਿਉਂਕਿ ਲੱਗੀਆਂ ਹੋਈਆਂ ਸਰੂਪ ਨਾਲ ਨੇ। ਹੁਣ ਹਵਾ ਦਾ ਕੋਈ ਸਰੂਪ ਨਹੀਂ, ਸਾਡੇ ਆਲੇ ਦੁਆਲੇ ਹੀ ਫਿਰਦੀ ਹੈ, ਸਾਨੂੰ ਦਿਖਦੀ ਉਹ ਨਹੀਂ। ਗੁਰਸਿੱਖ ਪਿਆਰਿਓ, ਸੁਗੰਧੀ ਫੁੱਲਾਂ ਦੀ ਸਾਡੇ ਹੱਥ ਵਿੱਚ ਹੁੰਦੀ ਹੈ, ਪਰ ਉਹਦਾ ਸਰੂਪ ਕੋਈ ਨਹੀਂ, ਉਹਨੂੰ ਸਾਡੀ ਅੱਖ ਦੇਖ ਨਹੀਂ ਸਕਦੀ ਪ੍ਰੇਮੀਓ, ਕਿਉਂਕਿ ਇਹ ਅੱਖ ਉਸੇ ਚੀਜ਼ ਨੂੰ ਦੇਖਦੀ ਹੈ ਜਿਹਦਾ ਆਕਾਰ ਹੈ, ਕਿਉਂਕਿ ਅੱਖ ਦਾ ਖੁਦ ਆਕਾਰ ਹੈ, ਅੱਖ ਦਾ ਖੁਦ ਸਰੂਪ ਹੈ, ਇਹਦੀ ਸਰੂਪਕ ਦ੍ਰਿਸ਼ਟੀ ਹੀ ਹੈ। ਸੁਗੰਧੀ ਕਦੇ ਅੱਖ ਨਾਲ ਨਹੀਂ ਦੇਖੀ ਜਾ ਸਕਦੀ ਗੁਰਸਿੱਖ ਪਿਆਰਿਓ, ਹਵਾ ਕਦੇ ਅੱਖ ਨਾਲ ਨਹੀਂ ਦੇਖੀ ਜਾ ਸਕਦੀ, ਉਹ ਆਕਾਰ ਨਹੀਂ ਹੈ। ਇਸੇ ਕਰਕੇ ਹੁਣ ਜਿਹੜੀਆਂ ਹਿਰਦੇ ਰੂਪੀ ਸਾਡੀਆਂ ਅੱਖਾਂ ਹਨ, ਜਿਨ੍ਹਾਂ ਨਾਲ ਵਾਹਿਗੁਰੂ ਨੂੰ ਦੇਖਣਾ, ਨਾਨਕ ਸੇ ਅੱਖੜੀਆਂ ਬਿਆਨ ਜਿਨੀ ਦਸੰਦੋ ਮਾਂ ਪਰੀ, ਉਹਨਾਂ ਅੱਖਾਂ ਵਿੱਚ ਜੋ ਕਾਮ ਤੇ ਕ੍ਰੋਧ ਦੇ ਤਿੰਨ ਪੈ ਜਾਂਦੇ ਗੁਰਮੁਖ ਪਿਆਰਿਓ ਫੋਲੇ। ਜਿਸ ਹਿਰਦੇ ਦੀ ਅੱਖ ਵਿੱਚ ਕਾਮ, ਜਿਸ ਹਿਰਦੇ ਅੱਖ ਵਿੱਚ ਕਾਮ ਦੀ ਵਾਸ਼ਨਾ ਗੁਰਸਿੱਖ ਪਿਆਰਿਓ, ਉਹ ਕਦੇ ਕਿਸੇ ਨੂੰ ਧੀ ਭੈਣ ਨਹੀਂ ਵੇਖੇਗਾ, ਨਿਰਮਲ ਅੱਖ ਨਾਲ ਦੇਖ ਹੀ ਨਹੀਂ ਸਕਦਾ। ਉਹ ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ ਕਦੇ ਵੀ ਨਹੀਂ ਜਾਣੂਗਾ ਗੁਰਸਿੱਖ ਪਿਆਰਿਓ, ਕਿਉਂਕਿ ਅੱਖ ਦੀ ਨਿਗਾਹ ਵਿੱਚ ਕਾਮ ਦਾ ਤ੍ਰਿਣ ਪਿਆ ਵੈ, ਵਾਸ਼ਨਾ ਦਾ ਫੋਲਾ ਪਿਆ ਵੈ, ਉਹਨੂੰ ਕਿਸੇ ਦਾ ਸੁੱਧ ਸਰੂਪ ਦਿਖਣਾ ਹੀ ਨਹੀਂ। ਜੋ ਵੀ ਸਾਹਮਣੇ ਆਵੇਗਾ ਮਾੜੇ ਫੁਰਨੇ ਪੈਦਾ ਕਰੂਗੇ ਉਹ ਅੱਖ। ਕ੍ਰੋਧੀ ਜਿਹਦਾ ਤ੍ਰਿਣ ਪੈ ਜਾਣਾ ਅੱਖ ਦੇ ਵਿੱਚ ਗੁਰਮੁਖ ਪਿਆਰਿਓ, ਕ੍ਰੋਧੀ ਜੀਵ ਕਿਸੇ ਦਾ ਵੀ ਮਿੱਤਰ ਨਹੀਂ ਹੁੰਦਾ, ਕਿਤੇ ਭੁਲੇਖੇ ਨਾਲ ਉਹਨੂੰ ਮਿੱਤਰ ਨਾ ਸਮਝ ਬੈਠਿਓ।
ਕ੍ਰੋਧ ਕਰਨ ਵਾਲਾ ਕਿਸੇ ਨੂੰ ਵੀ ਪਿਆਰ ਨਹੀਂ ਕਰਦਾ ਹੁੰਦਾ, ਬੰਦੇ ਨੂੰ ਵੀ ਪਿਆਰ ਨਹੀਂ ਕਰਦਾ। ਜੇ ਕਰੂਗਾ ਵੀ 2 ਮਿੰਟ ਬਾਅਦ ਇਹ ਝਗੜਾ ਕਰ ਲੂ ਗੁਰਸਿੱਖ ਪਿਆਰਿਓ, 2 ਮਿੰਟ ਬਾਅਦ ਇਹ ਲਾਠੀ ਸੋਟਾ ਇੱਕ ਜਗ੍ਹਾ ਹੋ ਜਾਊਗਾ। ਇਸੇ ਕਰਕੇ ਕ੍ਰੋਧੀ ਜੀਵ ਘਰਾਂ ਵਿੱਚ ਦੇਖੋ, ਹੋਰ ਸਭ ਤੋਂ ਵੱਧ ਰਿਸ਼ਤਾ ਤਾਂ ਪਤਨੀ ਦਾ ਸਭ ਤੋਂ ਨੇੜੇ ਦਾ ਰਿਸ਼ਤਾ ਹੈ, ਪਿਆਰ ਭਰਿਆ ਰਿਸ਼ਤਾ ਹੈ। ਉਥੇ ਵੀ ਕ੍ਰੋਧੀ ਜੀਵ ਮਾਰ ਕੁਟਾਈ ਕਰ ਦਿੰਦਾ ਹੈ ਗੁਰਸਿੱਖ ਪਿਆਰਿਓ। ਕ੍ਰੋਧ ਜਿਹੜਾ ਹੈ ਅੱਖ ਵਿੱਚ ਤਿਣ ਹੈ, ਇਹ ਦੇਖਣ ਨਹੀਂ ਦਿੰਦਾ ਕੀ ਕਰਨਾ ਹੈ, ਕੀ ਮੇਰੇ ਸਾਹਮਣੇ ਹੈ। ਇਹ 2 ਤਿਣ ਹਨ ਸਾਡੇ ਅੱਖਾਂ ਵਿੱਚ, ਅੰਤਸ਼ਕਰਨ ਦੀਆਂ ਅੱਖਾਂ ਵਿੱਚ ਪਏ ਹੋਏ ਨੇ, ਜਿਨ੍ਹਾਂ ਨਾਲ ਅਸੀਂ ਰੱਬ ਨੂੰ ਪ੍ਰਮਾਤਮਾ ਨੂੰ ਦੇਖਣਾ ਸੀ। ਇੱਕ ਕਾਮ ਦਾ ਤ੍ਰਿਣ ਹੈ ਭਾਈ ਫੋਲਾ ਅੱਖ ਵਿੱਚ, ਇੱਕ ਕ੍ਰੋਧ ਦਾ ਹੈ। ਪਰ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਜੋ ਆਪ ਦੇ ਨਾਮ ਦਾ ਸਿਮਰਨ ਕਰਦੇ ਹਨ, ਪਰ ਕਰਦੇ ਕਿਵੇਂ? ਮਨਸਾ। ਇੱਥੇ ਆਉਣ ਖਾਤਰ ਵੀ ਤੁਹਾਨੂੰ ਇਹੀ ਸ਼ਬਦ ਵਰਤਿਆ ਬਾਣੀ ਵਿੱਚ, ਮਨਸਾ ਧਾਰ ਜੋ ਘਰ ਤੇ ਆਵੇ, ਸਾਧ ਸੰਗਤ ਜਨਮ ਮਰਨ ਮਿਟਾਵੇ। ਐਸੀ ਅਵਸਥਾ ਸ਼ਰਧਾ ਦੇ ਨਾਲ ਸਹਿਤ ਗੁਰਸਿੱਖ ਪਿਆਰਿਓ, ਸਰਦਾ ਪ੍ਰਤੀਤ ਦੇ ਨਾਲ ਜਿਹੜੇ ਇੱਥੇ ਆਉਂਦੇ ਨੇ, ਸੰਗਤ ਉਹਨਾਂ ਦਾ ਜਨਮ ਮਰਨੇ ਮਿਟਾ ਦਿੰਦਾ ਹੈ ਗੁਰਸਿੱਖ ਪਿਆਰਿਓ। ਉਹੀ ਸ਼ਬਦ ਇੱਥੇ, ਮਨਸਾ ਕਰ ਸਿਮਰੰਤ ਤੁਝੈ ਨਰ। हे ਗੁਰੂ ਰਾਮਦਾਸ ਜੀ, ਜੋ ਸਹਿਤ ਸ਼ਰਧਾ ਦੇ ਮਨ ਬਿਰਤੀ ਇਕਾਗਰ ਕਰਕੇ ਤੁਹਾਨੂੰ ਤੇ ਆਉਂਦੇ ਹਨ, ਸਿਮਰਨ ਕਰਦੇ ਹਨ, ਉਹਨਾਂ ਦੇ ਅੰਤਸ਼ਕਰਨ ਰੂਪੀ ਨੇਤਰਾਂ ਵਿੱਚ ਜੋ ਕਾਮ ਕ੍ਰੋਧ ਦੇ ਤਿਣ ਪਏ ਹੋਏ ਨੇ ਫੋਲੇ, ਉਹ ਤੁਹਾਡੇ ਸਿਮਰਨ ਕਰਨ ਨਾਲ ਐਸੀ ਸੁਧ ਨਿਗਾਹ ਹੋ ਜਾਂਦੀ ਹੈ, ਐਸਾ ਕ੍ਰੋਧ ਸ਼ਾਂਤ ਹੋ ਜਾਂਦਾ ਹੈ। ਇਹ ਵਿਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ। ਜਿੰਨਾ ਚਿਰ ਕਾਮ ਦਾ ਤ੍ਰਿਸ਼ਨ ਸਾਡੇ ਅੰਦਰ ਤਿਣ ਪਿਆ ਵਾ ਨਾ ਅੱਖ ਵਿੱਚ, ਕਿਸੇ ਨੂੰ ਆਪਾਂ ਚੰਗਾ ਦੇਖਾਂਗੇ ਹੀ ਨਹੀਂ, ਉਹਦੇ ਦੇਖਦੇ ਸਾਰ ਮਨ ਵਿੱਚ ਬੁਰਾਈ ਆ ਜਾਊਗੀ। ਪਰ ਜਦੋਂ ਇਹ ਕਾਮ ਵਾਸ਼ਨਾ ਦਾ ਤਿਣ ਨਿਕਲ ਜਾਂਦਾ ਹੈ, ਫਿਰ ਇਹੀ ਸੰਸਾਰ ਵਾਹਿਗੁਰੂ ਦਾ ਰੂਪ ਦਿਖਣ ਲੱਗ ਜਾਂਦਾ ਹੈ। ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਜਦੋਂ ਕ੍ਰੋਧ ਦਾ ਤਿਣ ਨਿਕਲ ਜਾਣਾ ਗੁਰਸਿੱਖ ਪਿਆਰਿਓ, ਵਾਹਿਗੁਰੂ ਦੇ ਸਿਮਰਨ ਕਰਕੇ ਐਸੀ ਸ਼ਾਂਤੀ ਤੁਹਾਡੇ ਸਾਹਮਣੇ ਹੀ ਆਈ ਹੈ। ਕੋਈ ਗੱਲਾਂ ਕਹਿਣ ਦੀਆਂ ਨਹੀਂ, ਗੁਰਸਿੱਖ ਧਰਮ ਵੀ ਜੋ ਵੀ ਗੱਲਾਂ ਹਨ ਹੋਈਆਂ ਨੇ। ਆਰਾ ਸਿਰ ਪਰ ਚੀਰ ਰਹੇ ਸੀ ਭਾਈ ਮਤੀ ਦਾਸ ਨੂੰ, ਉਹਨਾਂ ਨੂੰ ਮਾੜਾ ਕਿਹਾ ਹੀ ਨਹੀਂ, ਕ੍ਰੋਧ ਆਇਆ ਹੀ ਨਹੀਂ। ਰੇਤਾ ਪਾ ਰਹੇ ਸੀ ਗੁਰੂ ਅਰਜਨ ਦੇਵ ਦੇ ਸਿਰ ਪਰ ਤੇ ਹੇਠ ਅੱਗ ਮਚਾ ਰਹੇ ਸੀ, ਤभी ਕਿਹਾ ਹੀ ਨਹੀਂ ਤੁਹਾਡੀ ਕੁਲ ਦਾ ਨਾਸ ਹੋ ਜਾਵੇ, ਤੁਸੀਂ ਪਾਪੀ ਹੋ। ਉੱਥੇ ਬੈਠ ਕੇ ਵੀ ਕ੍ਰੋਧ ਨਹੀਂ ਆਇਆ, ਸਗੋਂ ਕਹਿਤਾ ਤੇਰਾ ਕੀਆ ਮੀਠਾ ਲਾਗੇ, ਨਾਮ ਪਦਾਰਥ ਨਾਨਕ ਮੰਗੇ। ਉਹ ਵਾਹਿਗੁਰੂ ਨੇ ਐਸਾ ਕ੍ਰੋਧ ਦਾ ਤਿਣ ਕੱਢਤਾ ਅੱਖ ਵਿੱਚੋਂ, ਜਿਹੜੇ ਭੱਠੀਆਂ ਵਿੱਚ ਦੇਗ ਵਿੱਚ ਉਬਾਲਦੇ ਤੇ ਉਹਨਾਂ ਉੱਤੇ ਵੀ ਗੁੱਸਾ ਨਹੀਂ ਆਇਆ, ਉਹਨਾਂ ਉੱਤੇ ਵੀ ਕ੍ਰੋਧ ਨਹੀਂ ਸਤਿਗੁਰਾਂ ਨੇ ਕੀਤਾ। ਗੁਰਸਿੱਖ ਪਿਆਰਿਓ, ਨਾਮਦੇਵ ਭਗਤ ਜੀ ਨੂੰ ਬੰਨ ਕੇ ਹਾਥੀਆਂ ਮੂਹਰੇ ਕੀਤਾ, ਉਹਨਾਂ ਉੱਤੇ ਕ੍ਰੋਧ ਆਇਆ ਹੀ ਨਹੀਂ। ਕਬੀਰ ਸਾਹਿਬ ਦੀ ਕਿੰਨੀ ਬੇਇੱਜ਼ਤੀ ਕੀਤੀ, ਕ੍ਰੋਧ ਆਇਆ ਹੀ ਨਹੀਂ। ਇਹ ਸਾਡੀ ਅੰਤਸ਼ਕਰਨ ਰੂਪੀ ਅੱਖ ਵਿੱਚ ਕ੍ਰੋਧ ਦਾ ਫੋਲਾ ਪਿਆ ਵੈ, ਤਿਣ ਪੈ ਜਾਣਾ ਅੱਖ ਵਿੱਚ। ਮਾੜੀ ਜੀ ਗੱਲ ਕੋਈ ਕਹਿੰਦਾ ਹੈ, ਉਦੋਂ ਹੀ ਅਸੀਂ ਭਾਈ ਅੱਗ ਭਭੂਕੇ ਹੋ ਜਾਂਦੇ। ਜਦੋਂ ਵਾਹਿਗੁਰੂ ਦਾ ਸਿਮਰਨ ਹੁੰਦਾ ਹੈ, ਉਹ ਕ੍ਰੋਧ ਤੇ ਕਾਮ ਦੇ ਤਿਣ ਅੱਖਾਂ ਵਿੱਚੋਂ ਨਿਕਲ ਜਾਂਦੇ ਹਨ। ਬਾਚਾ ਕਰ ਸਿਮਰਤ ਤੁਝੈ। ਦੂਜਾ ਨੰਬਰ ਹੈ ਬਾਚਾ, ਕਹੀਏ ਬਚਨ ਦੁਆਰਾ, ਬਾਣੀ ਦੁਆਰਾ। ਮਨ ਬਚ ਕਰਮ, ਤਿੰਨੇ ਕਰਮ ਨੇ ਭਾਈ। ਇੱਕ ਅਸੀਂ ਮਨ ਨਾਲ ਕਰਦੇ ਹਾਂ, ਇੱਕ ਅਸੀਂ ਬਚਨਾਂ ਨਾਲ ਕਰਮ ਕਰ ਰਹੇ ਹਾਂ, ਇੱਕ ਕਰਮ ਕਹੀਏ ਸਰੀਰ ਦੇਹੀ ਨਾਲ ਕਰ ਰਹੇ ਹਾਂ। हे ਸਤਿਗੁਰੂ ਗੁਰੂ ਰਾਮਦਾਸ ਜੀ, ਜਿਹੜੇ ਤੁਹਾਨੂੰ ਬਚਨ ਕਰਕੇ ਬਾਣੀ ਕਰਕੇ, ਜੋ ਸਤਿਗੁਰੂ ਗੁਰੂ ਨਾਨਕ ਦੇਵ ਜੀ ਦਾ ਨਾਮ ਬਾਣੀ ਤੁਸੀਂ ਵਰਤਾ ਰਹੇ ਹੋ, ਜਿਹੜੇ ਮੁਖ ਦੁਆਰਾ ਇਹੀ ਬਚਨ ਕਰਦੇ ਨੇ, ਧੰਨ ਧੰਨ ਰਾਮਦਾਸ ਗੁਰ, ਆਪ ਨੂੰ ਧੰਨ ਕਹਿੰਦੇ ਹਨ, ਸਿਮਰਦੇ ਹਨ ਬਾਣੀ ਕਰਕੇ ਮੁਖ ਦੁਆਰਾ। ਤਿੰਨ ਦੁੱਖ ਦਰਿਦਰ ਮਿਟਿਓ ਜੋਖਿਣ। ਉਹਨਾਂ ਦੇ ਦੁੱਖ ਸਰੀਰ ਦੇ ਭਾਈ, ਜਨਮ ਮਰਨ ਦੇ। ਦਰਿਦਰ 3 ਨੇ ਅਵਿਦਿਆ ਦੇ। ਮਨ ਦਾ ਦਲਿੱਦਰ ਹੈ ਗੁਰਸਿੱਖ ਪਿਆਰਿਓ, ਅੰਮ੍ਰਿਤ ਵੇਲੇ ਜਾਗਣ ਤੋਂ ਦਲਿੱਦਰੀ ਹੋਇਆ ਵਾ, ਇਹ ਇਸ਼ਨਾਨ ਕਰਨ ਤੋਂ ਦਲਿੱਦਰੀ, ਇਹ ਮਾਨਸਿਕ ਅਵਿਦਿਆ ਦਾ ਦਰਿੱਦਰ ਹੈ ਸਾਡੇ ਅੰਦਰ। ਤਨ ਦਾ ਦਰਿੱਦਰ ਹੈ ਸੇਵਾ ਕਰਨ ਤੋਂ, ਪਰਉਪਕਾਰ ਕਰਨ ਤੋਂ, ਭਲਾ ਕਰਮ ਕਰਨ ਤੋਂ, ਇਹਦੇ ਵਿੱਚ ਦਲਿੱਦਰ ਹੈ। ਬੁਰੇ ਕਾਮ ਕੋ ਉਠ ਖਲੋਇਆ, ਨਾਮ ਕੀ ਬੇਲਾ ਪੈ ਪੈ ਸੋਇਆ, ਇਹ ਦਰਿੱਦਰ ਹੈ ਗੁਰਸਿੱਖ ਪਿਆਰਿਓ ਅਵਿਦਿਆ ਦਾ। ਤੇ ਸਾਡੀ ਬਚਨ ਬਾਣੀ ਵਿੱਚ ਅਵਿਦਿਆ ਦਾ ਇੱਕ ਆਲਸ ਦਰਿੱਦਰ ਹੈ। ਕਿਹੜਾ? ਹੋਰ ਕੱਚੀਆਂ ਪਿਲੀਆਂ ਗੱਲਾਂ ਕਰਨ ਤੋਂ ਆਪਾਂ ਬਹੁਤ ਸ਼ੇਰ ਉੱਚੀ ਉੱਚੀ ਬੋਲਦੇ ਹਾਂ, ਪਰ ਬਾਣੀ ਕਰਕੇ ਅਸੀਂ ਸਤਿਗੁਰਾਂ ਦੀ ਬਾਣੀ, ਸਤਨਾਮ ਵਾਹਿਗੁਰੂ ਦਾ ਉਚਾਰਨ ਕਰਨ ਨੂੰ ਅਸੀਂ ਦਰਿਦਰੀ ਹੈ ਸਾਡੀ ਬਾਣੀ, ਸਾਡੇ ਬੋਲ ਉਹੀ ਦਰਿਦਰੀ ਹੈ। ਹੋਰ ਕੱਚੀਆਂ ਪਿਲੀਆਂ ਕਵਿਤਾ ਹਿਸਟਰੀਆਂ ਬੜੀਆਂ ਯਾਦ ਹੋ ਜਾਂਦੀਆਂ ਸਾਡੇ ਜ਼ਬਾਨੀ,
ਪਰ ਦੁੱਖ ਦੀ ਗੱਲ ਹੈ ਕਿ ਜਪਜੀ ਸਾਹਿਬ ਯਾਦ ਨਹੀਂ ਹੁੰਦੀ। ਇਹ ਦਲਿੱਦਰ ਹੈ ਬਾਣੀ ਦਾ ਗੁਰਸਿੱਖ ਪਿਆਰਿਓ, ਪਿਆ ਹੋਇਆ ਸਾਡੇ ਉੱਤੇ ਅਵਿਦਿਆ ਦਾ। ਇਹ ਤਿੰਨ ਦਲਿੱਦਰ ਹਨ। ਮਨ ਦਾ ਦਲਿੱਦਰ ਹੈ, ਬੁਰੇ ਸੰਕਲਪ ਸੋਚੀ ਜਾਣੇ, ਐਵੇਂ ਚਿਤਵਨੀਆਂ ਕਰੀਆਂ ਜਾਣੀਆਂ, ਘਰ ਬੈਠੇ ਹੀ ਸੋਚੀ ਜਾਣਾ ਮੈਂ ਇਹ ਕੁਝ ਕਰ ਲੂੰਗਾ, ਇਹ ਬਣ ਜੂੰਗਾ, ਇਹ ਕੁਝ ਕਰਾਂਗਾ, ਇਹ ਬਣੇਗਾ। ਇਹ ਦਲਿੱਦਰੀ ਮਨ ਦੇ ਕਰਨਾ ਹੈ ਨਹੀਂ, ਬਸ ਸੰਕਲਪੇ ਕਰੀ ਜਾਣੇ, ਬੈਠੇ ਸੋਚੀਓ ਜਾਣਾ। ਗੁਰਸਿੱਖ ਪਿਆਰਿਓ, ਇਹ ਦਲਿੱਦਰੀ ਮਨ ਦੇ ਸੁਭਾਅ ਹੁੰਦੇ ਨੇ ਅਵਿਦਿਆ ਦੇ ਕਾਰਨ। ਸਰੀਰ ਉਦਮੀ ਨਾ ਹੋਣਾ, ਅੰਮ੍ਰਿਤ ਵੇਲੇ ਉੱਠਣਾ, ਇਸ਼ਨਾਨ ਨਹੀਂ ਕਰਨਾ, ਭਾਂਡੇ ਨਹੀਂ ਮਾਂਜਣੇ, ਜੋੜੇ ਨਹੀਂ ਸਾਫ਼ ਕਰਨ ਕੇ ਚੱਲ ਕੇ ਸ਼ੁਭ ਕਰਮ ਵਿੱਚ ਕਿਸੇ ਦਾ ਕਾਰਜ ਹੈ ਉਹਦੇ ਵਿੱਚ ਸਹਾਇਤਾ ਨਾ ਦੇਣੀ, ਇਹ ਸਾਡੇ ਸਰੀਰ ਦਾ ਦਲਿੱਦਰ ਹੈ। ਅਵਿਦਿਆ ਕਰਕੇ ਬਾਣੀ ਨਹੀਂ ਬੋਲਣੀ, ਸ਼ੁਭ ਵਚਨ ਦੀ ਮੁਖ ਤੋਂ ਬੋਲਣੇ, ਇਹ ਬਾਚਨ ਬਾਣੀ ਦੇ ਦਲਿੱਦਰ ਹਨ। ਪਰ ਸਤਿਗੁਰ ਗੁਰੂ ਰਾਮਦਾਸ ਮਹਾਰਾਜ ਜਿਹੜੇ ਮਾਈ ਭਾਈ ਤੁਹਾਨੂੰ ਬਚਨਾ ਕਰਕੇ ਰਸਨਾ ਦੁਆਰਾ ਵਾਹਿਗੁਰੂ ਦਾ ਉਚਾਰਨ ਕਰਦੇ ਨੇ, ਬਾਣੀ ਪੜ੍ਹਦੇ ਨੇ, ਉਹਨਾਂ ਦੇ ਦੁੱਖ ਤੇ ਦਲਿੱਦਰ, ਜਨਮ ਮਰਨ ਦਾ ਦੁੱਖ, ਦੇਹ ਦੇ ਦੁੱਖ ਤੇ ਦਲਿੱਦਰ ਅਵਿਦਿਆ ਦੇ, ਮਨ ਦੇ ਬਚਨ ਦੇ ਕਰਮ ਦੇ, ਉਹ ਖਿਣੰ ਕਹੀਏ ਇੱਕ ਖਿਣ ਵਿੱਚ ਹੀ ਨਾਸ਼ ਕਰ ਦਿੰਦੇ। ਉਹ ਇੱਕ ਖਿਣ ਵਿੱਚ ਤੁਸੀਂ ਸਮਰੱਥ ਹੋ ਆਪਣੇ ਸੇਵਕਾਂ ਦੇ ਸਾਰੇ ਦੁੱਖ ਦਲਿੱਦਰ ਨਾਸ਼ ਕਰਨ ਵਿੱਚ। ਕਰਮ ਕਰ ਤੋਏ ਦਰ ਸਪਰਸ, ਜਿਹੜੇ ਕਰਮ ਕਰਦੇ ਨੇ ਸਰੀਰ ਕਰਕੇ। ਦੇਖੋ ਅੰਮ੍ਰਿਤਸਰ ਸਾਹਿਬ ਜਾ ਕੇ ਗੁਰੂ ਰਾਮਦਾਸ ਮਹਾਰਾਜ ਕਿਵੇਂ 1 ਵਜੇ ਤੋਂ ਹੀ ਸੰਗਤਾਂ ਝਾੜੂ ਲੈ ਕੇ ਪ੍ਰਕਰਮਾਂ ਵਿੱਚ ਸਾਫ਼ ਕਰ ਰਹੇ ਨੇ। ਕੋਈ ਗੁਰਮੁਖ ਪਿਆਰਿਓ ਜੋੜਿਆਂ ਨੂੰ ਪਾਲਸ਼ ਕਰ ਰਹੇ ਨੇ। ਦੇਖੋ ਸਾਰੀ ਸੰਗਤ ਦੇ ਜੋੜੇ ਪਾਲਸ਼ ਕਰਕੇ ਆਉਂਦਿਆਂ ਨੂੰ ਤਿਆਰ ਰੱਖੇ ਪਏ ਹੁੰਦੇ ਨੇ। ਕੋਈ ਭਾਈ ਬਾਲਟੀਆਂ ਲੈ ਕੇ ਉੱਥੇ ਪ੍ਰਕਰਮਾਂ ਧੋ ਰਹੇ ਨੇ। ਗੁਰਸਿੱਖ ਪਿਆਰਿਓ, ਐਸੇ ਜਿਹੜੇ ਸਰੀਰ ਕਰਕੇ ਕਰਮ ਕਰਦੇ ਨੇ, ਤੁਹਾਡੇ ਦੱਸੇ ਹੋਏ ਸੇਵਾ ਭਾਵਨਾ ਕਰਕੇ ਸੇਵਾ ਕਰਦੇ ਨੇ। 24 ਘੰਟੇ ਝਗੜਾ ਹੁੰਦਾ ਉੱਥੇ ਗੁਰੂ ਰਾਮਦਾਸ ਜੀ ਦੇ ਲੰਗਰ ਵਿੱਚ ਕਿ ਭਾਂਡੇ ਮੈਨੂੰ ਮਾਂਜਣ ਦਿਓ। ਜਿੱਥੇ ਭਾਂਡੇ ਮਾਂਜਦੀ ਹੈ ਨਾ ਸੰਗਤ, ਉੱਥੇ 2 ਮਿੰਟ ਖੜ ਕੇ ਦੇਖਿਓ, ਉੱਥੇ ਲਾਈਨ ਲੱਗੀ ਹੁੰਦੀ ਹੈ ਕਿ ਪਹਿਲਾਂ ਕਦੋਂ ਉੱਠੇ ਮੈਂ ਬੈਠਾ। ਉਹ ਜਗ੍ਹਾ ਨਹੀਂ ਮਿਲਦੀ, ਸੀਟ ਨਹੀਂ ਮਿਲਦੀ ਭਾਂਡੇ ਮਾਂਜਣ ਦੀ। ਗੁਰਸਿੱਖ ਪਿਆਰਿਓ, ਉਹ ਕਾਹਦਾ ਕਰਮ ਹੈ? ਉਹ ਸਰੀਰ ਕਰਕੇ ਉਦਮ ਕਰਦੇ ਨੇ ਸੇਵਾ ਕਰਨ ਦਾ। ਸਰੀਰ ਕਰਕੇ ਆਉਂਦੇ ਨੇ ਅੰਮ੍ਰਿਤ ਵੇਲੇ ਸ੍ਰੀ ਅੰਮ੍ਰਿਤਸਰ ਸਾਹਿਬ ਦਰਬਾਰ ਦੇ ਆਪ ਜੀ ਦੇ ਜੋ ਦਰਸ਼ਨ ਕਰਦੇ ਨੇ ਸਰੀਰ ਕਰਕੇ। ਪਾਰਸ ਸਰ ਬਲ ਭੱਟ ਜਸ ਗਾਇਓ, ਉਹ ਤਾਂ ਫਿਰ ਕੀ ਬਣ ਗਏ? ਦੇਖੋ ਤਿੰਨਾਂ ਨੂੰ ਇੱਥੇ ਇਕੱਠੇ ਕਰ ਲਓ, ਫਿਰ ਉਹਨਾਂ ਨੂੰ 1 ਡਿਗਰੀ ਦਿੱਤੀ ਹੈ। ਪਹਿਲਾਂ ਤਾਂ ਉੱਪਰ ਡਿਗਰੀ ਦਿੱਤੀ ਹੈ ਨਾ, ਜਿਹੜੇ ਮਨ ਕਰਕੇ ਤੈਨੂੰ ਧਿਆਉਂਦੇ ਨੇ, ਉਹਨਾਂ ਦੇ ਕਾਮ ਕ੍ਰੋਧ ਦੇ ਅੱਖਾਂ ਵਿੱਚੋਂ ਨਿਗਾਹ ਵਿੱਚੋਂ ਤਿੰਨ ਫੋਲੇ ਖਤਮ ਹੋ ਜਾਂਦੇ ਨੇ। ਜੋ ਤੁਹਾਨੂੰ ਬਾਣੀ ਕਰਕੇ ਗਾਉਂਦੇ ਨੇ ਉਹਨਾਂ ਦੇ ਦੁੱਖ ਦਰਿਦਰ ਦੂਰ ਕਰ ਦਿੰਦੇ ਹੋ। ਪਰ ਤੀਜੀ ਗੱਲ ਆ ਗਈ ਗੁਰਮੁਖ ਪਿਆਰਿਓ, ਕਰਮ ਸਰੀਰ ਕਰਕੇ। ਇੱਥੇ ਸਮਝਣ ਵਾਲੀ ਗੱਲ ਇਹ ਹੈ ਕਿ ਬਾਣੀ ਵੀ ਸਰੀਰ ਨਾਲੇ ਪੜ੍ਹਨੀ ਹੈ। ਜੇ ਸਰੀਰ ਹੋਵੇਗਾ ਤਾਂ ਹੀ ਮੂੰਹ ਹੋਇਆ ਤੇ ਤਾਂ ਹੀ ਬਾਣੀ ਪੜ੍ਹੇਗਾ, ਤੇ ਸਰੀਰ ਹੋਵੇਗਾ ਤਾਂ ਹੀ ਮਨ ਹੈ। ਮਨ ਸਰੀਰ ਤੋਂ ਬਿਨਾਂ ਰਹਿ ਨਹੀਂ ਸਕਦਾ ਕੱਲਾ। ਗੁਰਸਿੱਖ ਪਿਆਰਿਓ, ਇਹ ਸਰੀਰ ਵਿੱਚ ਰਹਿਣ ਵਾਲੀ ਚੀਜ਼ ਹੈ। ਇਹ ਵੀ ਸਰੀਰ ਹੋਵੇਗਾ ਤਾਂ ਹੀ। ਹੁਣ ਜੇ ਸਰੀਰ ਆ ਜਾਵੇ ਗੁਰੂ ਦੇ ਦਰ ਤੇ, ਮਨ ਵੀ ਆਊਗਾ ਹੀ, ਹੌਲੀ ਹੌਲੀ ਆ ਜਾਊਗਾ। 1 ਦਿਨ ਨਹੀਂ ਦੂਜੇ ਦਿਨ ਆ ਜਾਊਗਾ, ਟਿਕ ਜਾਊਗਾ। ਜੇ ਸਰੀਰ ਗੁਰੂ ਦੇ ਚਰਨਾਂ ਵਿੱਚ ਆ ਜਾਵੇ, ਬਾਣੀ ਵੀ ਸੁਣੇਗਾ ਕੰਨਾਂ ਦੁਆਰਾ, ਮੁਖ ਤੋਂ ਬੋਲਣ ਵੀ ਲੱਗ ਜਾਊਗਾ। ਇਹ ਤਿੰਨੇ ਕੰਮ ਜਿਹੜੇ ਹੋ ਜਾਣ ਫਿਰ ਉਹਨਾਂ ਨੂੰ ਤਾਂ ਮਹਾਰਾਜ ਨੇ ਪਾਰਸ ਕਹਿ ਦਿੱਤਾ। ਗੁਰਮੁਖੋ, ਧੰਨ ਗੁਰੂ ਰਾਮਦਾਸ ਮਹਾਰਾਜ ਜੋ ਤੁਹਾਡੇ ਦਰ ਤੇ ਆ ਕੇ ਮੁਖ ਦੁਆਰਾ ਬਾਣੀ ਉਚਾਰਦੇ ਨੇ, ਤਨ ਦੁਆਰਾ ਸੇਵਾ ਕਰਦੇ ਨੇ, ਅੱਖਾਂ ਦੁਆਰਾ ਤੁਹਾਡਾ ਦਰਸ਼ਨ ਕਰਦੇ ਨੇ ਤੇ ਸ਼ੁੱਧ ਬਿਰਤੀ ਨਾਲ ਸਿਮਰਨ ਕਰਦੇ ਨੇ, ਕਥਾ ਕੀਰਤਨ ਸੁਣਦੇ ਨੇ, ਉਹ ਤਾਂ ਪਾਰਸ ਹੀ ਬਣ ਗਏ।